ਡਾਕਟਰ ਮਨਦੀਪ ਗੌੜ ਦੀ ਸਵੈ ਜੀਵਨੀ ਹੈ। ਪ੍ਰੋਫੈਸਰ ਕੈਦੀ। ਸਮਰਪਣ। ਇਹ ਰਚਨਾ ਮੇਰੇ ਆਪਣਿਆਂ ਨੂੰ ਸਮਰਪਿਤ ਹੈ। ਮੇਰੇ ਪਰਿਵਾਰ, ਸਕੇ ਸੰਬੰਧੀ, ਦੋਸਤ ਮਿੱਤਰ, ਚੰਗੇ ਲਿਖਾਰੀ, ਜੇਲ੍ਹ ਮਹਿਕਮੇ ਦੇ ਚੰਗੇ ਅਫਸਰ ਤੇ ਮੁਲਾਜ਼ਮ ਤੇ ਸਭ ਤੋਂ ਵੱਧ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਕੰਮ ਕਰਦੇ ਉਹ ਲੋਕ ਜੋ ਜ਼ਿੰਦਗੀ ਦੀ ਇਸ ਕਠਨ ਪ੍ਰੀਖਿਆ ਦੌਰਾਨ ਮੇਰਾ ਮਾਰਗਦਰਸ਼ਨ ਕਰਦੇ ਰਹੇ। ਦੋ ਸ਼ਬਦ। ਇਹ ਰਚਨਾ ਮੇਰੇ ਜੀਵਨ ਦੇ ਮਿੱਠੇ ਤੇ ਕੌੜੇ ਅਨੁਭਵਾਂ ਦਾ ਸੰਗ੍ਰਹਿ ਹੈ। ਇਹ ਉਹ ਅਨੁਭਵ ਹਨ ਜੋ ਮੈਨੂੰ ਮੇਰੇ ਉੱਪਰ ਕਤਲ ਕੇਸ ਦਰਜ ਹੋਣ ਉਪਰੰਤ ਹੋਏ। ਭਾਵੇਂ ਅਨੁਭਵ ਚੰਗੇ ਤੇ ਮਾੜੇ ਦੋਹੇ ਤਰ੍ਹਾਂ ਦੇ ਹਨ, ਫਿਰ ਵੀ ਇਹਨਾਂ ਨੇ ਮੇਰੇ ਜੀਵਨ 'ਚ ਇੱਕ ਸਕਾਰਾਤਮਕ ਭੂਮਿਕਾ ਅਦਾ ਕੀਤੀ ਤੇ ਮੈਨੂੰ ਇੱਕ ਬਿਹਤਰ ਇਨਸਾਨ ਬਣਾਇਆ। ਮੇਰੀ ਇਹ ਰਚਨਾ ਅੱਛਾਈ ਦੀ ਬੁਰਾਈ ਉੱਪਰ ਜਿੱਤ ਦਾ ਐਲਾਨ ਕਰਦੀ ਹੈ ਤੇ ਇਸ ਤੱਥ ਉੱਪਰ ਜ਼ੋਰ ਦਿੰਦੀ ਹੈ ਕਿ ਸਿਰਫ ਸਵੈ ਵਿਸ਼ਲੇਸ਼ਣ ਹੀ ਅਜਿਹਾ ਗੁਣ ਹੈ ਜੋ ਇੱਕ ਇਨਸਾਨ ਨੂੰ ਬਿਹਤਰ ਬਣਾਉਣ 'ਚ ਸਭ ਤੋਂ ਵੱਧ ਸਹਾਈ ਹੁੰਦਾ ਹੈ। ਇਸ ਰਚਨਾ ਦਾ ਉਦੇਸ਼ ਪਾਠਕਾਂ ਨੂੰ ਇਹ ਪ੍ਰੇਰਨਾ ਦੇਣਾ ਹੈ ਕਿ ਸਮਝਦਾਰ ਇਨਸਾਨ ਸਿਰਫ ਉਹੋ ਹੀ ਨਹੀਂ ਹੁੰਦਾ ਜੋ ਆਪਣੀਆਂ ਗਲਤੀਆਂ ਤੋਂ ਸਿੱਖੇ, ਬਲਕਿ ਸਮਝਦਾਰ ਇਨਸਾਨ ਤਾਂ ਉਹ ਹੁੰਦਾ ਹੈ ਜੋ ਦੂਸਰਿਆਂ ਦੀਆਂ ਗਲਤੀਆਂ ਤੋਂ ਵੀ ਸਿੱਖੇ। ਇਨਸਾਨ ਨੂੰ ਹਰ ਮੁਸੀਬਤ ਦਾ ਸਾਹਮਣਾ ਡਟ ਕੇ ਕਰਨਾ ਚਾਹੀਦਾ ਹੈ ਤੇ ਸਦਾ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਹੈ। ਡਾਕਟਰ ਮਨਦੀਪ ਗੌੜ। ਅੰਗ ਪਹਿਲਾ। ਰਮਾਕਾਂਤ ਕਿਸੇ ਹਿੰਸਕ ਜਾਨਵਰ ਵਾਂਗੂ ਤੇਜ਼ ਰਫ਼ਤਾਰ ਨਾਲ ਅੱਗੇ ਭੱਜਿਆ ਜਾ ਰਿਹਾ ਸੀ। ਰਣਦੀਪ ਉਸ ਤੋਂ ਥੋੜਾ ਪਿੱਛੇ ਭੱਜ ਰਿਹਾ ਸੀ ਤੇ ਮੈਂ ਤੇ ਜੋਗੀ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਰਮਾਕਾਂਤ ਨੂੰ ਰੋਕਣ ਦਾ ਯਤਨ ਕਰ ਰਹੇ ਸਾਂ। ਹਾਕੀ ਦਾ ਚੰਗਾ ਖਿਡਾਰੀ ਹੋਣ ਕਰਕੇ ਰਣਦੀਪ ਤੇਜ਼ ਦੌੜ ਕੇ ਰਮਾਕਾਂਤ ਦੇ ਨਾਲ ਜਾ ਰਲਿਆ ਸੀ, ਪਰ ਮੈਂ ਤੇ ਜੋਗੀ ਕਦੇ ਭੱਜਦੇ ਕਦੇ ਤੁਰਦੇ ਉਹਨਾਂ ਨਾਲ ਜਾ ਰਲਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸਾਂ। ਮੈਂ ਜੋਗੀ ਨੂੰ ਕਿਹਾ, ਜੇ ਰਮਾਕਾਂਤ ਨੇ ਜਾਂਦਿਆਂ ਹੀ ਇਕੱਲੇ ਕਿਸੇ ਨਾਲ ਪੰਗਾ ਲੈ ਲਿਆ ਤਾਂ ਉਹਨਾਂ ਨੇ ਇਹਨੂੰ ਕੁੱਟ-ਕੁੱਟ ਕੇ ਵਧਾ ਦੇਣਾ, ਇਸ ਲਈ ਇਹਨੂੰ ਰੋਕਣਾ ਬਹੁਤ ਜ਼ਰੂਰੀ ਹੈ। ਪਰ ਸਾਡਾ ਦੋਵਾਂ ਦਾ ਤਾਂ ਦਮ ਹੀ ਫੁੱਲ ਗਿਆ ਸੀ ਤੇ ਹੁਣ ਸਾਡੇ ਲਈ 2 ਕਦਮ ਤੁਰਨਾ ਵੀ ਭਾਰੀ ਹੋ ਗਿਆ ਸੀ। ਜੋਗੀ ਕਹਿਣ ਲੱਗਾ ਕਿ ਜੇ ਰਮਾਕਾਂਤ ਨੇ ਉਹਨਾਂ ਕੋਲੋਂ ਕੁੱਟ ਖਾਣ ਦੀ ਧਾਰ ਹੀ ਲਈ ਤਾਂ ਅਸੀਂ ਇਸ 'ਚ ਕੀ ਕਰ ਸਕਦੇ ਹਾਂ। ਤੂੰ ਥੋੜ੍ਹੀ ਦੇਰ ਲਈ ਰੁਕ ਜਾ, ਆਪਾਂ ਠੰਡਾ ਪੀਂਦੇ ਹਾਂ। ਅਸੀਂ 2-3 ਮਿੰਟ ਰੁਕ ਕੇ ਕੋਲਡ ਡਰਿੰਕ ਪੀਤਾ ਤੇ ਫਿਰ ਉਸ ਰਸਤੇ ਵੱਲ ਵਧਣ ਲੱਗੇ ਜਿੱਧਰ ਰਮਾਕਾਂਤ ਤੇ ਰਣਦੀਪ ਗਏ ਸੀ। ਪਰ 100 ਮੀਟਰ ਅੱਗੇ ਜਾਣ ਤੋਂ ਬਾਅਦ ਸਾਨੂੰ ਕਾਫੀ ਸ਼ੋਰ ਸੁਣਾਈ ਦੇਣ ਲੱਗਾ। ਮਾਰ ਦਿੱਤਾ ਦੀਆਂ ਆਵਾਜ਼ਾਂ ਸਾਡੇ ਕੰਨਾਂ 'ਚ ਪੈਣ ਲੱਗੀਆਂ। ਸਾਡੇ ਦੋਵਾਂ ਦੇ ਦਿਲਾਂ ਦੀਆਂ ਧੜਕਣਾਂ ਵਧਣ ਲੱਗ ਪਈਆਂ। ਥੋੜਾ ਅੱਗੇ ਜਾਣ ਤੇ ਸਾਨੂੰ ਕਾਫੀ ਭੀੜ ਦਿਖਾਈ ਦਿੱਤੀ। ਅਸੀਂ ਭੀੜ ਨੂੰ ਚੀਰਦੇ ਹੋਏ ਅੱਗੇ ਵਧੇ ਤਾਂ ਦੇਖਿਆ ਕਿ ਰਮਾਕਾਂਤ ਦੇ ਡੈਡੀ ਉੱਥੇ ਖੜੇ ਸਨ ਤੇ ਉਹਨਾਂ ਨੇ ਸਾਡੇ ਵੇਖਦਿਆਂ ਰਮਾਕਾਂਤ ਦੇ ਮੂੰਹ ਤੇ 3-4 ਚਪੇੜਾਂ ਮਾਰੀਆਂ। ਸਾਡੇ ਸੱਜੇ ਹੱਥ ਵੱਲ ਕੁਝ ਔਰਤਾਂ ਖੜੀਆਂ ਵਿਲਕ ਰਹੀਆਂ ਸਨ ਤੇ ਰਮਾਕਾਂਤ ਨੂੰ ਦੁਰਸੀਸਾਂ ਦਿੰਦੀਆਂ ਕੋਸ ਰਹੀਆਂ ਸਨ। ਰਮਾਕਾਂਤ ਦਾ ਪਿਤਾ ਦੁਆਰਾ ਮਾਰੀਆਂ ਚਪੇੜਾਂ ਵੱਲ ਕੋਈ ਧਿਆਨ ਨਹੀਂ ਸੀ, ਬਲਕਿ ਉਹਦੀਆਂ ਨਿਗਾਹਾਂ ਤਾਂ ਕਿਸੇ ਘਿਰੇ ਹੋਏ ਚੂਹੇ ਵਾਂਗ ਭੱਜਣ ਦਾ ਰਸਤਾ ਤਲਾਸ਼ ਕਰ ਰਹੀਆਂ ਸਨ। ਉਹਨੇ ਤੇ ਰਮਨਦੀਪ ਨੇ ਮੌਕਾ ਮਿਲਦਿਆਂ ਹੀ ਦੌੜ ਲਗਾ ਦਿੱਤੀ। ਹਥਿਆਰਾਂ ਨਾਲ ਲੈਸ ਕੁਝ ਬੰਦਿਆਂ ਨੇ ਰਮਾਕਾਂਤ ਦੇ ਪਿਤਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਮੈਂ ਮੌਕਾ ਭਾਂਪ ਕੇ ਅੱਗੇ ਵਧਿਆ ਤੇ ਉਹਨਾਂ ਨੂੰ ਲਲਕਾਰਦਿਆਂ ਕਿਹਾ, ਖਬਰਦਾਰ ਜੇ ਕਿਸੇ ਨੇ ਅੰਕਲ ਨੂੰ ਹੱਥ ਲਗਾਇਆ ਤਾਂ ਉਹਦਾ ਹਸ਼ਰ ਬੁਰਾ ਹੋਏਗਾ। ਮੇਰੀ ਗੱਲ ਸੁਣ ਕੇ ਉਹ ਥੋੜਾ ਪਿੱਛੇ ਹਟ ਗਏ, ਪਰ ਉਸ ਸਮੇਂ ਮੈਨੂੰ ਇਹ ਨਹੀਂ ਸੀ ਪਤਾ ਕਿ ਮੇਰੇ ਕਹੇ ਇਹੋ ਸ਼ਬਦ ਹੀ ਮੇਰੀ ਜ਼ਿੰਦਗੀ ਬਦਲ ਦੇਣਗੇ ਤੇ ਇਹੋ ਹੀ ਮੇਰਾ ਸਭ ਤੋਂ ਵੱਡਾ ਕਸੂਰ ਬਣੇਗਾ। ਉਹਨਾਂ ਬੰਦਿਆਂ ਦੇ ਪਿੱਛੇ ਹਟਦਿਆਂ ਹੀ ਅੰਕਲ ਨੇ ਤੇਜ਼ੀ ਨਾਲ ਉੱਧਰ ਨੂੰ ਤੁਰਨਾ ਸ਼ੁਰੂ ਕਰ ਦਿੱਤਾ ਜਿੱਧਰੋਂ ਅਸੀਂ ਆਏ ਸੀ। ਮੈਂ ਰਸਤੇ 'ਚ ਅੰਕਲ ਕੋਲੋਂ ਪੁੱਛਿਆ ਕਿ ਉੱਥੇ ਕੀ ਵਾਪਰਿਆ ਸੀ। ਅੰਕਲ ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ ਤੇ ਉਹ ਬੋਲੇ, ਸਾਲੇ ਹਰਾਮਜ਼ਾਦੇ ਨੇ ਇੱਕ ਮੁੰਡੇ ਦੀ ਗਰਦਨ 'ਚ ਛੁਰਾ ਮਾਰ ਦਿੱਤਾ। ਕੀ ਇਸ ਕੁੱਤੇ ਨੂੰ ਮੈਂ ਇਸੇ ਲਈ ਲੱਖਾਂ ਰੁਪਏ ਖਰਚ ਕੇ ਕਨਵੈਂਟ ਸਕੂਲ 'ਚ ਪੜ੍ਹਾਇਆ ਸੀ ਕਿ ਲੋਕਾਂ ਦੇ ਛੁਰੇ ਮਾਰਦਾ ਫਿਰੇ। ਅੰਕਲ ਆਪਣੀ ਕਿਸਮਤ ਨੂੰ ਕੋਸਦੇ ਸਾਡੇ ਨਾਲ ਤੇਜ਼ ਤੁਰੇ ਜਾ ਰਹੇ ਸਨ। ਥੋੜੀ ਦੂਰ ਤੇ ਪਹੁੰਚ ਕੇ ਅੰਕਲ ਦਾ ਦੋਸਤ ਲੀਲੂ ਸਕੂਟਰ ਸਮੇਤ ਸਾਡੇ ਕੋਲ ਆ ਕੇ ਰੁਕਿਆ ਤੇ ਅੰਕਲ ਨੂੰ ਕਹਿਣ ਲੱਗਾ, ਮੁੰਡੇ ਨੂੰ ਚੁੱਕ ਕੇ ਹਸਪਤਾਲ ਲੈ ਜਾ ਰਹੇ ਹਨ, ਤੁਸੀਂ ਮੇਰੇ ਨਾਲ ਚੱਲੋ, ਆਪਾਂ ਕੋਈ ਇੰਤਜ਼ਾਮ ਕਰੀਏ। ਮੁੰਡੇ ਦਾ ਬਚਣਾ ਮੁਸ਼ਕਿਲ ਹੀ ਜਾਪਦਾ ਹੈ। ਅੰਕਲ ਉਹਦੇ ਨਾਲ ਬੈਠ ਕੇ ਚਲੇ ਗਏ, ਪਰ ਉਹਦੀ ਗੱਲ ਸੁਣ ਕੇ ਮੇਰਾ ਤੇ ਜੋਗੀ ਦਾ ਦਿਲ ਬੈਠਣ ਲੱਗਾ ਸੀ। ਜੋਗੀ ਬਹੁਤ ਗੁੱਸੇ 'ਚ ਸੀ ਤੇ ਕਹਿ ਰਿਹਾ ਸੀ, ਸਾਲੇ ਨੇ ਕਿੰਨੀ ਬੇਵਕੂਫ ਹਰਕਤ ਕਰ ਦਿੱਤੀ। ਜੇ ਛੁਰਾ ਹੀ ਮਾਰਨਾ ਸੀ ਤਾਂ ਪੱਟ 'ਚ ਮਾਰ ਦਿੰਦਾ, ਮੁੰਡੇ ਦੀ ਜਾਨ ਤਾਂ ਬਚ ਜਾਂਦੀ। ਪਰ ਜੋ ਹੋਣੀ ਸੀ ਉਹ ਤਾਂ ਹੋ ਚੁੱਕੀ ਸੀ।
ਅਸੀਂ ਤੇਜ਼ ਰਫ਼ਤਾਰ ਨਾਲ ਤੁਰੇ ਜਾ ਰਹੇ ਸਾਂ। ਥੋੜਾ ਅੱਗੇ ਪਹੁੰਚੇ ਤਾਂ ਇੱਕ ਗਲੀ ਚੋਂ ਨਿਕਲ ਕੇ ਰਣਦੀਪ ਤੇ ਰਮਾਕਾਂਤ ਵੀ ਸਾਡੇ ਨਾਲ ਆ ਰਲੇ। ਜੋਗੀ ਨੇ ਰਮਾਕਾਂਤ ਨੂੰ ਰੱਜ ਕੇ ਗਾਲਾਂ ਕੱਢੀਆਂ ਤੇ ਉੱਥੇ ਵਾਪਰੀ ਘਟਨਾ ਪੁੱਛੀ। ਰਣਦੀਪ ਕਹਿਣ ਲੱਗਾ, ਇਸ ਬੇਵਕੂਫ ਨੇ ਤਾਂ ਜਾਂਦਿਆਂ ਹੀ ਕਿਸੇ ਦੀ ਬਾਤ ਨਹੀਂ ਪੁੱਛੀ, ਬਸ ਜੋ ਸਾਹਮਣੇ ਆਇਆ ਉਸੇ ਦੇ ਗਲ 'ਚ ਛੁਰਾ ਮਾਰਤਾ। ਲੜਾਈ ਸੰਨੀ ਹੋਰਾਂ ਨਾਲ ਸੀ, ਰਗੜ ਦਿੱਤਾ ਵਿਚਾਰਾ ਪਾਲੀ। ਯਾਰ ਮੈਨੂੰ ਤਾਂ ਬਹੁਤ ਅਫਸੋਸ ਹੋ ਰਿਹਾ। ਉਹ ਵਿਚਾਰਾ ਪਿਛਲੇ 5 ਸਾਲਾਂ ਤੋਂ ਮੇਰੇ ਨਾਲ ਹਾਕੀ ਖੇਡਦਾ ਰਿਹਾ ਸੀ। ਰਣਦੀਪ ਨੇ ਗਿਲਾ ਕੀਤਾ। ਉਹਦੀ ਗੱਲ ਸੁਣ ਕੇ ਰਮਾਕਾਂਤ ਬੋਲਿਆ, ਉਹ ਸਾਲਾ ਸੰਨੀ ਦਾ ਸਾਥ ਦੇ ਰਿਹਾ ਸੀ। ਮੈਂ ਕਿਹਾ, ਹੋ ਸਕਦਾ ਹੈ ਤੁਹਾਡੇ ਝਗੜੇ ਦਾ ਕੋਈ ਨਿਪਟਾਰਾ ਕਰਵਾਉਣ ਆਇਆ ਹੋਵੇ, ਤੂੰ ਬਗੈਰ ਸੋਚੇ ਸਮਝੇ ਹੀ ਉਹਦੇ ਛੁਰਾ ਮਾਰਤਾ। ਜੇ ਸਾਨੂੰ ਪਤਾ ਹੁੰਦਾ ਕਿ ਤੇਰੇ ਕੋਲ ਛੁਰਾ ਹੈ ਤਾਂ ਅਸੀਂ ਕਦੇ ਵੀ ਤੈਨੂੰ ਅਜਿਹਾ ਨਾ ਕਰਨ ਦਿੰਦੇ। ਮੈਂ ਰਮਾਕਾਂਤ ਨੂੰ ਪੁੱਛਿਆ ਕਿ ਤੂੰ ਇਹ ਛੁਰਾ ਕਿੱਥੋਂ ਲਿਆਂਦਾ, ਤਾਂ ਉਹਨੇ ਜਵਾਬ ਦਿੱਤਾ ਕਿ ਛੁਰਾ ਉਹਨੇ ਅਜੇ ਸੁਨਿਆਰ ਨਾਂ ਦੇ ਲੜਕੇ ਤੋਂ ਰਸਤੇ 'ਚ ਫੜਿਆ ਸੀ। ਤੁਰਦੇ ਤੁਰਦੇ ਅਸੀਂ ਨਾਭੇ ਸ਼ਹਿਰ ਦੇ ਬਾਹਰਲੇ ਪਾਸੇ ਸਰਕੂਲਰ ਰੋਡ ਤੇ ਆ ਪਹੁੰਚੇ। ਇੱਥੋਂ ਮੇਰਾ ਘਰ ਕਾਫੀ ਨੇੜੇ ਸੀ। ਮੈਂ ਰਮਾਕਾਂਤ ਨੂੰ ਕਿਹਾ ਕਿ ਜੋ ਤੂੰ ਕੀਤਾ ਤੂੰ ਆਪੇ ਭੁਗਤ, ਮੈਂ ਤਾਂ ਆਪਣੇ ਘਰ ਚੱਲਿਆ। ਮੇਰੀ ਗੱਲ ਸੁਣ ਕੇ ਰਮਾਕਾਂਤ ਬੋਲਿਆ, ਤੂੰ ਘਰ ਨਾ ਜਾ, ਪੁਲਿਸ ਤੈਨੂੰ ਵੀ ਲੱਭਦੀ ਹੋਏਗੀ। ਮੈਂ ਕਿਹਾ ਕਿ ਮੈਂ ਕੀ ਕਸੂਰ ਕੀਤਾ ਜੋ ਪੁਲਿਸ ਮੈਨੂੰ ਲੱਭਦੀ ਹੋਏਗੀ। ਰਮਾਕਾਂਤ ਕਹਿਣ ਲੱਗਾ ਕਿ ਸੰਨੀ ਬਹੁਤ ਹੀ ਮੱਕਾਰ ਕਿਸਮ ਦਾ ਵਿਅਕਤੀ ਹੈ। ਉਹਨੇ ਤੁਹਾਨੂੰ ਵੀ ਮੌਕਾ ਵਾਰਦਾਤ ਤੇ ਵੇਖਿਆ ਸੀ। ਉਹ ਤੁਹਾਡਾ ਨਾਮ ਵੀ FIR 'ਚ ਜ਼ਰੂਰ ਲਿਖਾਏਗਾ। ਮੈਂ ਜ਼ਿੱਦ ਕਰਕੇ ਘਰ ਵੱਲ ਤੁਰ ਪਿਆ। ਉਹ ਬਾਕੀ ਸਾਰੇ ਜਣੇ ਵੀ ਮੇਰੇ ਪਿੱਛੇ ਪਿੱਛੇ ਘਰ ਵੱਲ ਆਉਣ ਲੱਗੇ। ਜਦੋਂ ਘਰ ਕਾਫੀ ਨੇੜੇ ਆ ਗਿਆ ਤਾਂ ਉਹ ਥੋੜੀ ਦੂਰੀ ਤੇ ਰੁਕ ਗਏ। ਮੈਂ ਘਰ ਪਹੁੰਚਿਆ ਤਾਂ ਵੇਖਿਆ ਕਿ ਘਰ ਨੂੰ ਜੰਦਰਾ ਲੱਗਾ ਹੋਇਆ ਸੀ ਤੇ ਗੁਆਂਢੀ ਬਾਹਰ ਖੜੇ ਮੈਨੂੰ ਅਜੀਬ ਜੀਆਂ ਨਿਗਾਹਾਂ ਨਾਲ ਤੱਕ ਰਹੇ ਸਨ। ਮੈਂ ਉਹਨਾਂ ਨੂੰ ਘਰ ਵਾਲਿਆਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਤੇਰੇ ਘਰ ਵਾਲਿਆਂ ਨੂੰ ਪਤਾ ਲੱਗਾ ਸੀ ਕਿ ਤੂੰ ਕਿਸੇ ਮੁੰਡੇ ਦੇ ਚਾਕੂ ਮਾਰ ਦਿੱਤਾ ਤੇ ਉਹ ਮਰ ਗਿਆ, ਇਸ ਲਈ ਉਹ ਕਿਧਰੇ ਚਲੇ ਗਏ। ਮੇਰਾ ਦਿਲ ਘਬਰਾਉਣ ਲੱਗਾ ਤੇ ਸਾਰਾ ਸਰੀਰ ਪਸੀਨੇ ਨਾਲ ਤਰ ਹੋ ਗਿਆ। ਮੈਨੂੰ ਰਮਾਕਾਂਤ ਦੀ ਕਹੀ ਗੱਲ ਸੱਚ ਜਾਪਣ ਲੱਗੀ ਕਿ FIR 'ਚ ਮੇਰਾ ਨਾਂ ਜ਼ਰੂਰ ਹੋਏਗਾ, ਪਰ ਮੈਨੂੰ ਇਹ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਸਾਰਾ ਹੀ ਸਿਆਪਾ ਮੇਰੇ ਸਿਰ ਮੜਿਆ ਜਾਏਗਾ। ਮੈਂ ਲਾਚਾਰ ਜਿਹਾ ਹੋਇਆ ਵਾਪਸ ਉਹਨਾਂ ਕੋਲ ਆ ਗਿਆ ਤੇ ਉਹਨਾਂ ਨੂੰ ਦੱਸਿਆ ਕਿ ਪਾਲੀ ਤਾਂ ਮਰ ਗਿਆ। ਇਸ ਸੁਣਦਿਆਂ ਹੀ ਉਹਨਾਂ ਦੇ ਰੰਗ ਪੀਲੇ ਪੈ ਗਏ। ਥੋੜੇ ਦਿਨ ਇੱਧਰ ਉੱਧਰ ਰਿਸ਼ਤੇਦਾਰੀਆਂ 'ਚ ਧੱਕੇ ਖਾਣ ਮਗਰੋਂ ਅਸੀਂ ਸਾਰਿਆਂ ਨੇ ਆਤਮ ਸਮਰਪਣ ਕਰ ਦਿੱਤਾ। FIR 'ਚ ਸਾਡਾ 6 ਜਣਿਆਂ ਦਾ ਨਾਮ ਸੀ ਤੇ 6 ਜਣੇ ਮੈਂ, ਰਣਦੀਪ, ਜੋਗੀ, ਰਮਾਕਾਂਤ, ਅੰਕਲ ਤੇ ਲੀਲੂ ਚਾਚਾ ਸੀ। ਇਹ FIR ਸੰਨੀ ਤੇ ਪਾਲੀ ਦੇ ਵੱਡੇ ਭਰਾ ਵੱਲੋਂ ਕਟਵਾਈ ਗਈ ਸੀ। 12 ਅਗਸਤ 1994 ਨੂੰ ਅਸੀਂ ਥਾਣਾ ਕੋਤਵਾਲੀ ਨਾਭਾ ਵਿਖੇ ਪਹੁੰਚ ਗਏ। ਥਾਣੇ ਵਾਲਿਆਂ ਨੇ ਖਾਸ ਕਰਕੇ ਮੈਨੂੰ ਤਾਂ ਬਹੁਤ ਹੀ ਚਾਹ ਕੇ ਲਿਆ, ਕਿਉਂਕਿ ਉਹ ਮੈਨੂੰ ਹੀ ਇਸ ਟੋਲੀ ਦਾ ਲੀਡਰ ਸਮਝੀ ਬੈਠੇ ਸਨ। ਇਹਦਾ ਇਕਲੌਤਾ ਕਾਰਨ ਮੇਰਾ ਨਾਮ ਸੀ, ਜੋ ਕਿ ਪੁਲਿਸ ਵਾਲਿਆਂ ਨੂੰ ਕੁਝ ਫਿਲਮੀ ਕਿਸਮ ਦਾ ਜਾਪਦਾ ਸੀ। ਉਹਨਾਂ ਨੂੰ ਇਹ ਲੱਗਦਾ ਸੀ ਕਿ ਮੈਂ ਆਪਣੇ ਆਪ ਨੂੰ ਕੋਈ ਬਹੁਤ ਵੱਡਾ ਬਦਮਾਸ਼ ਸਮਝਦਾ ਤੇ ਇਹ ਨਾਮ ਗੌੜ ਮੈਂ ਆਪਣੇ ਆਪ ਨੂੰ ਕਿਸੇ ਮਾਫੀਆ ਸਰਗਨੇ ਦੀ ਤਰ੍ਹਾਂ ਸਥਾਪਿਤ ਕਰਨ ਲਈ ਰੱਖਿਆ ਹੋਇਆ ਸੀ। ਪਰ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਇਹ ਤਾਂ ਮੇਰਾ ਖਾਨਦਾਨੀ ਗੋਤਰ ਸੀ ਤੇ ਮੇਰਾ ਪੂਰਾ ਨਾਮ ਮਨਦੀਪ ਗੌੜ ਸੀ। ਇਸ ਨਾਂ ਕਾਰਨ ਮੈਨੂੰ ਥਾਣੇ 'ਚ ਮਾਰਦੀਆਂ ਕੁਝ ਸਪੈਸ਼ਲ ਸ਼ਿਫਟਾਂ ਵੀ ਝੱਲਣੀਆਂ ਪਈਆਂ। ਅਜਿਹੀ ਕੁੱਟ ਦਾ ਨਜ਼ਾਰਾ ਜ਼ਿੰਦਗੀ 'ਚ ਪਹਿਲੀ ਵਾਰ ਵੇਖਣ ਨੂੰ ਮਿਲਿਆ ਸੀ ਤੇ ਉਹ ਵੀ ਆਪਣੇ ਖੁਦ ਦੇ ਸਰੀਰ ਉੱਤੇ। ਪੁਲਿਸ ਵਾਲੇ ਬਾਰ-ਬਾਰ ਮੈਨੂੰ ਇੱਕੋ ਹੀ ਸਵਾਲ ਪੁੱਛਦੇ ਸਨ, ਦੱਸ ਤੂੰ ਮਰਨ ਵਾਲੇ ਦੇ ਕਿੰਨੇ ਛੁਰੇ ਮਾਰੇ? ਮੈਂ ਹਰ ਵਾਰੀ ਇਹੋ ਜਵਾਬ ਦਿੰਦਾ ਸੀ ਕਿ ਮੈਂ ਤਾਂ ਮਰਨ ਵਾਲੇ ਦੀ ਸ਼ਕਲ ਵੀ ਨਹੀਂ ਵੇਖੀ। ਪਰ ਪੁਲਿਸ ਵਾਲਿਆਂ ਨੂੰ ਮੇਰੀ ਗੱਲ ਤੇ ਯਕੀਨ ਕਿੱਥੋਂ ਆਉਣਾ ਸੀ। ਉਹਨਾਂ ਮੈਨੂੰ ਕਿਹਾ, ਮਨਾ ਕੇ ਤਾਂ ਅਸੀਂ ਤੈਨੂੰ ਛੱਡਣਾ ਹੀ ਹੈ, ਇਹ ਥਾਣਾ ਹੈ, ਇੱਥੇ ਆ ਕੇ ਤਾਂ ਭੂਤ ਪ੍ਰੇਤ ਵੀ ਬੋਲਦੇ ਹਨ, ਫਿਰ ਤੂੰ ਤਾਂ ਇੱਕ 5.5 ਫੁੱਟ ਦਾ ਮਰੀਅਲ ਜਿਹਾ ਜਵਾਕ ਹੈ। ਮੈਂ ਕੁੱਟ ਤੋਂ ਡਰਦਿਆਂ ਕਿਹਾ, ਤੁਸੀਂ ਜੋ ਮਰਜ਼ੀ ਲਿਖ ਕੇ ਮੇਰੇ ਦਸਖਤ ਕਰਾ ਲਓ, ਮੈਂ ਤਿਆਰ ਹਾਂ। ਇਹ ਸੁਣ ਕੇ ਪੁਲਿਸ ਵਾਲਿਆਂ ਦੇ ਸਾਹ 'ਚ ਸਾਹ ਆ ਗਿਆ। ਉਹਨਾਂ ਨੇ ਇਕਬਾਲੀਆ ਬਿਆਨ ਲਿਖ ਕੇ ਮੇਰੇ ਦਸਖਤ ਕਰਾ ਲਏ। ਇਸ ਤੋਂ ਬਾਅਦ ਕੁੱਟ ਦੀਆਂ ਸਪੈਸ਼ਲ ਸ਼ਿਫਟਾਂ ਤੋਂ ਤਾਂ ਘੱਟ ਹੋ ਗਈਆਂ, ਪਰ ਮੈਨੂੰ ਇਸ ਗੱਲ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਇਹ ਮੇਰੀ ਜ਼ਿੰਦਗੀ ਦੀ ਬਹੁਤ ਵੱਡੀ ਭੁੱਲ ਸਾਬਤ ਹੋਏਗੀ ਤੇ ਮੈਨੂੰ ਪਲ-ਪਲ ਮਰਨ ਵਾਲੀ ਜ਼ਿੰਦਗੀ ਵੱਲ ਲੈ ਵਧੇਗੀ। ਸਾਨੂੰ ਕੁੱਲ 18 ਦਿਨ ਥਾਣੇ 'ਚ ਰੱਖਿਆ ਗਿਆ ਤੇ ਇਹਨਾਂ 18 ਦਿਨਾਂ 'ਚ ਹੀ ਸਾਨੂੰ ਨਰਕ ਦੀ ਪਰਿਭਾਸ਼ਾ ਸਮਝ ਆ ਗਈ ਸੀ। ਇਸ ਕੇਸ ਅਧੀਨ ਅਸੀਂ 6 ਜਣੇ ਥਾਣੇ 'ਚ ਬੰਦ ਸਾਂ। ਰਮਾਕਾਂਤ ਨਾਲ ਮੇਰੀ ਜਾਣ ਪਛਾਣ ਵਾਰਦਾਤ ਤੋਂ 10 ਦਿਨ ਪਹਿਲਾਂ ਹੀ ਹੋਈ ਸੀ, ਪਰ ਜੋਗੀ ਤੇ ਰਣਦੀਪ ਤੋਂ ਮੈਂ ਪੁਰਾਣਾ ਵਾਕਫ ਸੀ। ਰਮਾਕਾਂਤ ਦੇ ਡੈਡੀ ਨੂੰ ਮੈਂ 2 ਕੁ ਸਾਲ ਤੋਂ ਜਾਣਦਾ ਸੀ ਤੇ ਲੀਲੂ ਚਾਚੇ ਨਾਲ ਮੇਰੀ ਵਾਕਫੀਅਤ ਥਾਣੇ 'ਚ ਹੀ ਹੋਈ ਸੀ। ਮੇਰੀ, ਜੋਗੀ ਤੇ ਰਣਦੀਪ ਦੀ ਤਿੱਕੜੀ
ਹਵਾਲਾਤ ਵਿੱਚ ਵੀ ਰੌਣਕ ਲਗਾਈ ਰੱਖਦੀ ਸੀ। ਮੈਂ ਜਨਮ ਤੋਂ ਹੀ ਬਹੁਤ ਹੱਸਣ ਵਾਲਾ ਤੇ ਖੁਸ਼ ਰਹਿਣ ਵਾਲਾ ਵਿਅਕਤੀ ਹਾਂ। ਇਹ ਮੈਨੂੰ ਰੱਬੀ ਵਰਦਾਨ ਹੀ ਹੈ ਕਿ ਮੈਂ ਕਿਸੇ ਵੀ ਹਾਲਤ ਵਿੱਚ ਹੱਸਣ ਦੀ ਕਲਾ ਤੋਂ ਵਾਕਫ ਹਾਂ। ਸੋ ਇਸ ਵਰਦਾਨ ਨੇ ਹਵਾਲਾਤ ਵਿੱਚ ਵੀ ਸਾਡਾ ਸਮਾਂ ਲੰਘਾਉਣਾ ਸੌਖਾ ਕਰ ਦਿੱਤਾ ਸੀ। ਨਹੀਂ ਤਾਂ ਥਾਣੇ 'ਚ ਇੱਕ ਇੱਕ ਪਲ ਇੱਕ ਇੱਕ ਸਾਲ ਵਾਂਗ ਗੁਜ਼ਰਦਾ। ਹਵਾਲਾਤ ਵਿੱਚ ਅਸੀਂ ਸਾਰੇ ਜੋਗੀ ਨੂੰ ਬਹੁਤ ਹੀ ਛੇੜਿਆ ਕਰਦੇ ਸਾਂ ਤੇ ਉਹਦੇ ਉੱਪਰ ਬਹੁਤ ਹੱਸਦੇ ਸਾਂ। ਅਸਲ 'ਚ ਉਹਦੇ ਕੰਨ ਬਹੁਤ ਹੀ ਵੱਡੇ ਤੇ ਕਿਸੇ ਹੋਰ ਗ੍ਰਹਿ ਦੇ ਪ੍ਰਾਣੀ ਵਾਂਗ ਬਾਹਰ ਵੱਲ ਨੂੰ ਸਿੱਧੇ ਸਨ। ਥਾਣੇ ਦਾ ਮੁਨਸ਼ੀ ਹਰ ਰੋਜ਼ ਹਵਾਲਾਤ ਦੇ ਦਰਵਾਜ਼ੇ ਨੇੜੇ ਆ ਕੇ ਸਲਾਖਾਂ ਵਿੱਚੋਂ ਜੋਗੀ ਦੇ ਕੰਨ ਫੜ ਲਿਆ ਕਰਦਾ ਸੀ ਤੇ ਆਪਣੇ ਪੈਨ ਨਾਲ ਇਹਨਾਂ ਨੂੰ ਕੁੱਟਦਾ ਸੀ। ਬਾਅਦ ਵਿੱਚ ਅਸੀਂ ਜੋਗੀ ਨੂੰ ਇਸ ਗੱਲ ਕਾਰਨ ਬਹੁਤ ਮਖੌਲ ਕਰਦੇ ਸਾਂ। ਇੱਕ ਰਾਤ ਹਵਾਲਾਤ 'ਚ ਬੜੀ ਅਜੀਬ ਤੇ ਹਾਸੋਹੀਣੀ ਘਟਨਾ ਵਾਪਰੀ। ਹੋਇਆ ਇਉਂ ਕਿ ਜਦੋਂ ਵੀ ਪੁਲਿਸ ਵਾਲੇ ਸਾਨੂੰ ਕੁੱਟਦੇ ਸਨ ਤਾਂ ਉਹ ਸਾਨੂੰ ਜ਼ਮੀਨ ਉੱਪਰ ਮੁੱਧੇ ਪਾ ਕੇ ਸਾਡੇ ਪੈਰਾਂ ਉਤਾਂਹ ਵੱਲ ਮੋੜ ਕੇ ਤੇ ਉਹਨਾਂ ਨੂੰ ਫੜ ਕੇ ਤਲੀਆਂ 'ਚ ਪੂਰੇ ਜ਼ੋਰ ਨਾਲ ਡਾਂਗਾ ਮਾਰਿਆ ਕਰਦੇ ਸਨ। ਇਹਨੂੰ ਉਹ ਮੋਰ ਬਣਾਉਣਾ ਕਹਿੰਦੇ ਸਨ। ਘਟਨਾ ਵਾਲੀ ਰਾਤ ਜੋਗੀ ਖਾਣਾ ਖਾ ਕੇ 10 ਵਜੇ ਹੀ ਸੌਂ ਗਿਆ ਤੇ ਅਸੀਂ ਬਾਕੀ ਸਾਰੇ ਜਣੇ ਤਾਸ਼ ਖੇਡ ਰਹੇ ਸਾਂ। ਅਚਾਨਕ 12 ਵਜੇ ਅਸੀਂ ਵੇਖਿਆ ਕਿ ਜੋਗੀ ਸੁੱਤਾ ਪਿਆ ਹੀ ਮੋਰ ਵਾਲੇ ਐਕਸ਼ਨ 'ਚ ਆ ਗਿਆ ਤੇ ਜ਼ੋਰ ਦੀ ਚੀਕਾਂ ਮਾਰ ਕੇ ਕਹਿਣ ਲੱਗਾ, ਨਾ ਹੌਲਦਾਰ ਜੀ, ਮੈਨੂੰ ਨਾ ਮਾਰੋ ਜੀ, ਮੈਂ ਸਰਕਾਰੀ ਗਵਾਹ ਬਣਨ ਨੂੰ ਤਿਆਰ ਹਾਂ। ਉਹ ਨਾਲੋਂ ਨਾਲ ਇਸ ਤਰ੍ਹਾਂ ਉੱਛਲ ਵੀ ਰਿਹਾ ਸੀ ਕਿ ਜਿਵੇਂ ਉਹਨੂੰ ਸੱਚਮੁੱਚ ਹੀ ਮੋਰ ਬਣਾਇਆ ਜਾ ਰਿਹਾ ਹੋਵੇ ਤੇ ਤਲੀਆਂ 'ਚ ਡਾਂਗਾ ਮਾਰੀਆਂ ਜਾ ਰਹੀਆਂ ਹੋਣ। ਉਹਨੂੰ ਨੀਂਦ ਦੌਰਾਨ ਮੋਰ ਵਾਲੇ ਐਕਸ਼ਨ 'ਚ ਵੇਖ ਕੇ ਸਾਡਾ ਸਾਰਿਆਂ ਦਾ ਹਾਸਾ ਕਾਬੂ ਤੋਂ ਬਾਹਰ ਹੋ ਰਿਹਾ ਸੀ। ਅਚਾਨਕ ਰਮਾਕਾਂਤ ਗੁੱਸੇ 'ਚ ਉੱਠਿਆ ਤੇ ਉਹਨੇ ਜੋਗੀ ਨੂੰ ਜਗਾ ਕੇ ਉਹਦੇ ਮੂੰਹ ਤੇ ਚਪੇੜ ਮਾਰੀ ਤੇ ਕਹਿਣ ਲੱਗਾ, ਸਾਲਿਆ, ਤੂੰ ਸਾਡੇ ਖਿਲਾਫ ਸਰਕਾਰੀ ਗਵਾਹ ਬਣੇਗਾ। ਉਹ ਇੱਕਦਮ ਘਬਰਾ ਕੇ ਸਾਰਿਆਂ ਵੱਲ ਵੇਖਣ ਲੱਗਾ। ਅਸੀਂ ਸਾਰੇ ਹੱਸ ਰਹੇ ਸਾਂ। ਮੈਂ ਰਮਾਕਾਂਤ ਨੂੰ ਪੁਚਕਾਰ ਕੇ ਜੋਗੀ ਦਾ ਗਲਾ ਛੁਡਾਇਆ ਤੇ ਕਿਹਾ, ਇਹ ਸੁਪਨਾ ਲੈ ਰਿਹਾ ਹੈ ਤੇ ਤੂੰ ਉਹਦੀ ਗੱਲ ਨੂੰ ਗੰਭੀਰਤਾ ਨਾਲ ਨਾ ਲੈ। ਇੱਕ ਦਿਨ ਸਾਨੂੰ ਥਾਣੇ ਦੇ ਸਭ ਤੋਂ ਜ਼ਾਲਿਮ ਹੌਲਦਾਰ ਨੇ ਕਿਹਾ, ਗੌਡ, ਅਸੀਂ ਤੇਰਾ ਨਾਂ ਸੁਣ ਕੇ ਹਮੇਸ਼ਾ ਇਹੋ ਸੋਚਦੇ ਸਾਂ ਕਿ ਤੂੰ ਕੋਈ ਬਹੁਤ ਤਕੜਾ, ਲੰਮਾ ਝੰਮਾ, ਕੰਨਾਂ 'ਚ ਨੱਤੀਆਂ ਪਾਉਣ ਵਾਲਾ ਬਦਮਾਸ਼ ਹੋਏਗਾ, ਪਰ ਤੂੰ ਤਾਂ ਬਹੁਤ ਹੀ ਹਲਕਾ ਫੁਲਕਾ ਸਾਊ ਜਿਹਾ ਬੰਦਾ ਹੈ। ਤੂੰ ਇਸ ਚੱਕਰ 'ਚ ਕਿਸ ਤਰ੍ਹਾਂ ਫਸ ਗਿਆ? ਮੈਂ ਉਹਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਦੇ ਸਕਿਆ ਤੇ ਸਿਰਫ ਮੁਸਕਰਾ ਪਿਆ। ਉਹ ਮੁਸਕਰਾਹਟ ਬਹੁਤ ਭੇਦ ਭਰੀ ਸੀ ਤੇ ਇਸ ਗੱਲ ਦਾ ਜਵਾਬ ਲੱਭ ਰਹੀ ਸੀ ਕਿ ਮੈਂ ਇਸ ਚੱਕਰ 'ਚ ਕਿੱਦਾਂ ਫਸ ਗਿਆ। ਕੀ ਰਮਾਕਾਂਤ ਦੇ ਪਿਤਾ ਨੂੰ ਉਹਨਾਂ ਹਥਿਆਰਾਂ ਨਾਲ ਲੈਸ ਬੰਦਿਆਂ ਤੋਂ ਬਚਾਉਣਾ ਹੀ ਮੇਰਾ ਅਪਰਾਧ ਬਣ ਗਿਆ? ਮੈਂ ਰੱਬ ਦੇ ਭਾਣੇ ਨੂੰ ਸਿਰ ਮੱਥੇ ਲਾਉਂਦਿਆਂ ਸੋਚਿਆ ਕਿ ਪਰਮਾਤਮਾ ਜੋ ਵੀ ਕਰਦਾ ਹੈ ਚੰਗੇ ਲਈ ਕਰਦਾ ਹੈ। ਦੋਸਤੋ, ਇਹ ਗੱਲ ਬਿਲਕੁਲ ਸੱਚ ਹੈ। ਉਹ ਸੱਚ ਜੋ ਮੈਂ ਉਸ ਸਮੇਂ ਨਹੀਂ ਜਾਣ ਸਕਿਆ ਸਾਂ, ਪਰ ਅੱਜ 100% ਜਾਣਦਾ ਤੇ ਸ਼ਾਇਦ ਮੇਰੇ ਜੀਵਨ ਬਾਰੇ ਜਾਣਨ ਵਾਲੇ ਸਭ ਲੋਕ ਵੀ ਇਸ ਸੱਚ ਤੋਂ ਚੰਗੀ ਤਰ੍ਹਾਂ ਵਾਕਫ ਹਨ। ਥਾਣੇ ਵਿਖੇ ਮੈਨੂੰ ਪੁਲਿਸ ਵਾਲਿਆਂ ਬਾਰੇ ਬਹੁਤ ਹੀ ਸਕਾਰਾਤਮਕ ਅਨੁਭਵ ਵੀ ਹੋਇਆ ਇਉਂ ਕਿ ਕੁਝ ਕੁ ਦਿਨਾਂ ਲਈ ਸਾਨੂੰ ਭਾਦਸੋਂ ਥਾਣੇ ਵਿਖੇ ਤਬਦੀਲ ਕਰਤਾ ਗਿਆ। ਉੱਥੇ ਹਵਾਲਾਤ ਦੇ ਬਿਲਕੁਲ ਸਾਹਮਣੇ ਚੁਬਾਰੇ 'ਚ ਪੁਲਿਸ ਮੁਲਾਜ਼ਮਾਂ ਦੇ ਰਿਹਾਇਸ਼ੀ ਕਮਰੇ ਸਨ। ਉੱਥੋਂ ਦਾ ਇੱਕ ਨਵਾਂ ਭਰਤੀ ਹੋਇਆ ਮੁਲਾਜ਼ਮ ਜੋ ਕਿ ਥਾਣੇ ਦੇ ਸੰਤਰੀ ਵਜੋਂ ਡਿਊਟੀ ਕਰਿਆ ਕਰਦਾ ਸੀ, ਸਾਡੇ ਨਾਲ ਕਾਫੀ ਘੁਲ ਮਿਲ ਗਿਆ। ਸਾਨੂੰ ਅਕਸਰ ਹਵਾਲਾਤ ਦੇ ਬਿਲਕੁਲ ਸਾਹਮਣੇ ਕੱਢ ਕੇ ਤੇ ਫਰਸ਼ ਤੇ ਲੰਮਾ ਪਾ ਕੇ ਕੁੱਟਿਆ ਜਾਂਦਾ ਸੀ। ਪਿਛਲੇ 1 ਹਫ਼ਤੇ ਤੋਂ ਸਾਨੂੰ ਲਗਾਤਾਰ ਹਰ ਰੋਜ਼ ਮੋਰ ਬਣਾਉਣ ਦਾ ਸਿਲਸਿਲਾ ਚੱਲ ਰਿਹਾ ਸੀ। ਇਹ ਗੱਲ ਸਾਡੇ ਲਈ ਰੋਟੀ ਖਾਣ ਤੇ ਸੌਣ ਵਾਂਗੂ ਰੋਜ਼ਮर्रा ਦੀ ਚੀਜ਼ ਬਣ ਗਈ ਸੀ ਤੇ ਸਾਡੇ ਮਨ 'ਚੋਂ ਕੁੱਟ ਦਾ ਭੈ ਲਗਭਗ ਖਤਮ ਹੋ ਚੁੱਕਾ ਸੀ। ਥਾਣੇ ਦਾ ਸੰਤਰੀ ਜੋ ਕਿ ਹਵਾਲਾਤ ਦੇ ਬਿਲਕੁਲ ਸਾਹਮਣੇ ਚੁਬਾਰੇ 'ਚ ਰਹਿੰਦਾ ਸੀ, ਸਾਨੂੰ ਹਰ ਰੋਜ਼ ਮੋਰ ਬਣਦਿਆਂ ਵੇਖਦਾ ਸੀ। ਇੱਕ ਦਿਨ ਜਦੋਂ ਸਾਨੂੰ ਮੋਰ ਬਣਾਉਣ ਦੀ ਸ਼ਿਫਟ ਅਜੇ ਲੱਗ ਹੀ ਚੁੱਕੀ ਸੀ ਤਾਂ ਉਹ ਥੱਲੇ ਹਵਾਲਾਤ ਨੇੜੇ ਸਾਡੇ ਕੋਲ ਆਇਆ ਤੇ ਉੱਚੀ ਹੌਕੇ ਲੈ ਕੇ ਰੋਣ ਲੱਗ ਪਿਆ। ਉਹ ਕਾਫੀ ਦੇਰ ਸਾਡੇ ਕੋਲ ਖੜਾ ਰੋਂਦਾ ਰਿਹਾ ਤੇ ਅਸੀਂ ਹੈਰਾਨ ਹੋਏ ਉਸ ਵੱਲ ਵੇਖਦੇ ਰਹੇ। ਫਿਰ ਥੋੜੀ ਦੇਰ ਬਾਅਦ ਆਪਣੀ ਖਾਕੀ ਵਰਦੀ ਦੀ ਬਾਂਹ ਨਾਲ ਅੱਖਾਂ ਪੂੰਝਦਿਆਂ ਉਹਨੇ ਸਾਨੂੰ ਪੁੱਛਿਆ, ਇਹ ਜ਼ਾਲਮ ਤੁਹਾਨੂੰ ਛੋਟੇ ਬੱਚਿਆਂ ਨੂੰ ਕਿੰਨੀ ਬੇਰਹਿਮੀ ਨਾਲ ਕੁੱਟਦੇ ਹਨ। ਕੀ ਤੁਹਾਨੂੰ ਦਰਦ ਨਹੀਂ ਹੁੰਦਾ? ਤੁਹਾਡੇ ਹੰਝੂ ਨਹੀਂ ਆਉਂਦੇ? ਮੈਂ ਉਹਨੂੰ ਜਵਾਬ ਦਿੰਦਿਆਂ ਕਿਹਾ, ਭਾਜੀ, ਹੁਣ ਤਾਂ ਰੋ ਕੇ ਹੰਝੂ ਵੀ ਸੁੱਕ ਗਏ ਤੇ ਕੁੱਟ ਦੀ ਆਦਤ ਪੈ ਜਾਣ ਕਾਰਨ ਦਰਦ ਦਾ ਅਹਿਸਾਸ ਵੀ ਨਾਮਾਤਰ ਹੀ ਰਹਿ ਗਿਆ। ਇਹ ਕਹਿਣ ਤੇ ਉਹਦੀ ਹਮਦਰਦੀ ਦੁਆਰਾ ਪਸੀਜੇ ਨੇ ਮੈਂ ਉਹਨੂੰ ਘੁੱਟ ਕੇ ਗਲਵੱਕੜੀ ਪਾ ਲਈ। ਦੋਸਤੋ, ਇਸ ਇਨਸਾਨ ਦੇ ਰਵੱਈਏ ਨੇ ਮੇਰੀ ਪੁਲਿਸ ਮਹਿਕਮੇ ਬਾਰੇ ਰਾਏ ਹੀ ਬਦਲ ਦਿੱਤੀ ਤੇ ਮੈਂ ਇਸ ਸੋਚਣ ਲਈ ਮਜਬੂਰ ਹੋ ਗਿਆ ਕਿ ਇਸ ਦੁਨੀਆ 'ਚ ਚੰਗੇ ਤੇ ਮੰਦੇ ਬੰਦੇ ਹਰ ਕੌਮ, ਧਰਮ, ਦੇਸ਼ ਤੇ ਕਿੱਤੇ 'ਚ ਹੁੰਦੇ ਹਨ। ਇਹ ਗੱਲ
ਹਾਲਾਤਾਂ ਉੱਪਰ ਨਿਰਭਰ ਹੈ ਕਿ ਅਸੀਂ ਕਿਹੋ ਜਿਹੇ ਬੰਦੇ ਦੇ ਸੰਪਰਕ 'ਚ ਆਉਂਦੇ ਹਾਂ। ਪਾਲੀ ਦੇ ਮਰਨ ਦਾ ਸਭ ਤੋਂ ਵੱਧ ਅਫਸੋਸ ਮੈਨੂੰ ਉਦੋਂ ਹੋਇਆ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਮੇਰੇ ਪਿਤਾ ਜੀ ਦੇ ਸਭ ਤੋਂ ਅਜ਼ੀਜ਼ ਦੋਸਤ ਮਨਜੀਤ ਅੰਕਲ ਦਾ ਬੇਟਾ ਸੀ। ਮੇਰੇ ਪਿਤਾ ਜੀ ਪਸ਼ੂ ਪਾਲਣ ਮਹਿਕਮੇ 'ਚ ਸਰਕਾਰੀ ਕਰਮਚਾਰੀ ਸਨ ਤੇ ਮਨਜੀਤ ਅੰਕਲ ਮੇਰੇ ਪਿਤਾ ਜੀ ਦੇ ਕੁਲੀਗ ਸਨ। ਉਹਨਾਂ ਨੇ ਮੈਨੂੰ ਛੋਟੇ ਹੁੰਦਿਆਂ ਕਈ ਵਾਰੀ ਆਪਣੀ ਗੋਦੀ 'ਚ ਖਿਡਾਇਆ ਸੀ ਤੇ ਕਈ ਵਾਰੀ ਆਪਣੇ ਹੱਥਾਂ ਨਾਲ ਅਮਰੂਦ ਤੋੜ ਕੇ ਮੈਨੂੰ ਖਵਾਏ ਸਨ। ਉਹਨਾਂ ਦਾ ਮੇਰੇ ਪਿਤਾ ਜੀ ਨਾਲ ਬਹੁਤ ਪਿਆਰ ਸੀ ਤੇ ਉਹ ਅਕਸਰ ਸਾਡੇ ਘਰ ਆਇਆ ਕਰਦੇ ਸਨ। ਇਸ ਕੇਸ ਵਾਲੀ ਘਟਨਾ ਤੋਂ 5 ਕੁ ਸਾਲ ਪਹਿਲਾਂ ਉਹਨਾਂ ਦੀ ਮੌਤ ਹੋਈ ਸੀ ਤੇ ਉਹਨਾਂ ਦੇ ਵੱਡੇ ਬੇਟੇ ਨੂੰ ਉਹਨਾਂ ਦੀ ਜਗ੍ਹਾ ਨੌਕਰੀ ਦੇ ਦਿੱਤੀ ਗਈ ਸੀ। ਅੰਕਲ ਦੇ ਵੱਡੇ ਬੇਟੇ ਨੂੰ ਮੈਂ ਭਾਜੀ ਕਹਿ ਕੇ ਬੁਲਾਉਂਦਾ ਸੀ ਤੇ ਭਾਜੀ ਮੇਰੇ ਪਿਤਾ ਜੀ ਦੀ ਬਹੁਤ ਇੱਜ਼ਤ ਕਰਦੇ ਸਨ। ਉਹਨਾਂ ਨੇ ਕਈ ਵਾਰੀ ਅਫਸਰਾਂ ਦੁਆਰਾ ਮੇਰੇ ਪਿਤਾ ਜੀ ਨਾਲ ਕੀਤੀਆਂ ਵਧੀਕੀਆਂ ਵਿਰੁੱਧ ਆਵਾਜ਼ ਉਠਾਈ ਸੀ ਤੇ ਹਮੇਸ਼ਾ ਮੇਰੇ ਪਿਤਾ ਜੀ ਦਾ ਸਾਥ ਦਿੱਤਾ ਸੀ। ਭਾਜੀ ਦਾ ਮੇਰੇ ਪਿਤਾ ਜੀ ਦੀ ਜ਼ਿੰਦਗੀ 'ਚ ਉਹ ਸਥਾਨ ਬਣ ਗਿਆ ਸੀ ਜੋ ਕਿ ਮਨਜੀਤ ਅੰਕਲ ਦਾ ਸੀ। ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਸੀ ਕਿ ਮੇਰੇ ਉੱਪਰ ਉਸ ਵਿਅਕਤੀ ਦੇ ਕਤਲ ਦਾ ਇਲਜ਼ਾਮ ਲੱਗਾ ਸੀ ਜੋ ਕਿ ਉਸ ਸ਼ਖਸ ਦਾ ਭਰਾ ਸੀ ਜਿਸ ਦੀ ਮੈਂ ਸਭ ਤੋਂ ਵੱਧ ਇੱਜ਼ਤ ਕਰਦਾ ਸੀ। ਮੈਨੂੰ ਲੱਗਦਾ ਸੀ ਕਿ ਮੈਂ ਭਾਜੀ ਦੇ ਦਿਲ 'ਚ ਆਪਣੇ ਪ੍ਰਤੀ ਪੈਦਾ ਹੋਈ ਨਫ਼ਰਤ ਨੂੰ ਕਦੇ ਵੀ ਸਹਿਣ ਨਹੀਂ ਕਰ ਸਕਾਂਗਾ। ਪਰ ਦੋਸਤੋ, ਜ਼ਿੰਦਗੀ ਬਹੁਤ ਕੁਝ ਸਹਿਣ ਕਰਨਾ ਸਿਖਾ ਦਿੰਦੀ ਹੈ ਤੇ ਨਿੱਤ ਨਵਾਂ ਸਬਕ ਸਿਖਾਉਂਦੀ ਹੈ। ਮੈਨੂੰ ਅੱਜ ਵੀ ਉਮਰ ਕੈਦ ਹੋਣ ਦਾ ਇੰਨਾ ਅਫਸੋਸ ਨਹੀਂ ਹੁੰਦਾ ਜਿੰਨਾ ਕਿ ਇਸ ਗੱਲ ਦਾ ਹੁੰਦਾ ਹੈ ਕਿ ਮਨਜੀਤ ਅੰਕਲ ਦਾ ਪਰਿਵਾਰ ਅੱਜ ਤੱਕ ਮੈਨੂੰ ਆਪਣੇ ਪਾਲੀ ਦਾ ਕਾਤਲ ਸਮਝਦਾ ਹੈ, ਜਦ ਕਿ ਅਸਲੀਅਤ ਜਾਂ ਤਾਂ ਸਿਰਫ ਸਨੀ ਜਾਣਦਾ ਹੈ ਜਾਂ ਫਿਰ ਪਰਮਾਤਮਾ। 28 ਅਗਸਤ ਨੂੰ ਸਾਨੂੰ ਜੱਜ ਸਾਹਿਬ ਅੱਗੇ ਪੇਸ਼ ਕਰਕੇ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਭੇਜ ਦਿੱਤਾ ਗਿਆ। ਦੂਸਰਾ ਭਾਗ। ਕੇਂਦਰੀ ਜੇਲ੍ਹ ਪਟਿਆਲਾ ਅੰਦਰ ਦਾਖਲ ਹੋਣ ਤੇ ਅਸੀਂ ਆਪਣੇ ਆਪ ਨੂੰ ਥਾਣੇ ਦੇ ਮੁਕਾਬਲੇ ਕਾਫੀ ਸੌਖਾ ਮਹਿਸੂਸ ਕੀਤਾ। ਜੇਲ੍ਹ ਦਾ ਵਿਸ਼ਾਲ ਗੇਟ ਪਾਰ ਕਰਦਿਆਂ ਹੀ ਹਰਾ ਭਰਾ ਮਾਹੌਲ ਵੇਖ ਕੇ ਸਾਡਾ ਮਨ ਕੁਝ ਆਜ਼ਾਦੀ ਮਹਿਸੂਸ ਕਰਨ ਲੱਗਾ। ਇਹਦਾ ਕਾਰਨ ਇਹ ਸੀ ਕਿ ਹਵਾਲਾ ਦੇ 18 ਫੁੱਟ ਲੰਮੇ ਕਮਰੇ ਦੇ ਮੁਕਾਬਲੇ ਜੇਲ੍ਹ ਕਾਫੀ ਵੱਡੇ ਖੇਤਰਫਲ ਵਾਲਾ ਇਲਾਕਾ ਸੀ। ਮੁਲਾਜ਼ਾ ਹੋਣ ਤੋਂ ਬਾਅਦ ਮੈਨੂੰ ਰਮਾਕਾਂਤ, ਜੋਗੀ ਤੇ ਰਣਦੀਪ ਨੂੰ ਬੱਚਾ ਬੈਰਕ ਵਿਖੇ ਭੇਜ ਦਿੱਤਾ ਗਿਆ। ਰਮਾਕਾਂਤ ਦੇ ਪਿਤਾ ਤੇ ਲੀਲੂ ਚਾਚੇ ਨੂੰ ਵੱਡੀਆਂ ਬੈਰਕਾਂ ਵਿੱਚ ਭੇਜ ਦਿੱਤਾ ਗਿਆ ਜੋ ਕਿ ਬੱਚਾ ਬੈਰਕਾਂ ਤੋਂ 100 ਕੁ ਮੀਟਰ ਦੀ ਦੂਰੀ ਤੇ ਸਥਿਤ ਸਨ। ਜੇਲ੍ਹ ਦੇ ਕੈਦੀਆਂ ਦਾ ਰਵੱਈਆ ਸਾਡੇ ਪ੍ਰਤੀ ਬਹੁਤ ਹੀ ਹਮਦਰਦੀ ਭਰਿਆ ਸੀ। ਉਹਨਾਂ ਨੇ ਸਾਨੂੰ ਸਲਾਹ ਦਿੱਤੀ ਕਿ ਸਾਨੂੰ ਕੁਝ ਦਿਨ ਜ਼ਿਆਦਾਤਰ ਤੁਰਦੇ ਫਿਰਦੇ ਹੀ ਰਹਿਣਾ ਚਾਹੀਦਾ ਹੈ, ਕਿਉਂਕਿ ਇੱਕ ਤਾਂ ਇਸ ਨਾਲ ਸਾਡੇ ਅੰਦਰੂਨੀ ਜ਼ਖਮ ਜਲਦੀ ਭਰ ਜਾਣਗੇ ਤੇ ਦੂਜੇ ਸਾਡੇ ਪੈਰਾਂ ਦੀ ਸੋਜਿਸ਼ ਠੀਕ ਹੋ ਜਾਏਗੀ। ਇੱਕ ਭਲਾ ਮਾਨਸ ਕੈਦੀ ਹਰ ਰੋਜ਼ ਨਮਕ ਤੇ ਰੇਤ ਗਰਮ ਕਰਕੇ ਸਾਡੇ ਪੈਰਾਂ ਦੀ ਟਕੋਰ ਕਰ ਜਾਇਆ ਕਰਦਾ ਸੀ। ਮੇਰਾ ਪਹਿਲਾ ਹਫ਼ਤਾ ਤੁਰਨ ਫਿਰਨ 'ਚ ਹੀ ਲੰਘਿਆ। ਮੈਂ ਖੁੱਲ੍ਹੇ ਅਹਾਤੇ ਅੰਦਰ ਇੱਧਰੋਂ ਉੱਧਰ ਗੇੜੇ ਕੱਢਦਾ ਰਹਿੰਦਾ ਸਾਂ। ਇਸ ਪੂਰੇ ਹਫ਼ਤੇ ਦੌਰਾਨ ਮੈਂ ਚੁੱਪ ਧਾਰਨ ਕਰੀ ਰੱਖੀ ਤੇ ਜ਼ਿੰਦਗੀ ਦੇ ਸਵਾਲਾਂ ਦੇ ਜਵਾਬ ਹੀ ਲੱਭਦਾ ਰਿਹਾ। ਇਸ ਤੋਰੇ ਫੇਰੇ ਦੇ ਦੌਰ ਦੌਰਾਨ ਮੈਂ ਅਕਸਰ ਇਹ ਮਹਿਸੂਸ ਕੀਤਾ ਕਿ ਮੈਨੂੰ ਇਹ ਤਾਂ ਨਹੀਂ ਪਤਾ ਕਿ ਪਰਮਾਤਮਾ ਦੁਆਰਾ ਪਾਪ ਪੁੰਨ ਦੇ ਕੀ ਪਰਿਮਾਪ ਤੈਅ ਕੀਤੇ ਗਏ ਹਨ, ਪਰ ਇਨਸਾਨ ਅਕਸਰ ਆਪਣੀਆਂ ਗਲਤੀਆਂ ਦੀ ਸਜ਼ਾ ਭੋਗਦਾ ਹੈ। ਮੈਨੂੰ ਇਸ ਗੱਲ ਦੀ ਪੱਕੀ ਸਮਝ ਆ ਗਈ ਸੀ ਕਿ ਭਾਵੇਂ ਮੈਨੂੰ ਇਹ ਨਹੀਂ ਪਤਾ ਕਿ ਮੈਂ ਕਿਸ ਪਾਪ ਦੀ ਸਜ਼ਾ ਭੋਗ ਰਿਹਾ, ਪਰ ਮੈਨੂੰ ਇਹ ਜ਼ਰੂਰ ਪਤਾ ਲੱਗ ਗਿਆ ਸੀ ਕਿ ਮੈਂ ਕਿਸ ਗਲਤੀ ਦਾ ਨਤੀਜਾ ਭੁਗਤ ਰਿਹਾ। ਉਹ ਵੱਡੀ ਗਲਤੀ ਇਹ ਸੀ ਕਿ ਜਦੋਂ ਮੇਰੇ ਮਾਤਾ ਪਿਤਾ ਮੈਨੂੰ ਇਹ ਸਮਝਾਉਂਦੇ ਸਨ ਕਿ ਬੁਰੀ ਸੰਗਤ ਦਾ ਨਤੀਜਾ ਹਮੇਸ਼ਾ ਬੁਰਾ ਹੁੰਦਾ ਹੈ, ਤਾਂ ਮੈਂ ਉਹਨਾਂ ਦੀ ਗੱਲ ਕਿਉਂ ਨਹੀਂ ਸੁਣੀ। ਮੈਂ ਕਿਉਂ ਉਹਨਾਂ ਦੇ ਉਮਰ ਭਰ ਦੇ ਅਨੁਭਵ ਦੀ ਕਦਰ ਨਹੀਂ ਕੀਤੀ। ਉਹ ਮੇਰੇ ਮਾਂ-ਬਾਪ ਸਨ, ਉਹਨਾਂ ਨਾਲੋਂ ਅਧਿਕ ਮੇਰਾ ਭਲਾ ਕੌਣ ਸੋਚ ਸਕਦਾ ਸੀ। ਮੈਂ ਉਹਨਾਂ ਦੀ ਸਲਾਹ ਦੀ ਬੇਕਦਰੀ ਕੀਤੀ ਸੀ ਤੇ ਇਹਨੂੰ ਅਣਸੁਣੀ ਕਰਦਾ ਰਿਹਾ ਸੀ। ਇਹੋ ਮੇਰੀ ਗਲਤੀ ਸੀ ਤੇ ਮੈਂ ਇਸੇ ਗਲਤੀ ਦਾ ਭੁਗਤਾਨ ਕਰ ਰਿਹਾ ਸਾਂ। ਦੋਸਤੋ, ਇਹ ਜ਼ਰੂਰੀ ਨਹੀਂ ਕਿ ਅਸੀਂ ਆਪਣੀਆਂ ਖੁਦ ਦੀਆਂ ਗਲਤੀਆਂ ਤੋਂ ਹੀ ਸਿੱਖੀਏ, ਬਲਕਿ ਸਮਝਦਾਰ ਇਨਸਾਨ ਤਾਂ ਉਹ ਹੈ ਜੋ ਦੂਸਰਿਆਂ ਦੀਆਂ ਗਲਤੀਆਂ ਤੇ ਉਹਨਾਂ ਦੇ ਤਜਰਬਿਆਂ ਤੋਂ ਵੀ ਸਿੱਖੇ। ਮੈਂ ਅਕਸਰ ਅੰਕਲ ਤੇ ਲੀਲੂ ਚਾਚੇ ਬਾਰੇ ਸੋਚਿਆ ਕਰਦਾ ਸਾਂ। ਉਹਨਾਂ ਦੇ ਸਰੀਰ ਦਾ ਹਾਲ ਤੇ ਉਹਨਾਂ ਦੀ ਬਜ਼ੁਰਗ ਉਮਰ ਵੇਖ ਕੇ ਮੇਰਾ ਦਿਲ ਬਹੁਤ ਦੁਖੀ ਹੁੰਦਾ ਸੀ। ਉਹਨਾਂ ਦੇ ਪਿੱਛੇ ਉਹਨਾਂ ਦੇ ਟੱਬਰ ਸਨ ਤੇ ਉਹਨਾਂ ਦੇ ਬੱਚਿਆਂ ਨੂੰ ਇਸ ਸਮੇਂ ਉਹਨਾਂ ਦੀ ਬਹੁਤ ਜ਼ਰੂਰਤ ਸੀ। ਉਹਨਾਂ ਦੋਵਾਂ ਦਾ ਤਾਂ ਇਸ ਸਾਰੇ ਘਟਨਾਕ੍ਰਮ 'ਚ ਕੋਈ ਕਸੂਰ ਨਹੀਂ ਸੀ। ਫਿਰ ਉਹਨਾਂ ਨਾਲ ਅਜਿਹਾ ਕਿਉਂ ਵਾਪਰਿਆ? ਵਿਰੋਧੀ ਧਿਰ ਨੇ ਉਹਨਾਂ ਦਾ ਨਾਂ FIR ਰਿਪੋਰਟ ਵਿੱਚ ਕਿਉਂ ਲਿਖਾ ਦਿੱਤਾ? ਕਿ ਉਹਨਾਂ ਦਾ ਆਪਣੇ ਬੇਟੇ ਨੂੰ ਗਲਤ ਕੰਮ ਤੋਂ ਰੋਕਣ ਲਈ ਮੌਕਾ ਹੀ ਵਾਰਦਾਤ ਤੇ ਜਾਣਾ ਹੀ ਉਹਨਾਂ ਦੀ ਗਲਤੀ ਬਣ ਗਿਆ। 3 ਕੁ ਮਹੀਨੇ ਬਾਅਦ ਅੰਕਲ ਤੇ ਲੀਲੂ ਚਾਚੇ ਦੀ ਜ਼ਮਾਨਤ ਮਨਜ਼ੂਰ ਹੋ ਗਈ। ਸਾਨੂੰ ਕੁਝ ਰਾਹਤ ਮਿਲੀ ਕਿ ਚਲੋ ਪਰਮਾਤਮਾ ਨੇ ਉਹਨਾਂ ਦੇ ਪਰਿਵਾਰਾਂ ਦੀ ਅਰਦਾਸ ਤਾਂ ਸੁਣੀ।
ਸਾਡਾ ਸਮਾਂ ਬੱਚਾ ਬੈਰਕ 'ਚ ਬੜਾ ਚੰਗਾ ਬੀਤ ਰਿਹਾ ਸੀ। ਉੱਥੇ ਲਗਭਗ 36 ਲੜਕੇ ਸਨ। ਇਹਨਾਂ 'ਚੋਂ ਕੁਝ ਚੋਰੀ ਸੰਬੰਧੀ ਕੇਸਾਂ 'ਚ ਸਨ, ਕੁਝ ਬਲਾਤਕਾਰ ਦੇ ਦੋਸ਼ੀ ਸਨ, ਕੁਝ ਇਰਾਦਾਈ ਕਤਲ ਦੇ ਦੋਸ਼ੀ ਸਨ, ਕੁਝ ਉੱਪਰ ਸ਼ਰਾਬ ਵੇਚਣ ਦੇ ਕੇਸ ਸਨ ਤੇ ਲਗਭਗ 10 ਲੜਕੇ ਕਤਲ ਦੇ ਦੋਸ਼ੀ ਸਨ। ਅਸੀਂ ਅਕਸਰ ਚੋਰਾਂ ਤੋਂ ਉਹਨਾਂ ਦੀਆਂ ਕਰਤੂਤਾਂ ਦੇ ਬਖਿਆਨ ਸੁਣਦੇ ਰਹਿੰਦੇ। ਮੈਂ ਮਹਿਸੂਸ ਕੀਤਾ ਕਿ ਚੋਰਾਂ ਉੱਪਰ ਫਿਲਮੀ ਹੀਰੋਆਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੁੰਦਾ ਹੈ। ਫਿਲਮਾਂ 'ਚ ਚੋਰੀ ਕਰਨ ਵਾਲੇ ਹੀਰੋ ਦਾ ਚਰਿੱਤਰ ਇੰਨੇ ਸ਼ਾਨੋ ਸ਼ੌਕਤ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਇੱਕ ਸਾਧੂ ਪ੍ਰਵਿਰਤੀ ਵਾਲਾ ਆਦਮੀ ਵੀ ਚੋਰੀ ਕਰਨ ਲਈ ਪ੍ਰੇਰਿਤ ਹੋ ਜਾਏ। ਬਲਾਤਕਾਰ ਦੇ ਕੇਸਾਂ ਵਾਲਿਆਂ ਵਿੱਚੋਂ ਇੱਕ ਲੜਕਾ ਅਜਿਹਾ ਸੀ ਜਿਹਦੀ ਕਹਾਣੀ ਬਹੁਤ ਅਜੀਬ ਸੀ ਤੇ ਮੈਨੂੰ ਕਾਫੀ ਸੋਚਣ ਲਈ ਮਜਬੂਰ ਕਰਦੀ ਸੀ। ਉਹਦੀ ਵਿਅਥਾ ਇਉਂ ਸੀ ਕਿ ਉਹ 16 ਸਾਲ ਦਾ ਲੜਕਾ ਬੀਤਾ ਆਪਣੇ ਪਿੰਡ ਦੀ ਇੱਕ 18 ਸਾਲਾਂ ਦੀ ਮੁਟਿਆਰ ਨੂੰ ਪਿਆਰ ਕਰਦਾ ਸੀ ਤੇ ਇੱਕ ਦਿਨ ਉਹ ਪਿੰਡ ਦੀ ਇਸ ਕੁੜੀ ਨੂੰ ਲੈ ਕੇ ਫਰਾਰ ਹੋ ਗਿਆ। ਉਹਨਾਂ ਦੋਹਾਂ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਜਾ ਕੇ ਮੱਥਾ ਟੇਕਿਆ, ਫਿਰ ਬਾਹਰ ਆ ਕੇ ਇੱਕ ਦੂਜੇ ਦੇ ਗਲ 'ਚ ਹਾਰ ਪਾ ਕੇ ਗੰਧਰਵ ਵਿਆਹ ਰਚਾ ਲਿਆ ਤੇ ਮਹੀਨਾ ਭਰ ਦੋਵੇਂ ਕਿਸੇ ਰਿਸ਼ਤੇਦਾਰ ਦੇ ਘਰ ਇਕੱਠੇ ਰਹੇ। ਵਿਆਹ ਦਾ ਚਾਅ ਉਤਰ ਜਾਣ ਤੇ ਉਹ ਵਾਪਸ ਪਿੰਡ ਆ ਗਏ। ਲੜਕੀ ਦੇ ਘਰ ਵਾਲਿਆਂ ਨੇ ਮੁੰਡੇ ਨੂੰ ਅੰਦਰ ਕਰਵਾ ਦਿੱਤਾ। ਇਹ ਸਾਰੀ ਕਹਾਣੀ ਸੁਣ ਕੇ ਮੇਰੇ ਮਨ 'ਚ ਕੁਝ ਸਵਾਲ ਉੱਠੇ ਕਿ ਸਾਡੇ ਕਾਨੂੰਨ ਮੁਤਾਬਕ ਤਾਂ 18 ਸਾਲ ਦੀ ਲੜਕੀ ਤੇ 21 ਸਾਲ ਦਾ ਮੁੰਡਾ ਹੀ ਵਿਆਹ ਦੇ ਲਈ ਪਰਪੱਕ ਮੰਨੇ ਜਾਂਦੇ ਆ ਤੇ ਜੇ ਬੀਤੇ ਦੀ ਮਹਿਬੂਬਾ 18 ਸਾਲ ਦੀ ਸੀ ਤਾਂ ਉਹ ਬਾਲਗ ਸੀ, ਜਦਕਿ ਬੀਤਾ 16 ਸਾਲਾਂ ਦਾ ਹੋਣ ਕਾਰਨ ਨਾਬਾਲਗ ਸੀ। ਫਿਰ ਬੀਤੇ ਨੇ ਲੜਕੀ ਨੂੰ ਕਿਵੇਂ ਭਜਾਇਆ ਹੋ ਸਕਦਾ ਹੈ? ਬਲਕਿ ਲੜਕੀ ਨਾਬਾਲਗ ਬੀਤੇ ਨੂੰ ਭਜਾ ਕੇ ਲੈ ਗਈ ਸੀ। ਬਲਾਤਕਾਰ ਲੜਕੀ ਨੇ ਬੀਤੇ ਦਾ ਕੀਤਾ ਸੀ, ਨਾ ਕਿ ਬੀਤੇ ਨੇ ਲੜਕੀ ਦਾ। ਲੜਕੀ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਬੀਤਾ ਉਹਨੂੰ ਜ਼ਬਰਦਸਤੀ ਛੁਰੇ ਦੀ ਨੋਕ ਤੇ ਦਰਬਾਰ ਸਾਹਿਬ ਮੱਥਾ ਟਿਕਾਉਣ ਲਈ ਲੈ ਗਿਆ। ਕੀ ਯਥਾਰਥ ਵਿੱਚ ਅਜਿਹਾ ਹੋਣਾ ਸੰਭਵ ਹੈ ਕਿ ਲੱਖਾਂ ਸ਼ਰਧਾਲੂਆਂ ਦੇ ਆਉਣ ਜਾਣ ਵਾਲੇ ਸਥਾਨ ਤੇ ਕੋਈ ਕਿਸੇ ਨੂੰ ਛੁਰੇ ਦੀ ਨੋਕ ਤੇ ਮੱਥਾ ਟਿਕਾ ਸਕੇ? ਬੀਤੇ ਦੀ ਕਹਾਣੀ ਸਾਡੇ ਸਮਾਜਿਕ ਢਾਂਚੇ ਉੱਪਰ ਇੱਕ ਵਿਅੰਗ ਸੀ ਤੇ ਇਸ 'ਚ ਸੁਧਾਰ ਦੀ ਮੰਗ ਕਰਦੀ ਸੀ। ਅੰਕਲ ਤੇ ਲੀਲੂ ਚਾਚੇ ਦੀ ਜ਼ਮਾਨਤ ਤੋਂ ਹਫ਼ਤੇ ਕੁ ਬਾਅਦ ਜੋਗੀ ਤੇ ਰਣਦੀਪ ਦੀ ਜ਼ਮਾਨਤ ਵੀ ਹੋ ਗਈ। ਹੁਣ ਸਿਰਫ ਮੈਂ ਤੇ ਰਮਾਕਾਂਤ ਦੋਵੇਂ ਹੀ ਅੰਦਰ ਰਹਿ ਗਏ ਸਾਂ। ਰਮਾਕਾਂਤ ਦੇ ਸੁਭਾਅ 'ਚ ਕਿਸੇ ਪ੍ਰਕਾਰ ਦੀ ਕੋਈ ਤਬਦੀਲੀ ਨਹੀਂ ਸੀ। ਉਹਦਾ ਸਭ ਤੋਂ ਵੱਡਾ ਸ਼ੌਕ ਲੜਾਈ ਝਗੜਾ ਕਰਨਾ ਤੇ ਆਪਣੀ ਹਉਮੈ ਨੂੰ ਸੰਤੁਸ਼ਟ ਰੱਖਣਾ ਸੀ। ਮੇਰਾ ਜ਼ਿਆਦਾ ਸਮਾਂ ਦੂਜੇ ਬੱਚਿਆਂ ਨਾਲ ਤਾਸ਼ ਖੇਡਣ, ਕ੍ਰਿਕਟ ਖੇਡਣ ਤੇ ਉਹਨਾਂ ਦੀਆਂ ਦਰਦ ਭਰੀਆਂ ਕਹਾਣੀਆਂ ਸੁਣਨ 'ਚ ਬੀਤਦਾ ਸੀ। ਬੈਰਕ ਵਿੱਚ ਸ਼ੰਕਰ ਕਾਲੀਆ ਨਾਂ ਦਾ ਇੱਕ ਚੋਰ ਬਹੁਤ ਹੀ ਦਿਲਚਸਪ ਇਨਸਾਨ ਸੀ। ਉਹ ਬਹੁਤ ਹੀ ਪ੍ਰਤਿਭਾਵਾਨ ਕਲਾਕਾਰ ਸੀ। ਇੱਕ ਦਿਨ ਉਹਨੇ ਖਾਲੀ ਬੱਲਬ ਵਿੱਚ ਪਾਣੀ ਭਰ ਕੇ ਉਹਦਾ ਲੈਂਸ ਬਣਾ ਲਿਆ ਤੇ ਇਸ ਦੀ ਮਦਦ ਨਾਲ ਚਾਵਲ ਦੇ ਦਾਣੇ ਉੱਪਰ 100 ਵਾਰ ਰਾਮ ਸ਼ਬਦ ਲਿਖ ਦਿੱਤਾ। ਇੱਕ ਵਾਰ ਜਦੋਂ ਸੈਸ਼ਨ ਜੱਜ ਸਾਹਿਬ ਜੇਲ੍ਹ ਅੰਦਰ ਦੌਰੇ ਤੇ ਆਏ ਤਾਂ ਮੈਂ ਉਹਨਾਂ ਨੂੰ ਅੰਗਰੇਜ਼ੀ ਵਿੱਚ ਬੇਨਤੀ ਕੀਤੀ, Sir, this boy Shankar is very talented man and he must be given some opportunity to improve his art. ਜੱਜ ਸਾਹਿਬ ਨੇ ਤਾਂ ਉਹਦੀ ਪ੍ਰਤਿਭਾ ਦੇ ਵਿਕਾਸ ਲਈ ਕੀ ਕਰਨਾ ਸੀ, ਬਲਕਿ ਮੈਨੂੰ ਹੀ ਇੱਕ ਜੇਲ੍ਹ ਅਫਸਰ ਨੇ ਬੁਲਾ ਕੇ ਮੁਰਗਾ ਬਣਾ ਲਿਆ। ਉਹਨੇ ਮੇਰੇ ਪਿਛਵਾੜੇ ਤੇ 10 ਡਾਂਗਾਂ ਕੱਸ ਕੇ ਜੜੀਆਂ ਤੇ ਕਹਿਣ ਲੱਗਾ, ਸਾਲਿਆ ਤੈਨੂੰ ਜ਼ਿਆਦਾ ਅੰਗਰੇਜ਼ੀ ਆਉਂਦੀ ਹੈ, ਬਣਨ ਲੱਗਾ ਵੱਡਾ ਕ੍ਰਾਂਤੀਕਾਰੀ, ਦੂਜਿਆਂ ਦਾ ਹਮਦਰਦ, ਤੈਨੂੰ ਹੁਣੇ ਸਿਖਾਉਣਾ ਅੰਗਰੇਜ਼ੀ ਦਾ ਪਾਠ। ਸਾਲਾ ਜੱਜ ਨਾਲ ਅੰਗਰੇਜ਼ੀ 'ਚ ਪੰਗਾ ਲੈਂਦਾ ਹੈ। ਦੋਸਤੋ, ਜੇ ਦੁਨੀਆ 'ਚ ਬੁਰਾਈ ਨਾ ਹੋਵੇ ਤਾਂ ਅੱਛਾਈ ਦਾ ਕੋਈ ਵਜੂਦ ਨਹੀਂ ਹੋ ਸਕਦਾ। ਰਾਮ ਨੂੰ ਆਪਣਾ ਰੋਲ ਨਿਭਾਉਣ ਲਈ ਰਾਵਣ ਦੀ ਵੀ ਲੋੜ ਸੀ। ਇਸ ਲਈ ਦੁਨੀਆ 'ਚ ਅੱਛਾਈ ਦੀ ਪ੍ਰਭੂ ਸੱਤਾ ਨੂੰ ਕਾਇਮ ਰੱਖਣ ਲਈ ਬੁਰਾਈ ਦਾ ਹੋਣਾ ਵੀ ਜ਼ਰੂਰੀ ਹੈ। ਜ਼ਿੰਦਗੀ ਦੇ ਅਜਿਹੀ ਸਵਾਲਾਂ ਜਵਾਬਾਂ 'ਚ ਉਲਝੇ ਦੀ ਮੇਰੀ 10/7/95 ਨੂੰ ਜ਼ਮਾਨਤ ਹੋ ਗਈ ਤੇ ਪਰਮਾਤਮਾ ਨੇ 10 ਮਹੀਨੇ 10 ਦਿਨ ਬਾਅਦ ਮੇਰੇ ਮਾਤਾ ਜੀ ਦੀ ਅਰਦਾਸ ਸੁਣ ਲਈ ਸੀ। ਅੰਗ ਤੀਸਰਾ। ਜ਼ਮਾਨਤ ਉੱਪਰ ਰਿਹਾ ਹੋ ਕੇ ਆਉਣ ਤੋਂ ਬਾਅਦ 3 ਕੁ ਮਹੀਨੇ ਮੈਂ ਜ਼ਿਆਦਾਤਰ ਖਾਮੋਸ਼ ਰਹਿ ਕੇ ਬਿਤਾਏ। ਇਸ ਸਮੇਂ ਦੌਰਾਨ ਮੈਂ ਮਹਿਸੂਸ ਕੀਤਾ ਕਿ ਜੇਲ੍ਹ ਅੰਦਰ ਬਿਤਾਇਆ 1 ਸਾਲ ਵਿਅਕਤੀ ਨੂੰ ਜ਼ਿੰਦਗੀ ਦੇ 5 ਸਾਲ ਪਿੱਛੇ ਲੈ ਜਾਂਦਾ ਹੈ। ਵਿਅਕਤੀ ਦੀ ਸੋਚ ਉੱਥੇ ਹੀ ਖੜ ਜਾਂਦੀ ਹੈ ਜਿੱਥੇ ਉਹ ਅੰਦਰ ਗਿਆ ਹੋਵੇ, ਪਰ ਜ਼ਮਾਨਾ ਪੂਰੀ ਰਫ਼ਤਾਰ ਨਾਲ ਅੱਗੇ ਵੱਧ ਜਾਂਦਾ ਹੈ। ਕੱਪੜਿਆਂ ਦੇ ਫੈਸ਼ਨ ਤੇ ਟੈਕਨੋਲੋਜੀ ਆਦਿ ਸਭ ਬਦਲ ਜਾਂਦੇ ਹਨ। ਬਾਜ਼ਾਰਾਂ 'ਚ ਨਵੀਂ ਕਿਸਮ ਦੀਆਂ ਵਸਤਾਂ ਦੇਖਣ ਨੂੰ ਮਿਲਦੀਆਂ ਹਨ। ਸ਼ਹਿਰਾਂ ਤੇ ਇਮਾਰਤਾਂ ਦੇ ਰੰਗ ਰੂਪ ਬਦਲ ਜਾਂਦੇ ਹਨ। ਸਭ ਕੁਝ ਨਵਾਂ-ਨਵਾਂ ਤੇ ਅਣਪਛਾਤਾ ਜਿਹਾ ਮਹਿਸੂਸ ਹੁੰਦਾ ਹੈ। ਜਿਨ੍ਹਾਂ ਵਿਅਕਤੀਆਂ ਨਾਲ ਪਹਿਲਾਂ ਸਾਡੀ ਜਾਣ ਪਛਾਣ ਜਾਂ ਦੋਸਤੀ ਹੁੰਦੀ ਹੈ, ਉਹਨਾਂ ਦਾ ਰਹਿਣ ਸਹਿਣ ਦਾ ਢੰਗ, ਰੁਤਬਾ, ਸੁਭਾਅ ਤੇ ਵਰਤਾਅ ਸਭ ਬਦਲ ਜਾਂਦੇ ਹਨ। ਕੁਝ ਸਮਾਂ ਪੈ ਕੇ ਮੈਂ ਵੀ ਜ਼ਮਾਨੇ ਦੀ ਰਫ਼ਤਾਰ ਦੇ ਨਾਲ ਰਲਣ ਦੀ ਕੋਸ਼ਿਸ਼ 'ਚ ਰੁੱਝ ਗਿਆ। ਮੈਂ ਮਹਿਸੂਸ ਕੀਤਾ
ਕਿ ਮੇਰਾ ਕੋਈ ਵੀ ਦੋਸਤ ਅਜਿਹਾ ਨਹੀਂ ਸੀ ਜੋ ਮੇਰੇ ਸੌਖੇ ਸਮੇਂ 'ਚ ਮੇਰੇ ਕੰਮ ਆਇਆ ਹੋਵੇ। ਦੋਸਤੋ, ਸੱਚਾ ਦੋਸਤ ਤਾਂ ਉਹੀ ਹੁੰਦਾ ਜੋ ਸੰਕਟ ਵੇਲੇ ਤੁਹਾਡੇ ਕੰਮ ਆਵੇ ਤੇ ਦੁੱਖ ਸੁੱਖ ਦੀ ਘੜੀ 'ਚ ਤੁਹਾਡਾ ਸਾਥ ਦੇਵੇ। ਮੈਨੂੰ ਆਪਣੀ ਪ੍ਰੇਮਿਕਾ ਤੋਂ ਇਲਾਵਾ ਜ਼ਿੰਦਗੀ 'ਚ ਅਜਿਹਾ ਕੋਈ ਵੀ ਵਿਅਕਤੀ ਨਜ਼ਰ ਨਹੀਂ ਆ ਰਿਹਾ ਸੀ। ਸੋ ਨਤੀਜੇ ਵਜੋਂ ਮੈਂ ਇਹ ਸਬਕ ਲਿਆ ਕਿ ਇਨਸਾਨ ਨੂੰ ਦੋਸਤ ਬਹੁਤ ਹੀ ਸੋਚ ਸਮਝ ਕੇ ਤੇ ਦੇਖ ਪਰਖ ਕੇ ਬਣਾਉਣੇ ਚਾਹੀਦੇ ਹਨ ਤੇ ਪਹਿਲਾਂ ਸਾਨੂੰ ਖੁਦ ਕਿਸੇ ਦੇ ਬੁਰੇ ਵਕਤ 'ਚ ਕੰਮ ਆਉਣਾ ਚਾਹੀਦਾ ਹੈ, ਫਿਰ ਉਸ ਕੋਲੋਂ ਇਹ ਉਮੀਦ ਰੱਖਣੀ ਚਾਹੀਦੀ ਹੈ ਕਿ ਉਹ ਵੀ ਸਾਡੇ ਬੁਰੇ ਵਕਤ 'ਚ ਕੰਮ ਆਵੇ। ਮੈਂ ਮਹਿਸੂਸ ਕੀਤਾ ਕਿ ਸ਼ਾਇਦ ਮੈਂ ਕਦੀ ਕਿਸੇ ਦੇ ਬੁਰੇ ਵਕਤ 'ਚ ਕੰਮ ਨਹੀਂ ਆਇਆ, ਇਸ ਲਈ ਮੇਰੇ ਬੁਰੇ ਵਕਤ 'ਚ ਕੋਈ ਕੰਮ ਨਹੀਂ ਸੀ ਆਇਆ। ਇਸ ਤਰ੍ਹਾਂ ਜ਼ਿੰਦਗੀ ਨੇ ਮੈਨੂੰ ਇਨਸਾਨ ਦੀ ਪਰਖ ਕਰਨ ਤੇ ਆਪਣੇ ਔਗਣਾਂ ਉੱਪਰ ਝਾਤੀ ਮਾਰਨ ਦਾ ਨਵਾਂ ਸਬਕ ਸਿਖਾਇਆ। ਇਸ ਸਮੇਂ ਦੌਰਾਨ ਇੱਕ ਗੱਲ ਜੋ ਬਹੁਤ ਚੰਗੀ ਤਰ੍ਹਾਂ ਸਾਬਤ ਹੋਈ ਉਹ ਇਹ ਸੀ ਕਿ ਆਪਣਾ ਖੂਨ ਸਦਾ ਆਪਣਾ ਹੀ ਹੁੰਦਾ ਹੈ। ਮੇਰੇ ਪਿਤਾ ਜੀ ਹੋਰੀ 6 ਭਰਾ ਹਨ ਤੇ ਅਸੀਂ 24 ਚਚੇਰੇ ਭੈਣ ਭਰਾ ਹਾਂ। ਮੇਰੇ ਚਾਚੇ ਤਾਏ ਤੇ ਚਚੇਰੇ ਭੈਣ ਭਰਾ ਸੌਖੇ ਸਮੇਂ ਦੌਰਾਨ ਸਾਡੇ ਪਰਿਵਾਰ ਦੇ ਬਹੁਤ ਕੰਮ ਆਏ ਸਨ। ਮੈਨੂੰ ਇਸ ਗੱਲ ਦਾ ਸਦਾ ਮਾਣ ਮਹਿਸੂਸ ਹੁੰਦਾ ਹੈ ਕਿ ਇਹਨਾਂ ਸਾਰਿਆਂ ਨੇ ਸਿਰਫ ਖੂਨ ਦਾ ਰਿਸ਼ਤਾ ਹੋਣ ਕਾਰਨ ਹੀ ਸਾਡੀ ਹਰ ਪੱਖੋਂ ਮਦਦ ਕੀਤੀ ਤੇ ਅੱਜ ਤੱਕ ਮੇਰੇ ਤੇ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਹੁਣ ਮੈਨੂੰ ਆਪਣੇ ਪਰਾਏ ਦਾ ਭੇਦ ਸਮਝ ਆ ਗਿਆ ਸੀ ਤੇ ਮੈਂ ਹੌਲੀ-ਹੌਲੀ ਰਿਸ਼ਤੇਦਾਰੀਆਂ 'ਚ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਸੀ। ਇਹ ਸਿਰਫ ਮੇਰੇ ਆਪਣੇ ਹੀ ਸਨ ਜਿਨ੍ਹਾਂ ਦੇ ਮੇਰੇ ਪ੍ਰਤੀ ਵਰਤਾਓ 'ਚ ਭੋਰਾ ਵੀ ਫਰਕ ਨਹੀਂ ਆਇਆ ਸੀ, ਨਹੀਂ ਤਾਂ ਲੋਕਾਂ ਦੀਆਂ ਬਦਲੀਆਂ ਨਿਗਾਹਾਂ ਨੂੰ ਮੈਂ ਹੁਣ ਤੱਕ ਬਹੁਤ ਚੰਗੀ ਤਰ੍ਹਾਂ ਪਛਾਣ ਚੁੱਕਾ ਸੀ। ਆਪਣਿਆਂ ਦੇ ਪਿਆਰ ਦੇ ਦਰਿਆ 'ਚ ਤੈਰਦਿਆਂ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਪੂਰਾ ਸਾਲ ਲੰਘ ਗਿਆ। ਇੱਕ ਵਾਰ ਜਦੋਂ ਮੈਂ ਆਪਣੇ ਨਾਨਕੇ ਅੰਬਾਲਾ ਕੈਂਟ ਵਿਖੇ ਗਿਆ ਤਾਂ ਮੈਂ ਉੱਥੇ ਮੇਰੇ ਭਰਾ ਦੀ ਬੇਟੀ ਤੇ ਬੇਟੇ ਨੂੰ ਆਪਸ 'ਚ ਕੰਪਿਊਟਰ ਦੇ ਵਿਸ਼ੇ 'ਚ ਗੱਲਾਂ ਕਰਦਿਆਂ ਸੁਣਿਆ। ਉਹਨਾਂ ਦੀ ਉਮਰ ਅਜੇ ਸਿਰਫ 6 ਤੇ 8 ਸਾਲ ਦੀ ਸੀ ਤੇ ਉਹ ਕੰਪਿਊਟਰ ਨੂੰ ਚੰਗੀ ਤਰ੍ਹਾਂ ਚਲਾਉਣਾ ਜਾਣਦੇ ਸਨ। ਮੈਂ ਉਹਨਾਂ ਨੂੰ ਕਈ ਵਾਰ ਕੰਪਿਊਟਰ ਉੱਪਰ ਗੇਮ ਖੇਡਦਿਆਂ ਵੇਖ ਚੁੱਕਾ ਸੀ। ਮੈਨੂੰ ਮਹਿਸੂਸ ਹੋਇਆ ਕਿ ਮੈਂ ਤਾਂ ਇਹਨਾਂ ਛੋਟੇ ਬੱਚਿਆਂ ਤੋਂ ਵੀ ਪਛੜ ਚੁੱਕਾ ਸਾਂ ਤੇ ਮੇਰਾ ਇਹਨਾਂ ਬੱਚਿਆਂ ਤੋਂ ਪਛੜਨਾ ਮੇਰੇ ਸੁਭਾਅ ਦੇ ਅਨੁਕੂਲ ਨਹੀਂ ਸੀ, ਕਿਉਂਕਿ ਮੈਨੂੰ ਬਚਪਨ ਤੋਂ ਹੀ ਹਰ ਕੰਮ 'ਚ ਅੱਗੇ ਰਹਿਣ ਦੀ ਆਦਤ ਸੀ। ਮੈਂ ਕਦੀ ਵੀ ਪੜ੍ਹਾਈ ਵਿੱਚ ਫਸਟ ਡਿਵੀਜ਼ਨ ਤੋਂ ਘੱਟ ਪਾਸ ਨਹੀਂ ਸੀ ਹੋਇਆ ਸਾਂ। ਖੇਡਾਂ 'ਚ ਵੀ ਹਮੇਸ਼ਾ ਅੱਗੇ ਰਿਹਾ ਸਾਂ ਤੇ NCC 'ਚ ਸਕੂਲ ਦਾ ਸਾਰਜੈਂਟ ਰਹਿ ਚੁੱਕਾ ਸਾਂ। ਸੋ ਮੈਂ ਫੈਸਲਾ ਕੀਤਾ ਕਿ ਮੈਂ ਕੰਪਿਊਟਰ ਦਾ ਡਿਪਲੋਮਾ ਕਰਾਂਗਾ। ਮੈਂ ਹੌਲੀ-ਹੌਲੀ ਇਸ ਸੰਬੰਧੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਇੱਕ ਅਜਿਹੀ ਘਟਨਾ ਵਾਪਰੀ ਜਿਹਨੇ ਮੇਰੀ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲ ਕੇ ਰੱਖ ਦਿੱਤਾ। ਹੋਇਆ ਇਉਂ ਕਿ ਇੱਕ ਦਿਨ ਜਦੋਂ ਮੈਂ ਪਟਿਆਲਾ ਵਿਖੇ ਇੱਕ PCO ਉੱਪਰ ਫੋਨ ਕਰਨ ਗਿਆ ਤਾਂ ਉੱਥੇ ਕੁਝ ਲੜਕੇ ਆਪਸ 'ਚ ਬੈਠੇ ਗੱਲਾਂ ਕਰ ਰਹੇ ਸਨ। ਇੱਕ ਲੜਕਾ ਦੂਜਿਆਂ ਨੂੰ ਦੱਸ ਰਿਹਾ ਸੀ ਕਿ ਇੱਕ ਵਾਰ ਉਹਦਾ ਬਟੂਆ ਚੋਰੀ ਹੋ ਗਿਆ। ਇਸ ਬਟੂਏ 'ਚ ਕਾਫੀ ਪੈਸੇ, ਲਾਇਸੈਂਸ ਤੇ ਕਾਗਜ਼ ਪੱਤਰ ਵਗੈਰਾ ਸਨ। ਜਦੋਂ ਇੱਕ ਬਾਬੇ ਕੋਲੋਂ ਇਸ ਬਟੂਏ ਬਾਰੇ ਪੁੱਛਿਆ ਲੈਣ ਗਿਆ ਤਾਂ ਬਾਬੇ ਨੇ ਉਹਨੂੰ ਇੱਕ ਖਾਸ ਕਿਸਮ ਦਾ ਸੁਰਮਾ ਦਿੱਤਾ ਤੇ ਕਿਹਾ ਕਿ ਇਸ ਸੁਰਮੇ ਨੂੰ ਅੱਖਾਂ 'ਚ ਪਾ ਕੇ ਸੌਂ ਜਾਈਂ, ਤੈਨੂੰ ਸੁਪਨੇ 'ਚ ਹੀ ਚੋਰ ਦਾ ਪਤਾ ਲੱਗ ਜਾਊ। ਉਹ ਲੜਕਾ ਸੁਰਮਾ ਪਾ ਕੇ ਸੌਂ ਗਿਆ ਤਾਂ ਉਹਨੂੰ ਵਾਕਈ ਚੋਰ ਦਾ ਪਤਾ ਲੱਗ ਗਿਆ ਤੇ ਉਹ ਆਪਣਾ ਬਟੂਆ ਵਾਪਸ ਪ੍ਰਾਪਤ ਕਰਨ 'ਚ ਸਫਲ ਹੋ ਗਿਆ। ਉਹਦੀ ਗੱਲ ਸੁਣ ਕੇ ਮੇਰੀ ਉਤਸੁਕਤਾ ਜਾਗ ਪਈ ਤੇ ਮੈਂ ਉਸ ਲੜਕੇ ਕੋਲੋਂ ਬਾਬੇ ਦਾ ਪਤਾ ਟਿਕਾਣਾ ਪੁੱਛਿਆ। ਉਹਨੇ ਦੱਸਿਆ ਕਿ ਬਾਬਾ ਯੂਨੀਵਰਸਿਟੀ ਰੋਡ ਉੱਪਰ ਸਦਰ ਥਾਣੇ ਦੇ ਪਿੱਛੇ ਬਣੀ ਪੀਰ ਦੀ ਦਰਗਾਹ ਵਿਖੇ ਰਹਿੰਦਾ ਸੀ। ਮੈਂ ਆਪਣੇ ਆਪ ਨੂੰ ਰੋਕ ਨਾ ਸਕਿਆ ਤੇ ਘੰਟੇ ਬਾਅਦ ਹੀ ਦਰਗਾਹ ਵਿਖੇ ਬਾਬੇ ਕੋਲ ਪਹੁੰਚ ਗਿਆ। ਮੈਂ ਦਰਗਾਹ ਦੇ ਅੰਦਰ ਦਾਖਲ ਹੋਇਆ ਤਾਂ ਬਾਬਾ ਜੀ ਇਕੱਲੇ ਧਿਆਨ ਮਗਨ ਬੈਠੇ ਤਸਬੀਹ ਮਤਲਬ ਮਾਲਾ ਫੇਰ ਰਹੇ ਸਨ। ਮੇਰੇ ਪੈਰਾਂ ਦੀ ਖੜਾਕ ਸੁਣ ਕੇ ਉਹਨਾਂ ਨੇ ਅੱਖਾਂ ਖੋਲੀਆਂ ਤੇ ਕਿਹਾ, ਬੈਠੋ ਬੱਚਾ, ਦੱਸੋ ਕੀ ਗੱਲ ਹੈ। ਮੈਂ ਕਿਹਾ, ਬਾਬਾ ਜੀ ਮੇਰੇ ਉੱਪਰ ਕਤਲ ਦਾ ਕੇਸ ਚੱਲ ਰਿਹਾ ਤੇ ਮੈਂ ਇਸ ਸੰਬੰਧੀ ਕੁਝ ਪੁੱਛਣਾ ਚਾਹੁੰਦਾ। ਬਾਬਾ ਜੀ ਮੁਸਕਰਾ ਪਏ ਤੇ ਬੋਲੇ, ਬੇਟਾ, ਜਦੋਂ ਤੇਰੇ ਮਾਂ-ਬਾਪ ਤੈਨੂੰ ਗਲਤ ਸੰਗਤ ਤੇ ਸ਼ਰਾਰਤਾਂ ਤੋਂ ਰੋਕਦੇ ਸਨ ਤਾਂ ਕੀ ਤੂੰ ਰੁਕਿਆ? ਕੀ ਤੂੰ ਉਹਨਾਂ ਦੀ ਗੱਲ ਮੰਨੀ? ਮੈਂ ਸ਼ਰਮਿੰਦਗੀ ਨਾਲ ਗਰਦਨ ਝੁਕਾ ਲਈ। ਬਾਬਾ ਜੀ ਫੇਰ ਬੋਲੇ, ਬੱਚਾ ਇੱਕ ਗੱਲ ਦੱਸ, ਜੇ ਅਸੀਂ ਇੱਕ ਤਲਾਅ ਦੇ ਵਿਚਕਾਰ ਖੰਡ ਦੀ ਬੋਰੀ ਖੋਲ ਕੇ ਸੁੱਟ ਦਈਏ ਤਾਂ ਕੀ ਤਲਾਅ ਮਿੱਠਾ ਹੋ ਜਾਏਗਾ? ਨਹੀਂ। ਜੇ ਅਸੀਂ ਕਿਸੇ ਬਰਤਨ ਨਾਲ ਤਲਾਅ 'ਚੋਂ ਪਾਣੀ ਕੱਢ ਕੇ ਉਸ 'ਚ ਮਿੱਠਾ ਘੋਲ ਕੇ ਵਾਪਸ ਤਲਾਅ 'ਚ ਪਾਉਂਦੇ ਰਹੀਏ ਤਾਂ ਕੁਝ ਸਮੇਂ ਬਾਅਦ ਸਾਰਾ ਤਲਾਅ ਮਿੱਠਾ ਹੋ ਜਾਏਗਾ। ਦੋਸਤੋ, ਮੈਨੂੰ ਬਾਬਾ ਜੀ ਦੀਆਂ ਕਈਆਂ ਇਹਨਾਂ ਦਾਰਸ਼ਨਿਕ ਗੱਲਾਂ ਦਾ ਮਤਲਬ ਬਿਲਕੁਲ ਸਮਝ ਆ ਚੁੱਕਾ ਸੀ। ਮੈਂ ਖੁਸ਼ੀ-ਖੁਸ਼ੀ ਬਾਬਾ ਜੀ ਨੂੰ ਮੱਥਾ ਟੇਕਿਆ ਤੇ ਵਾਪਸ ਪਰਤ ਆਇਆ। ਮੈਨੂੰ ਜ਼ਿੰਦਗੀ ਦਾ ਇੱਕ ਡੂੰਘਾ ਰਾਜ ਸਮਝ ਆ ਚੁੱਕਾ ਸੀ। ਇਸ ਤੋਂ ਬਾਅਦ ਮੈਂ ਪੂਰੀ ਹਿੰਮਤ ਨਾਲ ਕੰਪਿਊਟਰ ਕੋਰਸ ਲਈ ਟੈਸਟ ਦੀ ਤਿਆਰੀ ਕਰਨ 'ਚ ਜੁਟ ਗਿਆ। ਪਹਿਲੀ ਝੱਟੇ ਟੈਸਟ ਪਾਸ ਕਰ ਲਿਆ ਤੇ ਮੇਰਾ ਦਾਖਲਾ ਥਾਪਰ ਕਾਲਜ ਪਟਿਆਲਾ ਵਿਖੇ ਸਥਿਤ ਸਿਲ ਪੈਡ ਕੰਪਿਊਟਰ ਸੈਂਟਰ ਵਿਖੇ ਹੋ ਗਿਆ। ਮੈਂ ਪਟਿਆਲਾ ਵਿਖੇ ਆਪਣੇ ਤਾਇਆ ਜੀ ਕੋਲ ਰਹਿਣਾ ਸ਼ੁਰੂ ਕਰ ਦਿੱਤਾ।
ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਕਾਲਜ ਵਿਖੇ ਪੜ੍ਹਾਈ ਕਰਨ ਤੋਂ ਬਾਅਦ ਮੈਂ ਘਰ ਆ ਜਾਂਦਾ ਸੀ। ਕੁਝ ਸਮਾਂ ਆਰਾਮ ਕਰਕੇ 3 ਵਜੇ ਮੈਂ ਤਾਇਆ ਜੀ ਦੇ ਬੇਟੇ ਦੀ ਕੈਮਿਸਟ ਸ਼ਾਪ ਤੇ ਚਲਾ ਜਾਂਦਾ ਤੇ ਕੰਮ 'ਚ ਉਹਦਾ ਹੱਥ ਵਟਾ ਦਿੰਦਾ। ਰਾਤ ਨੂੰ 9 ਵਜੇ ਦੁਕਾਨ ਬੰਦ ਕਰਕੇ ਅਸੀਂ ਦੋਵੇਂ ਘਰ ਆ ਜਾਂਦੇ ਸੀ। ਕਾਲਜ ਵਿਖੇ ਮੈਂ ਕਿਸੇ ਨਾਲ ਘੱਟ ਹੀ ਗੱਲਬਾਤ ਕਰਿਆ ਕਰਦਾ ਸਾਂ। ਸਿਰਫ ਇੱਕ ਲੜਕਾ ਅਮਿਤ ਹੀ ਸੀ ਜਿਸ ਨਾਲ ਮੇਰਾ ਪੜ੍ਹਾਈ ਸੰਬੰਧੀ ਨੋਟਸ ਦਾ ਲੈਣ ਦੇਣ ਚੱਲਦਾ ਸੀ। ਮੈਂ ਬੜੀ ਦਿਲਚਸਪੀ ਨਾਲ ਕੰਪਿਊਟਰ ਸਿੱਖ ਰਿਹਾ ਸਾਂ। ਸਾਡੇ ਇੰਸਪੈਕਟਰ ਸਾਹਿਬ ਬਹੁਤ ਹੀ ਚੰਗੇ ਇਨਸਾਨ ਸਨ। ਉਹਨਾਂ ਨਾਲ ਮੇਰਾ ਬੜਾ ਕਰੀਬੀ ਰਿਸ਼ਤਾ ਬਣ ਗਿਆ ਤੇ ਮੈਂ ਕਈ ਵਾਰ ਉਹਨਾਂ ਨਾਲ ਮਖੌਲ ਵੀ ਕਰ ਲਿਆ ਕਰਦਾ ਸਾਂ। ਉਹ ਲਗਭਗ ਮੇਰੇ ਹਮ ਉਮਰ ਹੀ ਸਨ। ਸਾਡੀ ਕਲਾਸ 'ਚ ਲਗਭਗ 25 ਵਿਦਿਆਰਥੀ ਸਨ, ਜਿਨ੍ਹਾਂ 'ਚੋਂ ਜ਼ਿਆਦਾਤਰ ਲੜਕੀਆਂ ਹੀ ਸਨ। ਇਹਨਾਂ ਲੜਕੀਆਂ ਵਿੱਚੋਂ ਸਭ ਤੋਂ ਖੂਬਸੂਰਤ ਤੇ ਖੂੰਖਾਰ ਜੋੜੀ ਵਿਭਾ ਚੌਹਾਨ ਤੇ ਜੁੱਗੀ ਦੀ ਸੀ। ਉਹ ਦੋਵੇਂ ਉੱਚੇ ਲੰਮੇ ਕੱਦ ਦੀਆਂ ਬਹੁਤ ਸੋਹਣੀਆਂ ਕੁੜੀਆਂ ਸਨ ਤੇ ਉਹਨਾਂ ਨੂੰ ਆਪਣੇ ਹੁਸਨ ਉੱਪਰ ਪੂਰਾ ਗਰੂਰ ਸੀ। ਉਹ ਜਦੋਂ ਵੀ ਕਾਲਜ ਆਉਂਦੀਆਂ ਸਨ ਤਾਂ ਲੜਕਿਆਂ ਦੀਆਂ ਡਾਰਾਂ, ਕਾਰਾਂ ਤੇ ਮੋਟਰਸਾਈਕਲਾਂ ਉੱਪਰ ਸਵਾਰ ਹੋ ਕੇ ਉਹਨਾਂ ਮਗਰ ਆਉਂਦੀਆਂ ਸਨ। ਕਲਾਸ ਦੇ ਵੀ ਕਈ ਲੜਕੇ ਉਹਨਾਂ ਨੂੰ ਆਕਰਸ਼ਿਤ ਕਰਨ 'ਚ ਲੱਗੇ ਰਹਿੰਦੇ ਸਨ, ਪਰ ਇਹ ਦੋਨੋਂ ਮੇਰੇ ਤੋਂ ਬਹੁਤ ਹੀ ਚਿੜਦੀਆਂ ਸਨ ਤੇ ਮੇਰੇ ਉੱਪਰ ਪੂਰੀ ਖਾਰ ਖਾਂਦੀਆਂ ਸਨ। ਸਾਡਾ ਕਲਾਸਰੂਮ ਪਹਿਲੀ ਮੰਜ਼ਿਲ ਤੇ ਸਥਿਤ ਸੀ ਤੇ ਜਦੋਂ ਕਈ ਵਾਰੀ ਉੱਪਰ ਜਾਂਦਿਆਂ ਮੈਂ ਪੌੜੀਆਂ 'ਚ ਉਹਨਾਂ ਨੂੰ ਮਿਲ ਜਾਂਦਾ ਤਾਂ ਮੈਨੂੰ ਟੱਕਰ ਜ਼ਰੂਰ ਮਾਰਦੀਆਂ ਜਾਂ ਕੋਈ ਨਾ ਕੋਈ ਗੱਲ ਬੋਲ ਕੇ ਹੀ ਜਾਂਦੀਆਂ। ਮੈਂ ਹਮੇਸ਼ਾ ਚੁੱਪ ਵੱਟੀ ਰੱਖਦਾ ਸਾਂ। ਮੈਨੂੰ ਉਹਨਾਂ ਤੋਂ ਬੜਾ ਡਰ ਲੱਗਦਾ ਸੀ। ਦੋਸਤੋ, ਮੇਰੇ ਤਜਰਬੇ ਮੁਤਾਬਕ ਸਭ ਤੋਂ ਵੱਧ ਡਰਾਉਣੀ ਚੀਜ਼ ਖੂਬਸੂਰਤ ਔਰਤ ਹੁੰਦੀ ਹੈ, ਕਿਉਂਕਿ ਆਪਣੇ ਹਉਮੈ ਜ਼ਖਮੀ ਹੁੰਦਾ ਵੇਖ ਉਹ ਕੁਝ ਵੀ ਕਰ ਸਕਦੀ ਹੈ। ਪਰ ਮੈਂ ਤਾਂ ਉਹਨਾਂ ਦੀ ਹਉਮੈ ਨੂੰ ਰੋਜ਼ ਹੀ ਜ਼ਖਮੀ ਕਰਦਾ ਸਾਂ, ਕਿਉਂਕਿ ਮੈਂ ਉਹਨਾਂ ਵੱਲ ਤੱਕਣ ਦੀ ਘੱਟ ਹੀ ਕੋਸ਼ਿਸ਼ ਕਰਦਾ ਸਾਂ। ਇਹਦਾ ਕਾਰਨ ਇਹ ਸੀ ਕਿ ਮੈਨੂੰ ਆਪਣੀ ਪ੍ਰੇਮਿਕਾ ਤੋਂ ਵੱਧ ਖੂਬਸੂਰਤ ਕੋਈ ਲੜਕੀ ਲੱਗਦੀ ਨਹੀਂ ਸੀ ਤੇ ਮੈਂ ਉਸ ਨਾਲ ਆਪਣੇ ਪਿਆਰ ਦੇ ਸੰਕਲਪ 'ਚ ਪੂਰੀ ਤਰ੍ਹਾਂ ਬੱਝਾ ਹੋਇਆ ਸਾਂ। ਇਸ ਕਰਕੇ ਮੈਨੂੰ ਵਿਭਾ ਹੋਰਾਂ ਦੀ ਖੂਬਸੂਰਤੀ 'ਚ ਕੋਈ ਦਿਲਚਸਪੀ ਨਹੀਂ ਸੀ। ਉਹਨਾਂ ਦੇ ਮਨ ਨੂੰ ਇਹ ਗੱਲ ਬਹੁਤ ਚੁਭਦੀ ਸੀ ਕਿ ਮੈਂ ਉਹਨਾਂ ਵੱਲ ਤੱਕਦਾ ਵੀ ਨਹੀਂ, ਜਦਕਿ ਦੂਜੇ ਲੜਕੇ ਉਹਨਾਂ ਦੀਆਂ ਰਾਹਾਂ 'ਚ ਨਜ਼ਰਾਂ ਵਿਛਾਈ ਉਹਨਾਂ ਨੂੰ ਉਡੀਕਦੇ ਰਹਿੰਦੇ ਸਨ। ਮੈਨੂੰ ਉਹਨਾਂ ਦਾ ਘਮੰਡ ਭਰਿਆ ਰਵੱਈਆ ਸਖਤ ਨਾਪਸੰਦ ਸੀ, ਕਿਉਂਕਿ ਉਹ ਹੁਣ ਤੱਕ ਕਲਾਸ ਦੇ ਕਈ ਲੜਕਿਆਂ ਦਾ ਅਪਮਾਨ ਕਰ ਚੁੱਕੀਆਂ ਸਨ ਤੇ ਕਈਆਂ ਨੂੰ ਬੇਵਕੂਫ ਬਣਾ ਰਹੀਆਂ ਸਨ। ਹੌਲੀ-ਹੌਲੀ ਸਾਡੇ ਵਿਚਕਾਰ ਆਪਸੀ ਦੁਸ਼ਮਣੀ ਪੈਦਾ ਹੋ ਗਈ, ਜੋ ਕਿ ਸਿਰਫ ਅੱਖਾਂ ਦੇ ਕਹਿਰ ਤੱਕ ਹੀ ਸੀਮਤ ਸੀ। ਉਹ ਜਦੋਂ ਵੀ ਮੈਨੂੰ ਟੱਕਰ ਜਾਂਦੀਆਂ ਘੂਰਨ ਲੱਗ ਪੈਂਦੀਆਂ ਤੇ ਅੱਕ ਕੇ ਅੱਗੋਂ ਮੈਂ ਵੀ ਘੂਰਨਾ ਸ਼ੁਰੂ ਕਰ ਦਿੱਤਾ ਸੀ। ਇੱਕ ਦਿਨ ਮੈਂ ਕਾਲਜ ਲਈ ਘਰੋਂ ਥੋੜਾ ਜਲਦੀ ਨਿਕਲ ਪਿਆ। ਸਰਦੀ ਦੀ ਰੁੱਤ ਹੋਣ ਕਾਰਨ ਕਾਫੀ ਧੁੰਦ ਛਾਈ ਹੋਈ ਸੀ। ਲਗਭਗ 7:30 ਵਜੇ ਜਦੋਂ ਮੈਂ ਸੈਂਟਰ ਦੇ ਗੇਟ ਨੇੜੇ ਪੁੱਜਿਆ ਤਾਂ ਵੇਖਿਆ ਕਿ ਵਿਭਾ ਨਾਂ ਦੀ ਉਹ ਲੜਕੀ ਗੇਟ ਕੋਲ ਸੜਕ ਤੇ ਗਿਰੀ ਪਈ ਸੀ ਤੇ ਬੜੇ ਲੰਬੇ ਔਖੇ ਸਾਹ ਲੈ ਰਹੀ ਸੀ। ਉਹਦੇ ਕੋਲ ਜੁੱਗੀ ਹੱਕੀ ਬੱਕੀ ਤੇ ਸੁੰਨ ਖੜੀ ਸੀ। ਮੈਂ ਭੱਜ ਕੇ ਉਹਦੇ ਨੇੜੇ ਪਹੁੰਚਿਆ ਤੇ ਜੁੱਗੀ ਦਾ ਮੋਢਾ ਫੜ ਕੇ ਹਿਲਾਉਣਿਆ। ਜੁੱਗੀ ਜਿਵੇਂ ਨੀਂਦ 'ਚੋਂ ਜਾਗੀ ਹੋਵੇ। ਮੈਂ ਜੁੱਗੀ ਨੂੰ ਚੁੰਨੀ 'ਚ ਕਿਤਾਬਾਂ ਲਪੇਟ ਕੇ ਵਿਭਾ ਦੇ ਸਿਰ ਥੱਲੇ ਰੱਖਣ ਲਈ ਕਿਹਾ ਤੇ ਆਪ ਉਹਦੇ ਜੁੱਤੇ ਉਤਾਰ ਕੇ ਪੈਰਾਂ ਨੂੰ ਹਥੇਲੀਆਂ ਨਾਲ ਰਗੜਨ ਲੱਗ ਪਿਆ। ਜੁੱਗੀ ਨੇ ਦੱਸਿਆ ਕਿ ਵਿਭਾ ਨੂੰ ਸਾਹ ਦੀ ਬਿਮਾਰੀ ਦਾ ਦੌਰਾ ਪਿਆ ਸੀ। ਇੱਕ ਵਾਰੀ ਤਾਂ ਉਹਦਾ ਸਾਹ 15-20 ਸਕਿੰਟ ਲਈ ਅਜਿਹਾ ਅਟਕਿਆ ਕਿ ਮੈਂ ਸੋਚਿਆ ਵੀ ਕੁੜੀ ਤਾਂ ਗਈ। ਮੈਂ ਜਲਦੀ ਉਹਦੀ ਛਾਤੀ ਉੱਪਰ ਦੋਵੇਂ ਹੱਥਾਂ ਦਾ ਦਬਾਅ ਪਾ ਕੇ ਉਹਨੂੰ ਸਾਹ ਦਿਵਾਉਣ ਦੀ ਕੋਸ਼ਿਸ਼ ਕਰਨ ਲੱਗਾ। ਇਸ ਅਫਰਾ ਤਫਰੀ 'ਚ ਮੈਂ ਵੀ ਭੁੱਲ ਗਿਆ ਕਿ ਸਾਡੇ ਸਮਾਜ ਦੇ ਨਿਯਮਾਂ ਅਨੁਸਾਰ ਮਰਦ ਦੁਆਰਾ ਔਰਤ ਦੀ ਛਾਤੀ ਨੂੰ ਛੂਹਣਾ ਅਨੈਤਿਕ ਸੀ। ਮੈਂ ਆਪਣੀ ਕੋਸ਼ਿਸ਼ ਜਾਰੀ ਰੱਖਦਿਆਂ 2-3 ਵਾਰੀ ਜ਼ੋਰ ਨਾਲ ਉਹਦੀ ਛਾਤੀ ਉੱਪਰ ਦਬਾਅ ਪਾਇਆ ਤਾਂ ਉਹਨੂੰ ਸਾਹ ਆ ਗਿਆ। ਮੈਂ ਰੱਬ ਦਾ ਸ਼ੁਕਰ ਮਨਾਇਆ। ਇੰਨੇ ਵਿੱਚ ਹੀ ਸਾਡੇ ਇੰਸਪੈਕਟਰ ਸਾਹਿਬ ਤੇ ਇੱਕ ਹੋਰ ਲੜਕਾ ਉੱਥੇ ਆ ਪਹੁੰਚੇ। ਉਹਨਾਂ ਨੇ ਸਾਨੂੰ ਹਦਾਇਤ ਕੀਤੀ ਕਿ ਵਿਭਾ ਨੂੰ ਸਕੂਟਰ ਉੱਪਰ ਬਿਠਾਓ ਤੇ ਕਾਲਜ ਦੀ ਡਿਸਪੈਂਸਰੀ ਵਿਖੇ ਲੈ ਚੱਲੋ। ਅਸੀਂ ਉਹਨੂੰ ਸਕੂਟਰ ਉੱਤੇ ਬਿਠਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਬੇਹੋਸ਼ ਹੋਣ ਕਾਰਨ ਬਾਰ-ਬਾਰ ਸਕੂਟਰ ਤੋਂ ਡਿੱਗ ਪੈਂਦੀ ਸੀ। ਸਾਡੇ ਸਾਰਿਆਂ ਦੇ ਹੱਥ ਪੈਰ ਡਰ ਨਾਲ ਕੰਬ ਰਹੇ ਸਨ। ਅਚਾਨਕ ਮੇਰੀ ਨਿਗਾਹ ਸਾਹਮਣੇ ਗਰਾਊਂਡ ਦੇ ਕਿਨਾਰੇ ਖੜੀ ਰਿਕਸ਼ਾ ਰੇਹੜੀ ਤੇ ਪਈ। ਮੈਂ ਭੱਜ ਕੇ ਉਹ ਰੇਹੜੀ ਖਿੱਚ ਲਿਆਂਦੀ। ਅਸੀਂ ਵਿਭਾ ਨੂੰ ਰੇਹੜੀ 'ਚ ਲਟਾ ਕੇ ਡਿਸਪੈਂਸਰੀ ਲੈ ਗਏ। ਡਾਕਟਰ ਨੇ ਉਹਨੂੰ ਕੁਝ ਇੰਜੈਕਸ਼ਨ ਲਗਾਏ ਤੇ ਉਹ ਸੌਂ ਗਈ। ਡਾਕਟਰ ਨੇ ਉਹਦੀ ਨਬਜ਼ ਚੈੱਕ ਕਰਦਿਆਂ ਕਿਹਾ ਕਿ ਹੁਣ ਇਹ ਠੀਕ ਹੈ, ਇਹਦੇ ਘਰ ਵਾਲਿਆਂ ਨੂੰ ਇਤਲਾਹ ਕਰ ਦਿਓ, ਉਹ ਇਹਨੂੰ ਲੈ ਜਾਣਗੇ। ਜੁੱਗੀ ਉਹਦੇ ਸਰਾਣੇ ਬੈਠੀ ਸੀ। ਇੰਸਟ੍ਰਕਟਰ ਸਾਹਿਬ ਨੇ ਸਾਨੂੰ ਦੋਵਾਂ ਲੜਕੀਆਂ ਨੂੰ ਵਾਪਸ ਸੈਂਟਰ ਜਾ ਕੇ ਕਲਾਸ ਲਾਉਣ ਲਈ ਕਿਹਾ। ਅਸੀਂ ਵਾਪਸ ਆ ਗਏ। ਰਸਤੇ 'ਚ ਮੈਂ ਨਾਲ ਦੇ ਲੜਕੇ ਨੂੰ ਸਮਝਾਇਆ ਕਿ ਇਸ ਹਾਦਸੇ ਬਾਰੇ ਕਲਾਸ 'ਚ ਕਿਸੇ ਨਾਲ ਕੋਈ ਜ਼ਿਕਰ ਨਹੀਂ ਕਰਨਾ। ਕੁੜੀ ਮਾਨੀ ਹੈ, ਕੱਲ ਨੂੰ ਇਹਦੇ ਵਿਆਹ ਲਈ ਮੁਸ਼ਕਿਲ ਪੇਸ਼ ਆ ਸਕਦੀ ਹੈ। ਇਹ ਘਟਨਾ ਸ਼ੁੱਕਰਵਾਰ ਵਾਲੇ ਦਿਨ ਵਾਪਰੀ ਸੀ। ਸ਼ਨੀ ਐਤਵਾਰ ਕਾਲਜ ਦੀ ਛੁੱਟੀ ਸੀ। ਸੋਮਵਾਰ ਸਵੇਰੇ ਜਦੋਂ ਮੈਂ ਕਾਲਜ ਪੁੱਜਾ ਤਾਂ ਕਾਲਜ 'ਚ ਦਾਖਲ ਹੁੰਦਿਆਂ ਮੇਰੀ ਨਜ਼ਰ ਵਿਭਾ ਉੱਪਰ ਪਈ।
ਉਹ ਮੈਨੂੰ ਹਮੇਸ਼ਾ ਵਾਂਗ ਬੜੀ ਬੇਰਹਿਮੀ ਨਾਲ ਘੂਰ ਰਹੀ ਸੀ। ਮੈਂ ਹਲਕਾ ਜਿਹਾ ਮੁਸਕਰਾ ਕੇ ਆਪਣੇ ਕਲਾਸ ਕੰਪਿਊਟਰ ਉੱਪਰ ਜਾ ਬੈਠਾ। ਜੁੱਗੀ ਨੇ ਵਿਭਾ ਦੇ ਕੰਨ 'ਚ ਕੁਝ ਖੁਸਰ-ਫੁਸਰ ਕੀਤੀ। ਉਸ ਤੋਂ ਬਾਅਦ ਵਿਭਾ ਨੇ ਕਲਾਸ ਦੇ ਸਾਰੇ ਸਮੇਂ ਦੌਰਾਨ ਸ਼ਰਮ ਨਾਲ ਨੀਵੀਂ ਪਾਈ ਰੱਖੀ। ਜਦੋਂ ਕਲਾਸ ਖਤਮ ਹੋਈ ਤਾਂ ਵਿਭਾ ਨੇ ਸ਼ਰਮਿੰਦਗੀ ਨਾਲ ਮੈਨੂੰ ਆਵਾਜ਼ ਦੇ ਕੇ ਰੋਕਿਆ ਤੇ ਕਿਹਾ, ਮਨਦੀਪ, ਮੈਨੂੰ ਮਾਫ਼ ਕਰ ਦਿਓ। ਜੁੱਗੀ ਨੇ ਮੈਨੂੰ ਦੱਸਿਆ ਕਿ ਤੁਸੀਂ ਕਿਸ ਤਰ੍ਹਾਂ ਮਦਦ ਕਰਕੇ ਮੇਰੀ ਜਾਨ ਬਚਾਈ। ਉਹਨੇ ਬਾਰ-ਬਾਰ ਮੇਰਾ ਸ਼ੁਕਰੀਆ ਅਦਾ ਕੀਤਾ। ਦੋਸਤੋ, ਉਸ ਦਿਨ ਪਹਿਲੀ ਵਾਰ ਮੈਨੂੰ ਆਪਣੀ ਜ਼ਿੰਦਗੀ ਕਿਸੇ ਕਾਬਿਲ ਮਹਿਸੂਸ ਹੋਈ ਸੀ ਤੇ ਪਹਿਲੀ ਵਾਰ ਮੈਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੋਇਆ ਸੀ। ਨਹੀਂ ਤਾਂ ਉਦੋਂ ਤੱਕ ਮੈਂ ਆਪਣੇ ਸਾਊ ਮਾਂ-ਬਾਪ ਦੇ ਮੱਥੇ ਤੇ ਲਵਾਏ ਕਲੰਕ ਕਾਰਨ ਖੁਦ ਨੂੰ ਮਾਫ਼ ਨਹੀਂ ਸੀ ਕਰ ਸਕਿਆ। ਹੁਣ ਵਿਭਾ ਤੇ ਜੁੱਗੀ ਮੇਰੀਆਂ ਚੰਗੀਆਂ ਦੋਸਤ ਬਣ ਚੁੱਕੀਆਂ ਸਨ। ਕੁਝ ਦਿਨਾਂ ਬਾਅਦ ਸਾਡੇ ਪੇਪਰ ਸ਼ੁਰੂ ਹੋ ਗਏ ਤੇ ਮੈਂ ਐਕਸੀਲੈਂਟ ਗ੍ਰੇਡ ਪ੍ਰਾਪਤ ਕਰਕੇ ਆਪਣਾ ਸਰਟੀਫਿਕੇਟ ਕੋਰਸ ਪੂਰਾ ਕਰ ਲਿਆ। ਮੇਰੀ ਪ੍ਰੇਮਿਕਾ ਨਾਲ ਮੇਰੀ ਦੋਸਤੀ 1992 'ਚ ਹੋਈ ਸੀ। ਉਦੋਂ ਉਹਦੀ ਮੱਤ ਬਿਲਕੁਲ ਬੱਚਿਆਂ ਵਾਲੀ ਸੀ ਤੇ ਉਹ ਪਿਆਰ ਮੁਹੱਬਤ ਬਾਰੇ ਬਿਲਕੁਲ ਫਿਲਮੀ ਢੰਗ ਨਾਲ ਸੋਚਦੀ ਸੀ। ਪਰ ਮੈਂ ਇਹਨੂੰ ਸ਼ੁਰੂ ਤੋਂ ਹੀ ਬੜੀ ਗੰਭੀਰਤਾ ਨਾਲ ਲੈਂਦਾ ਸੀ ਤੇ ਉਹਦੀ ਮਨੋਦਸ਼ਾ ਤੋਂ ਚੰਗੀ ਤਰ੍ਹਾਂ ਵਾਕਫ ਸੀ। ਸ਼ੁਰੂ ਦੇ 2 ਸਾਲ ਸਾਡਾ ਪਿਆਰ ਸਿਰਫ ਅੱਖਾਂ ਦੀ ਤੱਕਣੀ ਰਾਹੀਂ ਹੀ ਪ੍ਰਵਾਨ ਚੜ੍ਹਦਾ ਰਿਹਾ। 1994 'ਚ ਮੇਰੇ ਕੇਸ ਵਾਲੀ ਘਟਨਾ ਦੇ ਵਾਪਰਨ ਤੋਂ 1 ਮਹੀਨਾ ਪਹਿਲਾਂ ਅਸੀਂ ਪਹਿਲੀ ਵਾਰ ਆਪਸ 'ਚ ਇਕੱਠੇ ਬੈਠੇ ਸਾਂ, ਉਹ ਵੀ ਸਿਰਫ 5 ਮਿੰਟ ਲਈ। ਹੁਣ ਉਹ ਕੁਝ ਸਿਆਣੀ ਹੋ ਗਈ ਸੀ। ਵੈਸੇ ਵੀ ਲੜਕਿਆਂ ਦੇ ਮੁਕਾਬਲੇ ਲੜਕੀਆਂ ਜਲਦੀ ਸਿਆਣੀਆਂ ਹੋ ਜਾਂਦੀਆਂ। ਉਹਨੇ ਹਮੇਸ਼ਾ ਮੈਨੂੰ ਮੇਰੀ ਖੁਦ ਦੀ ਅੱਛਾਈ ਤੋਂ ਵਾਕਫ ਕਰਵਾਇਆ ਤੇ ਜ਼ਿੰਦਗੀ 'ਚ ਪੁਰਾਣਾ ਸਭ ਕੁਝ ਭੁੱਲ ਕੇ ਅੱਗੇ ਵਧਣ ਲਈ ਪ੍ਰੇਰਿਆ। ਦੋਸਤੋ, ਮੇਰੀ ਜ਼ਿੰਦਗੀ 'ਚ ਮੇਰੇ ਮਾਤਾ-ਪਿਤਾ, ਮੇਰੀ ਮਾਤਾ ਜੀ ਤੇ ਮੇਰੀ ਪ੍ਰੇਮਿਕਾ 2 ਹੀ ਅਜਿਹੀਆਂ ਸ਼ਖਸੀਅਤਾਂ ਹਨ ਜਿਨ੍ਹਾਂ ਦੇ ਪਿਆਰ ਤੇ ਪ੍ਰੇਰਨਾ ਨੇ ਮੇਰੀ ਜ਼ਿੰਦਗੀ ਬਦਲੀ। ਇਹ ਦੋਵੇਂ ਮੇਰੇ ਲਈ ਰੱਬੀ ਵਰਦਾਨ ਹਨ ਤੇ ਮੇਰਾ ਸਭ ਤੋਂ ਵੱਡਾ ਸਹਾਰਾ ਹਨ। ਇਹਨਾਂ ਨੂੰ ਵੇਖ ਕੇ ਮੈਂ ਹਮੇਸ਼ਾ ਖੁਦ ਨੂੰ ਖੁਸ਼ਕਿਸਮਤ ਮਹਿਸੂਸ ਕਰਦਾ। ਇਹਨਾਂ ਦਾ ਮੇਰੀ ਜ਼ਿੰਦਗੀ 'ਚ ਉਹ ਸਥਾਨ ਹੈ ਜੋ ਰੇਗਿਸਤਾਨ ਦੇ ਮਾਰੂਥਲ ਵਿੱਚ ਭਟਕਦੇ ਰਾਹਗੀਰ ਲਈ ਨਖਲਿਸਤਾਨ ਦਾ ਹੁੰਦਾ ਹੈ। ਹੁਣ ਮੇਰੀ ਤੇ ਮੇਰੀ ਪ੍ਰੇਮਿਕਾ ਦੀ ਮੁਲਾਕਾਤ ਮਹੀਨੇ 'ਚ 1 ਵਾਰ ਹੋਣ ਲੱਗ ਪਈ ਸੀ। ਅਸੀਂ ਦੋਵੇਂ ਜਦੋਂ ਵੀ ਮਿਲਦੇ ਤਾਂ ਉਹਦੀ ਇੱਕੋ ਸ਼ਿਕਾਇਤ ਹੁੰਦੀ ਸੀ ਕਿ ਮੈਂ ਹਮੇਸ਼ਾ ਸਿਰਫ ਉਹਦੀ ਪੜ੍ਹਾਈ ਬਾਰੇ ਹੀ ਗੱਲ ਕਰਦਾ ਤੇ ਕਦੇ ਵੀ ਕੋਈ ਰੋਮਾਂਟਿਕ ਗੱਲ ਨਹੀਂ ਕਰਦਾ। ਮੈਂ ਉਹਨੂੰ ਹਮੇਸ਼ਾ ਇੱਕੋ ਉੱਤਰ ਦਿੰਦਾ ਸੀ ਕਿ ਅਜੇ ਤੇਰੀ ਪੜ੍ਹਨ ਲਿਖਣ ਦੀ ਉਮਰ ਹੈ, ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਨਹੀਂ। ਉਹਨੇ ਰਿਪੁਦਮਨ ਕਾਲਜ ਨਾਭਾ ਵਿਖੇ BA 'ਚ ਦਾਖਲਾ ਲੈ ਲਿਆ ਤੇ ਮੈਂ ਨੌਕਰੀ ਦੀ ਭਾਲ 'ਚ ਅੰਬਾਲੇ ਚਲਾ ਗਿਆ ਸਾਂ। ਉੱਥੇ ਕੁਝ ਮਹੀਨੇ ਮੈਂ ਘਰ-ਘਰ ਜਾ ਕੇ ਸਮਾਨ ਵੇਚਣ ਵਾਲੀ ਕੰਪਨੀ 'ਚ ਨੌਕਰੀ ਕੀਤੀ ਤੇ ਬਹੁਤ ਚੰਗਾ ਸੇਲਜ਼ਮੈਨ ਸਾਬਤ ਹੋਇਆ। ਮੇਰਾ ਸਮਾਨ ਸਭ ਤੋਂ ਵੱਧ ਵਿਕਦਾ ਸੀ। ਚਿਹਰੇ ਮੂਹਰੇ ਤੋਂ ਝਲਕਦੇ ਮੇਰੇ ਖਾਨਦਾਨੀ ਸੰਸਕਾਰ ਤੇ ਦੇਖਣ 'ਚ ਚੰਗਾ ਮੇਰਾ ਚਿਹਰਾ ਮੇਰੇ ਲਈ ਬਹੁਤ ਲਾਭਦਾਇਕ ਸਿੱਧ ਹੋ ਰਹੇ ਸਨ। ਪਰ ਕੁਝ ਸਮੇਂ ਬਾਅਦ ਮੈਂ ਇਹ ਕੰਮ ਛੱਡ ਦਿੱਤਾ ਕਿਉਂਕਿ ਘਰ-ਘਰ ਜਾ ਕੇ ਹਰ ਔਰਤ ਨਾਲ ਝੂਠ-ਮੂਠ ਦਾ ਮਾਸੀ, ਚਾਚੀ, ਤਾਈ, ਭਾਬੀ ਤੇ ਭੈਣ ਜੀ ਦਾ ਰਿਸ਼ਤਾ ਕਾਇਮ ਕਰਨਾ ਮੈਨੂੰ ਇਨਸਾਨੀ ਰਿਸ਼ਤਿਆਂ ਦਾ ਅਪਮਾਨ ਜਾਪਦਾ ਸੀ। ਮੈਨੂੰ ਕਿਸੇ ਦੇ ਜਜ਼ਬਾਤਾਂ ਤੋਂ ਲਾਭ ਉਠਾਉਣ ਦੀ ਇਸ ਆਦਤ ਤੋਂ ਬਹੁਤ ਨਫ਼ਰਤ ਹੋ ਗਈ ਸੀ। ਇਹ ਕੰਮ ਮੈਨੂੰ ਕੁਝ ਇਸ ਤਰ੍ਹਾਂ ਦਾ ਜਾਪਣ ਲੱਗ ਪਿਆ ਕਿ ਜਿਵੇਂ ਮੈਂ ਆਪਣੀ ਮਾਂ ਭੈਣ ਕੋਲੋਂ ਉਹਨਾਂ ਦੀਆਂ ਭਾਵਨਾਵਾਂ ਦਾ ਫਾਇਦਾ ਉਠਾ ਕੇ ਪੈਸੇ ਠੱਗ ਰਿਹਾ ਹੋਵਾਂ। ਹਫ਼ਤਾ ਕੁ ਵਿਹਲਾ ਰਹਿ ਕੇ ਮੈਂ ਪਟਿਆਲੇ ਦੀ ਇੱਕ ਐਡਵਰਟਾਈਜ਼ਿੰਗ ਕੰਪਨੀ 'ਚ ਨੌਕਰੀ ਸ਼ੁਰੂ ਕੀਤੀ। ਇਸ ਕੰਪਨੀ ਨੇ ਅੰਬਾਲੇ ਤੋਂ ਵਾਕਿਫ ਹੋਣ ਕਾਰਨ ਮੇਰੀ ਨਿਯੁਕਤੀ ਉੱਥੇ ਹੀ ਕਰ ਦਿੱਤੀ। 7 ਮਹੀਨੇ ਕੰਮ ਕਰਕੇ ਮੈਂ ਇਹ ਨੌਕਰੀ ਵੀ ਛੱਡ ਦਿੱਤੀ। ਸਿਧਾਂਤਕ ਤੌਰ ਤੇ ਵੇਖਿਆ ਜਾਏ ਤਾਂ ਇਹ ਕੰਮ ਘਰ-ਘਰ ਜਾ ਕੇ ਸਮਾਨ ਵੇਚਣ ਵਾਲੇ ਕੰਮ ਤੋਂ ਵੀ ਬਦਤਰ ਸੀ। ਉੱਥੇ ਕਮ ਸੇ ਕਮ ਗ੍ਰਾਹਕ ਨੂੰ ਕੁਝ ਸਮਾਨ ਵੇਚ ਕੇ ਤਾਂ ਪੈਸੇ ਲਏ ਜਾਂਦੇ ਸਨ, ਪਰ ਇਸ ਕੰਮ 'ਚ ਸਿਰਫ ਗੱਲਾਂ ਵੇਚਣ ਵਾਲੀ ਗੱਲ ਸੀ। ਉੱਥੇ ਗ੍ਰਾਹਕ ਭੋਲੀਆਂ-ਭਾਲੀਆਂ ਘਰੇਲੂ ਔਰਤਾਂ ਸਨ, ਪਰ ਇੱਥੇ ਗ੍ਰਾਹਕ ਚੰਗੇ, ਚੰਟ, ਚਤੁਰ ਵਪਾਰੀ ਤੇ ਦੁਕਾਨਦਾਰ ਸਨ। ਇਹਨਾਂ ਦੋਹਾਂ ਕੰਮਾਂ ਨੂੰ ਕਰਨ ਦਾ ਸਭ ਤੋਂ ਵੱਡਾ ਲਾਭ ਜੋ ਮੈਨੂੰ ਹੋਇਆ ਉਹ ਇਹ ਸੀ ਕਿ ਮੇਰਾ ਆਤਮ ਵਿਸ਼ਵਾਸ ਕਾਫੀ ਵੱਧ ਗਿਆ ਸੀ। ਪਰ ਇਹ ਦੋਨੋਂ ਹੀ ਕੰਮ ਮੇਰੀ ਜ਼ਮੀਰ ਨੂੰ ਚੰਗੇ ਨਹੀਂ ਜਾਪਦੇ ਸਨ ਤੇ ਇਹਨਾਂ 'ਚ ਇਨਸਾਨ ਦੁਆਰਾ ਇਨਸਾਨ ਦਾ ਸ਼ੋਸ਼ਣ ਬਹੁਤ ਜ਼ਿਆਦਾ ਸੀ। ਮੇਰਾ ਮਨ ਬਹੁਤ ਦੁਖੀ ਸੀ ਤੇ ਜ਼ਿੰਦਗੀ ਦੀ ਪੇਚੀਦਗੀ ਵਿੱਚ ਉਲਝਿਆ ਪਿਆ ਸੀ। ਮੇਰੀ ਪ੍ਰੇਮਿਕਾ ਨੇ ਮੈਨੂੰ ਇਸ ਦੁਬਿਧਾ 'ਚੋਂ ਕੱਢਿਆ ਤੇ ਮੈਨੂੰ ਸਲਾਹ ਦਿੱਤੀ ਕਿ ਮੈਂ ਪੜ੍ਹਾਈ ਸ਼ੁਰੂ ਕਰ ਲਵਾਂ ਤੇ ਪੜ੍ਹ ਲਿਖ ਕੇ ਕੋਈ ਅਜਿਹੀ ਨੌਕਰੀ ਕਰਾਂ ਜਿਸ 'ਚ ਮੇਰੀ ਆਤਮਾ ਨੂੰ ਸੰਤੁਸ਼ਟੀ ਮਿਲੇ। ਮੇਰੇ ਪਰਿਵਾਰ ਵਾਲਿਆਂ ਨੂੰ ਵੀ ਇਹ ਸੁਝਾਅ ਬਹੁਤ ਚੰਗਾ ਲੱਗਿਆ ਤੇ ਉਹਨਾਂ ਨੇ ਮੇਰੀ ਪੂਰੀ ਮਦਦ ਕਰਨ ਦਾ ਵਾਅਦਾ ਕੀਤਾ। ਮੈਂ ਯੂਨੀਵਰਸਿਟੀ ਵਿਖੇ ਜਾ ਕੇ ਬੜੇ ਚਾਅ ਨਾਲ BA1 ਦੀ ਫੀਸ ਭਰੀ। ਜਦੋਂ ਮੈਂ ਫੀਸ ਭਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰ ਵਿਹਾਰ ਵਿਭਾਗ ਵਿਖੇ ਗਿਆ ਤਾਂ ਮੇਰੇ ਮਨ ਨੂੰ ਇੱਕ ਅਜੀਬ ਜਿਹਾ ਸਕੂਨ ਮਿਲਿਆ। ਮੈਨੂੰ ਜਾਪਿਆ ਮੇਰਾ ਇਸ ਯੂਨੀਵਰਸਿਟੀ ਨਾਲ ਕੋਈ ਬਹੁਤ ਹੀ ਪੁਰਾਣਾ ਤੇ ਗਹਿਰਾ ਰਿਸ਼ਤਾ ਹੈ। ਇੱਥੋਂ ਦਾ ਰੰਗੀਨੀਆਂ ਭਰਿਆ ਮਾਹੌਲ ਵੇਖ ਕੇ ਮੇਰੇ ਮਨ ਦੀਆਂ ਦਬੀਆਂ ਕੁਚਲੀਆਂ ਇੱਛਾਵਾਂ ਮੁੜ ਜਾਗਰਿਤ ਹੋ ਗਈਆਂ। ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਕਿਸੇ ਭਟਕੇ ਹੋਏ ਮੁਸਾਫਰ ਨੂੰ ਆਪਣੀ ਮੰਜ਼ਿਲ ਲੱਭ ਪਈ ਹੋਵੇ।
ਮੈਂ ਨਾਭਾ ਆ ਕੇ ਆਪਣੀ ਪ੍ਰੇਮਿਕਾ ਨੂੰ ਆਪਣੇ ਦਿਲ ਦਾ ਹਾਲ ਦੱਸਿਆ ਤਾਂ ਉਹ ਬਹੁਤ ਖੁਸ਼ ਹੋਈ ਤੇ ਕਹਿਣ ਲੱਗੀ, ਚਲੋ ਵਧੀਆ ਹੋਇਆ, ਨਹੀਂ ਤਾਂ ਲੋਕਾਂ ਮਿਹਣੇ ਮਾਰਨੇ ਸਨ ਕਿ ਚੰਗੀ ਪੜ੍ਹੀ ਲਿਖੀ ਦੀ ਮੱਤ ਮਾਰੀ ਗਈ ਸੀ ਜੋ ਘੱਟ ਪੜ੍ਹੇ ਦਾ ਹੱਥ ਫੜ ਲਿਆ। ਮੈਨੂੰ ਉਹਦੀ ਇਸ ਸ਼ਰਾਰਤ ਭਰੀ ਗੱਲ 'ਚ ਛੁਪੀ ਸੱਚਾਈ ਬਾਰੇ ਪੂਰਾ ਗਿਆਨ ਸੀ। ਇਸ ਤੋਂ 3 ਮਹੀਨੇ ਬਾਅਦ ਹੀ ਮੇਰੇ ਕੇਸ ਦਾ ਫੈਸਲਾ ਹੋ ਗਿਆ। ਕੇਸ ਦੇ ਫੈਸਲੇ ਵਾਲੇ ਦਿਨ 15 ਅਕਤੂਬਰ 1999 ਅਸੀਂ ਸਵੇਰੇ 10 ਵਜੇ ਅਦਾਲਤ ਪੁੱਜੇ। ਕੋਰਟ ਰੂਮ ਖਚਾ ਖਚ ਭਰਿਆ ਸੀ। ਸਾਡੇ ਵਕੀਲਾਂ ਦੇ ਜੂਨੀਅਰ ਅੱਗੇ ਵਾਲੀਆਂ ਕੁਰਸੀਆਂ ਤੇ ਖਾਮੋਸ਼ੀ ਨਾਲ ਬੈਠੇ ਸਨ। ਮੈਨੂੰ ਹੁਣ ਤੱਕ ਕਾਨੂੰਨੀ ਦਾਅ ਪੇਚਾਂ ਦਾ ਕਾਫੀ ਤਜਰਬਾ ਹੋ ਚੁੱਕਾ ਸੀ ਤੇ ਮੈਂ ਆਪਣੇ ਵਕੀਲਾਂ ਦੀ ਗੈਰ ਮੌਜੂਦਗੀ ਦਾ ਮਤਲਬ ਚੰਗੀ ਤਰ੍ਹਾਂ ਸਮਝਦਾ ਸਾਂ। ਜਦੋਂ ਜੱਜ ਸਾਹਿਬ ਨੇ ਸ਼ਾਮੀ 4 ਵਜੇ ਫੈਸਲਾ ਦੇਣ ਦਾ ਸਮਾਂ ਦਿੱਤਾ ਤਾਂ ਮੈਂ ਪੂਰੀ ਤਰ੍ਹਾਂ ਸਮਝ ਗਿਆ ਕਿ ਕੀ ਫੈਸਲਾ ਹੋਣ ਵਾਲਾ ਹੈ। ਮੇਰੇ ਮਨ 'ਚ ਇੱਕ ਅਜੀਬ ਕਿਸਮ ਦੀ ਸਥਿਰਤਾ ਤੇ ਠਹਿਰਾਅ ਆ ਚੁੱਕਾ ਸੀ, ਪਰ ਬਾਕੀ ਸਾਰੇ ਜਣੇ ਪੂਰੀ ਤਰ੍ਹਾਂ ਬੇਚੈਨ ਸਨ। ਜੋਗੀ ਤੇ ਰਣਦੀਪ ਦੇ ਪਿਤਾ ਦੀ ਦੁਚਿੱਤੀ 'ਚ ਫਸੇ ਅੰਦਾਜ਼ੇ ਲਗਾ ਰਹੇ ਸਨ ਕਿ ਫੈਸਲਾ ਕੀ ਹੋਏਗਾ। ਲੀਲੂ ਚਾਚੇ ਦੇ ਬਜ਼ੁਰਗ ਪਿਤਾ ਘਬਰਾਹਟ ਕਾਰਨ ਬਾਰ-ਬਾਰ ਪਾਣੀ ਪੀ ਰਹੇ ਸਨ। ਰਮਾਕਾਂਤ ਦੇ ਪਿਤਾ ਆਪਣੇ ਸਾਲੇ ਨਾਲ ਬੈਠੇ ਆਪਣੇ ਹੀ ਮਨ ਨੂੰ ਦਿਲਾਸਾ ਦੇਈ ਜਾ ਰਹੇ ਸਨ। ਮੇਰੇ ਪਿਤਾ ਜੀ ਨੇ ਪੂਰੇ ਹੌਸਲੇ ਤੋਂ ਕੰਮ ਲੈਂਦਿਆਂ ਮੇਰੀ ਪਿੱਠ ਥਪਥਪਾਈ ਤੇ ਅਖਬਾਰ ਪੜ੍ਹਨ 'ਚ ਮਸ਼ਗੂਲ ਹੋ ਗਏ। ਮੈਂ ਪਰਮਾਤਮਾ ਕੋਲੋਂ ਅੰਕਲ ਤੇ ਲੀਲੂ ਚਾਚੇ ਦੇ ਬਚਾਅ ਲਈ ਅਰਦਾਸ ਕਰ ਰਿਹਾ ਸਾਂ। ਜਦੋਂ ਲੰਚ ਟਾਈਮ ਹੋਇਆ ਤਾਂ ਮੈਂ ਰਣਦੀਪ ਨੂੰ ਕਿਹਾ, ਆਪਾਂ ਗੋਪਾਲ ਸਵੀਟਸ ਜਾ ਕੇ ਕੁਝ ਖਾ ਆਈਏ। ਰਣਦੀਪ ਨੇ ਖਿਝ ਕੇ ਜਵਾਬ ਦਿੱਤਾ, ਯਾਰ ਮੇਰੀ ਜਾਨ ਸੂਲੀ ਤੇ ਅਟਕੀ ਪਈ ਹੈ, ਤੈਨੂੰ ਖਾਣ ਪੀਣ ਦੀ ਲੱਗੀ ਹੋਈ ਹੈ। ਮੈਂ ਉਹਨੂੰ ਕਿਹਾ ਕਿ ਫਿਰ ਪਤਾ ਨਹੀਂ ਕਦੋਂ ਮਠਿਆਈ ਖਾਣਾ ਨਸੀਬ ਹੋਵੇ, ਇਸ ਲਈ ਮੈਂ ਮਨ ਦੀ ਕੋਈ ਵੀ ਇੱਛਾ ਅਧੂਰੀ ਨਹੀਂ ਰਹਿਣ ਦੇਣਾ ਚਾਹੁੰਦਾ। ਉਹ ਬੇਮਨ ਨਾਲ ਮੇਰੇ ਨਾਲ ਤੁਰ ਪਿਆ ਤੇ ਕੁਝ ਕੁ ਮਿੰਟਾਂ ਬਾਅਦ ਅਸੀਂ ਗੋਪਾਲ ਸਵੀਟਸ ਪਹੁੰਚ ਗਏ। ਮੈਂ ਕਾਊਂਟਰ ਉੱਪਰ ਜਾ ਕੇ 2 ਪਲੇਟ ਰਸ ਮਲਾਈ ਦਾ ਆਰਡਰ ਕਰ ਆਇਆ। ਥੋੜ੍ਹੀ ਦੇਰ ਬਾਅਦ ਸਾਡਾ ਆਰਡਰ ਆ ਗਿਆ ਤੇ ਅਸੀਂ ਰਸ ਮਲਾਈ ਖਾਣ ਲੱਗੇ। ਅੱਜ ਮੈਨੂੰ ਰਸ ਮਲਾਈ ਕੁਝ ਜ਼ਿਆਦਾ ਹੀ ਸਵਾਦ ਲੱਗ ਰਹੀ ਸੀ, ਪਰ ਰਣਦੀਪ ਦੇ ਚਿਹਰੇ ਦਾ ਪਸੀਨਾ ਦੱਸ ਰਿਹਾ ਸੀ ਕਿ ਅੱਜ ਉਹਨੂੰ ਰਸ ਮਲਾਈ ਜ਼ਹਿਰ ਜਾਪ ਰਹੀ ਸੀ। ਮੇਰਾ ਹਾਸਾ ਨਿਕਲ ਗਿਆ। ਉਹਨੇ ਮੈਨੂੰ ਘੂਰਦਿਆਂ ਸਵਾਲ ਕੀਤਾ, ਯਾਰ ਤੂੰ ਕਿੱਦਾਂ ਦਾ ਬੰਦਾ? ਅੱਜ ਸਾਡੀ ਜ਼ਿੰਦਗੀ ਦਾ ਫੈਸਲਾ ਹੋਣ ਵਾਲਾ ਹੈ ਤੇ ਤੂੰ ਬਿਲਕੁਲ ਵੀ ਗੰਭੀਰ ਨਹੀਂ ਲੱਗ ਰਿਹਾ। ਮੈਂ ਉਹਦੇ ਵਾਲਾਂ 'ਚ ਪਿਆਰ ਨਾਲ ਹੱਥ ਫੇਰਦਿਆਂ ਕਿਹਾ, ਰਣਦੀਪ, ਕੀ ਸਾਡੇ ਫਿਕਰ ਕਰਨ ਨਾਲ ਜੱਜ ਸਾਹਿਬ ਦਾ ਫੈਸਲਾ ਬਦਲ ਜਾਊ? ਲਗਭਗ ਅੱਧੇ ਘੰਟੇ ਬਾਅਦ ਅਸੀਂ ਵਾਪਸ ਕਚਹਿਰੀ ਪੁੱਜੇ। 4 ਵਜਣ 'ਚ 5 ਮਿੰਟ ਤੇ ਸਾਨੂੰ ਅਰਦਲੀ ਦੀ ਆਵਾਜ਼ ਸੁਣਾਈ ਦਿੱਤੀ। ਅਸੀਂ ਸਾਰੇ ਕੋਰਟ ਰੂਮ 'ਚ ਦਾਖਲ ਹੋ ਗਏ। ਜੱਜ ਸਾਹਿਬ ਨੇ ਆਪਣੀ ਐਨਕ ਦੇ ਉੱਪਰੋਂ ਦੀ ਸਾਡੇ ਵੱਲ ਹਲਕੀ ਜਿਹੀ ਝਾਤ ਮਾਰੀ ਤੇ ਕਿਹਾ, ਰਮਾਕਾਂਤ ਤੇ ਮਨਦੀਪ ਕਤਲ ਦੇ ਦੋਸ਼ੀ ਪਾਏ ਗਏ। ਉਹਨਾਂ ਨੂੰ ਉਮਰ ਕੈਦ ਤੇ ਬਾਕੀ ਸਭ ਬਰੀ। ਰਮਾਕਾਂਤ ਤੇ ਉਹਦੇ ਪਿਤਾ ਦੀਆਂ ਅੱਖਾਂ 'ਚ ਹੰਝੂ ਵਹਿ ਤੁਰੇ, ਪਰ ਮੈਂ ਤੇ ਪਿਤਾ ਜੀ ਹੌਸਲੇ ਨਾਲ ਖਾਮੋਸ਼ ਹੀ ਖੜੇ ਸਾਂ। ਮੈਂ ਇਹ ਸੋਚ ਰਿਹਾ ਸੀ ਕਿ ਕਿਧਰੇ ਪਿਤਾ ਜੀ ਹੌਸਲਾ ਨਾ ਛੱਡ ਜਾਣ ਤੇ ਸ਼ਾਇਦ ਪਿਤਾ ਜੀ ਇਹ ਸੋਚ ਰਹੇ ਸਨ ਕਿ ਕਿਧਰੇ ਮੈਂ ਹੌਸਲਾ ਨਾ ਛੱਡ ਜਾਵਾਂ। ਵੈਸੇ ਆਮ ਹਾਲਾਤਾਂ ਵਿੱਚ ਮੈਂ ਤੇ ਪਿਤਾ ਜੀ ਦੋਵੇਂ ਹੀ ਇੰਨੇ ਹੌਸਲੇ ਵਾਲੇ ਨਹੀਂ ਸਾਂ, ਪਰ ਪਤਾ ਨਹੀਂ ਇਸ ਘੜੀ ਪਰਮਾਤਮਾ ਨੇ ਸਾਨੂੰ ਇੰਨਾ ਹੌਸਲਾ ਕਿੱਥੋਂ ਬਖਸ਼ ਦਿੱਤਾ ਸੀ। ਸ਼ਾਇਦ ਅਸੀਂ ਦੋਹਾਂ ਨੇ ਇਸ ਫੈਸਲੇ ਨੂੰ ਰੱਬ ਦਾ ਭਾਣਾ ਮੰਨ ਕੇ ਸਿਰ ਮੱਥੇ ਲਾਇਆ ਸੀ ਤੇ ਇਸੇ ਕਾਰਨ ਪਰਮਾਤਮਾ ਨੇ ਸਾਨੂੰ ਅੱਜ ਵੀ ਕੁਝ ਨਾ ਕੁਝ ਬਿਹਤਰ ਹੀ ਬਖਸ਼ਿਆ। ਕੁਝ ਦੇਰ ਬਾਅਦ ਜੱਜ ਸਾਹਿਬ ਦੇ ਰੀਡਰ ਨੇ ਮੇਰੇ ਤੇ ਰਮਾਕਾਂਤ ਦੇ ਦਸਖਤ ਕਰਾ ਕੇ ਜੱਜਮੈਂਟ ਦੀ ਕਾਪੀ ਸਾਡੇ ਹਵਾਲੇ ਕਰ ਦਿੱਤੀ ਤੇ ਪੁਲਿਸ ਮੁਲਾਜ਼ਮਾਂ ਨੇ ਸਾਡੇ ਹੱਥਕੜੀਆਂ ਲਗਾ ਕੇ ਜੇਲ੍ਹ ਲੈ ਜਾਣ ਵਾਲੀ ਪੁਲਿਸ ਵੈਨ 'ਚ ਬਿਠਾ ਲਿਆ। ਸਾਨੂੰ ਜੇਲ੍ਹ ਲੈ ਜਾਣ ਵਾਲੀ ਪੁਲਿਸ ਪਾਰਟੀ ਦਾ ਇੰਚਾਰਜ ASI ਇੱਕ 30-32 ਸਾਲਾਂ ਦਾ ਨੌਜਵਾਨ ਲੜਕਾ ਸੀ। ਉਹ ਬਹੁਤ ਹੀ ਭਲਾ ਮਾਨਸ ਜਾਪਦਾ ਸੀ। ਉਹਨੇ ਸਾਡੇ ਨਾਲ ਪੂਰੀ ਹਮਦਰਦੀ ਜਤਾਉਂਦਿਆਂ ਸਾਨੂੰ ਇੱਕ ਨੇਕ ਸਲਾਹ ਦਿੱਤੀ ਤੇ ਕਿਹਾ, ਦੇਖੋ ਵੀਰੋ, ਤੁਹਾਨੂੰ ਕਤਲ ਦੇ ਕੇਸ 'ਚ ਸਜ਼ਾ ਹੋਈ ਹੈ ਤੇ ਤੁਹਾਨੂੰ ਰਿਹਾ ਹੋਣ ਲਈ ਘੱਟੋ ਘੱਟ 7-8 ਸਾਲ ਲੱਗ ਜਾਣਗੇ। ਤੁਸੀਂ ਇਸ ਸਮੇਂ ਨੂੰ ਵਿਅਰਥ ਨਾ ਗਵਾਇਓ ਤੇ ਇਹਦਾ ਸਦਉਪਯੋਗ ਕਰਿਓ। ਜੇ ਤੁਸੀਂ ਮਨ 'ਚ ਪੱਕੀ ਤਰ੍ਹਾਂ ਧਾਰ ਲਓ ਤਾਂ ਇਸ ਸਮੇਂ ਦੌਰਾਨ ਪੂਰਾ ਅਭਿਆਸ ਕਰਕੇ ਚੰਗੇ ਗਾਇਕ ਜਾਂ ਸੰਗੀਤਕਾਰ ਵੀ ਬਣ ਸਕਦੇ ਹੋ। ਉਹ ਨੌਜਵਾਨ ASI ਮੈਨੂੰ ਕੋਈ ਰੱਬੀ ਰੂਹ ਜਾਪ ਰਿਹਾ ਸੀ। ਮੈਂ ਉਸ ਵੱਲ ਵੇਖਦਿਆਂ ਪੂਰੇ ਆਦਰ ਨਾਲ ਕਿਹਾ, ਸਰ, ਅਸੀਂ ਤੁਹਾਡੀ ਸਲਾਹ ਉੱਪਰ ਅਮਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਥੋੜ੍ਹੀ ਦੇਰ ਬਾਅਦ ਮੈਨੂੰ ਜੇਲ੍ਹ ਦਾ ਉਹ ਵਿਸ਼ਾਲ ਗੇਟ ਨਜ਼ਰ ਆਉਣ ਲੱਗਾ ਜਿਹਨੂੰ ਮੈਂ ਲਗਭਗ 4 ਸਾਲ ਪਹਿਲਾਂ ਜ਼ਮਾਨਤ 'ਤੇ ਜਾਣ ਲੱਗਿਆਂ ਆਖਰੀ ਵਾਰ ਵੇਖਿਆ ਸੀ। ਜੇਲ੍ਹ ਦੇ ਡਿਊਟੀ ਦਰਬਾਨ ਨੇ ਪੁਲਿਸ ਗਾਰਦ ਨੂੰ ਵੇਖ ਕੇ ਗੇਟ ਖੋਲ੍ਹ ਦਿੱਤਾ ਤੇ ਅਸੀਂ ਅੰਦਰ ਦਾਖਲ ਹੋ ਗਏ। ਅੰਗ ਚੌਥਾ। ਜੇਲ੍ਹ ਦਾ ਡਿਊਟੀ ਦਰਬਾਨ ਪੁਲਿਸ ਵਾਲਿਆਂ ਕੋਲੋਂ ਪੁੱਛ ਕੇ ਸਾਡੇ ਨਾਮ ਦੀ ਆਮਦ ਲਿਖ ਰਿਹਾ ਸੀ, ਪਰ ਮੇਰਾ ਧਿਆਨ ਉਸ ਨੌਜਵਾਨ ASI ਦੀ ਸਲਾਹ ਨੂੰ ਅਮਲ 'ਚ ਲਿਆਉਣ ਦੀ ਯੋਜਨਾ ਬਣਾਉਣ ਵੱਲ ਲੱਗਾ ਹੋਇਆ ਸੀ।
BA 1 ਦੀ ਦਾਖਲਾ ਫੀਸ ਮੈਂ ਅਗਸਤ 'ਚ ਭਰੀ ਚੁੱਕਾ ਸੀ ਤੇ ਇਹ ਅਕਤੂਬਰ ਦਾ ਮਹੀਨਾ ਸੀ ਤੇ ਪ੍ਰੀਖਿਆ ਫੀਸ ਭਰਨ ਦੀ ਆਖਰੀ ਤਾਰੀਖ ਬਿਲਕੁਲ ਨੇੜੇ ਸੀ। ਮੈਂ ਖਿਆਲਾਂ 'ਚ ਖੋਇਆ ਜੇਲ੍ਹ ਦੇ ਗੇਟ ਨੂੰ ਪਾਰ ਕਰਕੇ ਅੰਦਰ ਵੱਲ ਵਧਣ ਲੱਗਾ। ਪਹਿਲਾਂ ਅੰਦਰ ਸਮਾਂ ਬਿਤਾਉਣ ਕਾਰਨ ਮੈਂ ਜੇਲ੍ਹ ਦੇ ਕਾਰ ਵਿਹਾਰ ਤੋਂ ਪੂਰਾ ਵਾਕਫ ਸਾਂ। ਸੈਂਟਰਲ ਟਾਵਰ ਵਿਖੇ ਨਾਮ ਲਿਖਾਉਣ ਤੋਂ ਬਾਅਦ ਅਸੀਂ ਮੁਲਾਜ਼ਾ ਬੈਰਕ 'ਚ ਆ ਪਹੁੰਚੇ। ਰਮਾਕਾਂਤ ਮੇਰਾ ਜ਼ਰੂਰਤ ਤੋਂ ਵੱਧ ਖਿਆਲ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਸ਼ਾਇਦ ਉਹਨੂੰ ਇਹ ਜਾਪ ਰਿਹਾ ਸੀ ਕਿ ਮੈਨੂੰ ਦੁਬਾਰਾ ਜੇਲ੍ਹ 'ਚ ਆਉਣ ਕਾਰਨ ਕਾਫੀ ਝਟਕਾ ਲੱਗਾ ਹੋਏਗਾ, ਪਰ ਮੇਰੀ ਸਥਿਤੀ ਅਜਿਹੀ ਨਹੀਂ ਸੀ ਤੇ ਜ਼ਮਾਨਤ ਦੇ ਸਮੇਂ ਦੌਰਾਨ ਹੀ ਮੈਂ ਖੁਦ ਨੂੰ ਜ਼ਿੰਦਗੀ ਦਾ ਕੋਈ ਵੀ ਥਪੇੜਾ ਝੱਲ ਸਕਣ ਦੇ ਕਾਬਲ ਬਣਾ ਚੁੱਕਾ ਸੀ। ਜੇ ਮੈਨੂੰ ਇਸ ਸਮੇਂ ਕਿਸੇ ਦੀ ਫਿਕਰ ਹੋ ਰਹੀ ਸੀ ਤਾਂ ਉਹ ਮੇਰੇ ਮਾਤਾ ਜੀ ਤੇ ਪ੍ਰੇਮਿਕਾ ਦੀ ਸੀ। ਰਮਾਕਾਂਤ ਦਾ ਇੱਕ ਦੋਸਤ ਸਾਡੇ ਲਈ ਰਾਤ ਦਾ ਖਾਣਾ ਦੇ ਗਿਆ। ਅਸੀਂ ਰਾਤ 9 ਵਜੇ ਖਾਣਾ ਖਾਧਾ ਤੇ ਕੁਝ ਦੇਰ ਆਪਸ 'ਚ ਗੱਲਾਂ ਕਰਦੇ ਰਹੇ। ਰਮਾਕਾਂਤ ਬੋਲਿਆ, ਯਾਰ ਮੇਰੇ ਕਾਰਨ ਤੇਰੀ ਵੀ ਜ਼ਿੰਦਗੀ ਖਰਾਬ ਹੋ ਗਈ। ਇਹ ਕਹਿ ਕੇ ਉਹਦੀਆਂ ਅੱਖਾਂ ਭਰ ਆਈਆਂ। ਮੈਂ ਉਹਨੂੰ ਦਿਲਾਸਾ ਦਿੰਦਿਆਂ ਕਿਹਾ, ਚਲੋ ਕੋਈ ਗੱਲ ਨਹੀਂ, ਪਰ ਫਿਰ ਵੀ ਪਰਮਾਤਮਾ ਨੇ ਸਾਡੀ ਇੰਨੀ ਤਾਂ ਸੁਣੀ ਕਿ ਅੰਕਲ ਹੋਰੀ ਛੁੱਟ ਗਏ। ਜੇ ਉਹਨਾਂ ਨਾਲ ਕੋਈ 19-21 ਹੋ ਜਾਂਦੀ ਤਾਂ ਤੁਹਾਡਾ ਸਾਰਾ ਪਰਿਵਾਰ ਰੁਲ ਜਾਣਾ ਸੀ। ਹੁਣ ਉਹ ਹਾਈ ਕੋਰਟ ਜਾ ਕੇ ਸਾਡੇ ਲਈ ਕੁਝ ਨਾ ਕੁਝ ਤਾਂ ਜ਼ਰੂਰ ਕਰਨਗੇ ਤੇ ਅਸੀਂ ਜਲਦੀ ਇੱਥੋਂ ਬਾਹਰ ਚਲੇ ਜਾਵਾਂਗੇ। ਗੱਲਾਂ ਕਰਦੇ ਕਰਦੇ ਕੁਝ ਦੇਰ ਬਾਅਦ ਸਾਨੂੰ ਨੀਂਦ ਆ ਗਈ। ਅਸੀਂ ਸਵੇਰੇ 7 ਵਜੇ ਉੱਠ ਗਏ ਤੇ ਨਹਾ ਧੋ ਕੇ ਤਿਆਰ ਹੋ ਗਏ। ਚਾਹ ਪੀ ਕੇ ਅਸੀਂ ਮੁਲਾਜ਼ਾ ਕਰਾਉਣ ਲਈ ਜਾ ਪਹੁੰਚੇ ਤੇ ਥੋੜ੍ਹੀ ਦੇਰ ਬਾਅਦ ਹੀ ਸੁਪਰਡੈਂਟ ਆਪਣੇ ਸਹਾਇਕ ਅਫਸਰਾਂ ਸਮੇਤ ਮੁਲਾਜ਼ਾ ਕਰਨ ਲਈ ਪਹੁੰਚ ਗਏ। ਰਮਾਕਾਂਤ ਨੇ ਮੈਨੂੰ ਦੱਸਿਆ ਕਿ ਸੁਪਰਡੈਂਟ ਸਾਹਿਬ ਦਾ ਨਾਮ ਸਰਦਾਰ ਗੁਰਸ਼ਰਨ ਸਿੰਘ ਸਿੱਧੂ ਹੈ। ਸਾਡਾ ਮੁਲਾਜ਼ਾ ਹੋ ਗਿਆ ਤੇ ਸਾਨੂੰ ਰਹਿਣ ਲਈ ਕੈਦੀ ਅਹਾਤੇ ਵਿਖੇ 91 ਨੰਬਰ ਸੈੱਲ ਮਿਲ ਗਿਆ। ਅਗਲੇ ਦਿਨ ਐਤਵਾਰ ਸੀ ਤੇ ਰਮਾਕਾਂਤ ਮੈਨੂੰ ਕ੍ਰਿਕਟ ਖਿਡਾਉਣ ਲਈ ਗਰਾਊਂਡ ਲੈ ਗਿਆ। ਉੱਥੇ ਮੈਂ ਵੇਖਿਆ ਕਿ ਸਿੱਧੂ ਸਾਹਿਬ ਬੋਲਿੰਗ ਕਰਵਾ ਰਹੇ ਸਨ ਤੇ ਇੱਕ ਹੋਰ ਅਫਸਰ ਵੀ ਬੰਦੀਆਂ ਨਾਲ ਕ੍ਰਿਕਟ ਖੇਡ ਰਿਹਾ ਸੀ। ਮੈਂ ਇੱਕ ਖਿਡਾਰੀ ਨੂੰ ਆਪਣੀ ਖੇਡਣ ਦੀ ਇੱਛਾ ਜ਼ਾਹਰ ਕੀਤੀ ਤਾਂ ਉਹਨੇ ਹੋਰ ਖਿਡਾਰੀਆਂ ਨਾਲ ਗੱਲ ਕਰਕੇ ਮੈਨੂੰ ਖੇਡ 'ਚ ਸ਼ਾਮਲ ਕਰ ਲਿਆ। ਖੇਡ ਦੌਰਾਨ ਮੈਂ 16 ਦੌੜਾਂ ਬਣਾਈਆਂ ਤੇ ਸਿੱਧੂ ਸਾਹਿਬ ਨੇ ਮੈਨੂੰ ਹਰ ਐਤਵਾਰ ਖੇਡਣ ਲਈ ਆਉਣ ਦਾ ਸੱਦਾ ਦਿੱਤਾ। ਦੋਸਤੋ, ਉਸ ਦਿਨ ਤੋਂ ਮੈਂ ਜੇਲ੍ਹ ਅੰਦਰ ਲਗਾਤਾਰ ਕ੍ਰਿਕਟ ਖੇਡ ਰਿਹਾ ਤੇ ਇਸ ਸਮੇਂ ਆਪਣੀ ਟੀਮ ਦਾ ਮਾਨਸਿਕ ਸਲਾਹਕਾਰ ਤੇ ਪਿਚ ਕਿਊਰੇਟਰ ਹਾਂ। ਸੋਮਵਾਰ ਸਵੇਰੇ ਮਾਤਾ ਜੀ ਮੇਰੀ ਮੁਲਾਕਾਤ ਕਰਨ ਲਈ ਆਏ। ਮੇਰੇ ਮਾਤਾ ਜੀ ਬਹੁਤ ਦਲੇਰ ਤੇ ਹੌਸਲੇ ਵਾਲੇ ਹਨ। ਉਹਨਾਂ ਨੇ ਹਰ ਮੁਸ਼ਕਲ ਹਾਲਾਤ 'ਚ ਸਾਡੇ ਪਰਿਵਾਰ ਨੂੰ ਸੰਭਾਲਿਆ ਤੇ ਸਾਨੂੰ ਹਰ ਮੁਸ਼ਕਲ ਦਾ ਡਟ ਕੇ ਸਾਹਮਣਾ ਕਰਨ ਦੀ ਪ੍ਰੇਰਨਾ ਦਿੱਤੀ। ਮੈਨੂੰ ਅੱਜ ਵੀ ਯਾਦ ਹੈ ਜਦੋਂ ਇੱਕ ਵਾਰੀ ਸਾਡੇ ਘਰ ਇੱਕ ਵੱਡਾ ਕਾਲਾ ਸੱਪ ਨਿਕਲ ਆਇਆ ਸੀ ਤਾਂ ਸਾਡਾ ਸਾਰਾ ਪਰਿਵਾਰ ਇਹ ਤੋਂ ਡਰ ਕੇ ਮੰਜਿਆਂ ਤੇ ਚੜ ਗਿਆ ਸੀ। ਉਸ ਸਮੇਂ ਮਾਤਾ ਜੀ ਨੇ ਪੂਰੀ ਦਲੇਰੀ ਤੋਂ ਕੰਬ ਲੈਂਦਿਆਂ 2 ਡਾਂਗਾਂ ਚੁੱਕ ਲਿਆਂਦੀਆਂ ਤੇ ਮੇਰੇ ਪਿੱਠ ਥਾਪੜਦਿਆਂ ਕਿਹਾ, ਚੱਲ ਪੁੱਤ ਤੂੰ ਇਹਦੀ ਪੂਛ ਦੱਬ ਕੇ ਰੱਖ, ਮੈਂ ਕੁੱਟਦੀ ਆਂ ਇਸ ਚੰਦਰੇ ਦਾ ਸਿਰ। ਤੇ ਮੈਂ ਤੇ ਮਾਤਾ ਜੀ ਨੇ ਬੜੀ ਹਿੰਮਤ ਨਾਲ ਇਸ ਸੱਪ ਨੂੰ ਮਾਰਿਆ ਸੀ। ਮੈਂ ਮੁਲਾਕਾਤ ਕਰਨ ਲਈ ਮੁਲਾਕਾਤ ਕਮਰੇ 'ਚ ਪੁੱਜਾ ਤੇ ਜਾਂਦਿਆਂ ਹੀ ਮਾਤਾ ਜੀ ਨੂੰ ਮੱਥਾ ਟੇਕਿਆ। ਉਹਨਾਂ ਨੇ ਬੜੇ ਪਿਆਰ ਨਾਲ ਸਲਾਖਾਂ ਵਿੱਚੋਂ ਮੇਰੀਆਂ ਉਂਗਲਾਂ ਚੁੰਮੀਆਂ। ਮੇਰੀ ਰੂਹ ਨੂੰ ਬਹੁਤ ਸਕੂਨ ਮਿਲਿਆ ਤੇ ਮੇਰਾ ਹੌਸਲਾ ਕਈ ਗੁਣਾ ਵੱਧ ਗਿਆ। ਉਹਨਾਂ ਨੇ ਮੈਨੂੰ ਦੱਸਿਆ ਕਿ ਮੇਰਾ ਵਕੀਲ ਕੇਸ ਵਾਲੀ ਫਾਈਲ ਦੇਣ ਬਦਲੇ 5000 ਰੁਪਏ ਮੰਗਦਾ ਸੀ। ਵਕੀਲ ਨੂੰ ਦਰਅਸੀਸਾਂ ਦਿੰਦਿਆਂ ਉਹਨਾਂ ਕਿਹਾ, ਇੱਕ ਤਾਂ ਸਾਡੇ ਬੱਚੇ ਦੀ ਜ਼ਿੰਦਗੀ ਖਰਾਬ ਹੋ ਗਈ, ਉੱਪਰੋਂ ਮਰ ਜਾਣਾ, ਫਾਈਲ ਦੇ ਵੀ ਪੈਸੇ ਮੰਗ ਰਿਹਾ। ਮੈਂ ਉਹਨਾਂ ਦਾ ਮਾਨਸਿਕ ਤਣਾਅ ਘੱਟ ਕਰਨ ਹਿੱਤ ਕਿਹਾ, ਕੋਈ ਗੱਲ ਨਹੀਂ ਮਾਤਾ ਜੀ, ਸ਼੍ਰੀ ਦੇਸ਼ ਭਗਤਾਂ ਤੇ ਭੀੜਾਂ ਪੈਂਦੀਆਂ ਹੀ ਰਹਿੰਦੀਆਂ ਨੇ। ਉਹ ਮੇਰੀ ਗੱਲ ਸੁਣ ਕੇ ਹੱਸ ਪਏ। ਦੋਸਤੋ, ਮੇਰੇ ਮਾਤਾ ਜੀ ਜਦੋਂ ਹੱਸਦੇ ਹਨ ਤਾਂ ਉਸ ਦੇਵੀ ਵਰਗੇ ਜਾਪਦੇ ਹਨ ਜਿਹਦੀਆਂ ਅੱਖਾਂ ਵਿੱਚੋਂ ਸਾਰੀ ਇਨਸਾਨੀਅਤ ਲਈ ਪਿਆਰ ਤੇ ਦਇਆ ਵਰਦੀ ਹੈ। ਮੈਨੂੰ ਘਰ ਦਾ ਹਾਲ ਚਾਲ ਦੱਸ ਕੇ ਤੇ ਮੇਰਾ ਹਾਲ ਚਾਲ ਪੁੱਛ ਕੇ ਮਾਤਾ ਜੀ ਘਰ ਪਰਤ ਗਏ। ਘਰ ਵਾਲਿਆਂ ਨੇ ਮੇਰੀ ਅਪੀਲ ਹਾਈ ਕੋਰਟ ਵਿੱਚ ਪਾ ਦਿੱਤੀ ਸੀ। ਉਹਨਾਂ ਨੇ ਮੇਰੇ ਕੇਸ ਲਈ ਹਾਈ ਕੋਰਟ ਦਾ ਸਭ ਤੋਂ ਮਹਿੰਗਾ ਵਕੀਲ ਕੀਤਾ ਤੇ ਇਸ ਕੰਮ ਲਈ ਮਾਤਾ ਜੀ ਨੇ ਆਪਣੀਆਂ ਸਾਰੀਆਂ ਟੂਮਾਂ ਗਹਿਣੇ ਰੱਖ ਦਿੱਤੀਆਂ ਸਨ। ਸ਼ਾਮ ਨੂੰ ਮੈਨੂੰ ਦੁਬਾਰਾ ਮੁਲਾਕਾਤ ਲਈ ਬੁਲਾਵਾ ਆ ਗਿਆ। ਜਦੋਂ ਮੈਂ ਮੁਲਾਕਾਤ ਕਮਰੇ 'ਚ ਪੁੱਜਾ ਤਾਂ ਵੇਖਿਆ ਸਾਹਮਣੇ ਮੇਰੀ ਪ੍ਰੇਮਿਕਾ ਖੜੀ ਸੀ ਤੇ ਉਹਦੀਆਂ ਅੱਖਾਂ 'ਚ ਅੱਥਰੂ ਵਗ ਰਹੇ ਸਨ। ਅਸੀਂ ਦੋਵੇਂ ਆਪੋ ਆਪਣੀ ਬੈਂਚ ਤੇ ਬੈਠ ਗਏ। ਥੋੜਾ ਚਿਰ ਪਿੱਛ ਖਾਮੋਸ਼ ਰਹੀ ਤੇ ਆਪਣਾ ਮਨ ਹਲਕਾ ਕਰਨ ਤੋਂ ਬਾਅਦ ਬੋਲੀ, ਤੁਸੀਂ ਜ਼ਰਾ ਵੀ ਫਿਕਰ ਨਾ ਕਰਨਾ, ਮੈਂ ਸਦਾ ਤੁਹਾਡੇ ਨਾਲ ਹਾਂ। ਅਸੀਂ ਕਾਫੀ ਦੇਰ ਗੱਲਾਂ ਕਰਦੇ ਰਹੇ। ਉਹ ਮੈਨੂੰ ਇੰਝ ਹਿਦਾਇਤਾਂ ਦੇ ਰਹੀ ਸੀ ਜਿਵੇਂ ਮੇਰੀ ਦਾਦੀ ਲੱਗਦੀ ਹੋਵੇ। ਵਾਪਸੀ ਤੋਂ ਪਹਿਲਾਂ ਉਹਨੇ ਜੋ ਗੱਲ ਕਹੀ ਉਹ ਮੈਂ ਆਪਣੀ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ, ਕਿਉਂਕਿ ਉਹਦੀ ਇਸ ਗੱਲ ਨੇ ਮੇਰੀ ਜ਼ਿੰਦਗੀ ਦੀ ਦਿਸ਼ਾ ਤੇ ਉਦੇਸ਼ ਦੋਵੇਂ ਹੀ ਬਦਲ ਦਿੱਤੇ ਸਨ। ਉਹਨੇ ਕਿਹਾ, ਇਸ ਦੁਨੀਆ 'ਚ ਸਾਰੇ ਇਨਸਾਨ ਖਾਣ ਪੀਣ, ਪਿਆਰ ਕਰਨ, ਵਿਆਹ ਕਰਾਉਣ, ਬੱਚੇ ਪੈਦਾ ਕਰਨ ਤੇ ਮਰ ਜਾਣ ਲਈ ਪੈਦਾ ਨਹੀਂ ਹੁੰਦੇ। ਕੁਝ ਲੋਕ ਕਿਸੇ ਖਾਸ ਉਦੇਸ਼ ਦੀ ਪੂਰਤੀ ਲਈ ਪੈਦਾ ਹੁੰਦੇ ਹਨ ਤੇ ਇਹ ਉਦੇਸ਼ ਉਹਨਾਂ ਲਈ ਈਸ਼ਵਰ ਦੁਆਰਾ ਤੈਅ ਕੀਤਾ ਜਾਂਦਾ ਹੈ।
ਹੋ ਸਕਦਾ ਹੈ ਈਸ਼ਵਰ ਇਸ ਤਰ੍ਹਾਂ ਹੀ ਤੁਹਾਡੇ ਤੋਂ ਕੋਈ ਉਦੇਸ਼ ਪੂਰਾ ਕਰਾਉਣਾ ਚਾਹੁੰਦਾ ਹੋਵੇ। ਮਹਾਤਮਾ ਗਾਂਧੀ, ਨੈਲਸਨ ਮੰਡੇਲਾ ਤੇ ਕਿਰਨ ਬੇਦੀ ਨੂੰ ਵੀ ਪ੍ਰਭੂ ਨੇ ਅਜਿਹੇ ਉਦੇਸ਼ ਦੀ ਪੂਰਤੀ ਲਈ ਚੁਣਿਆ ਸੀ। ਦੋਸਤੋ, ਉਸ ਘੜੀ ਮੇਰੇ ਅੰਦਰੋਂ ਆਉਂਦੀ ਆਵਾਜ਼ ਨੇ ਉਹਦੀ ਗੱਲ ਦਾ ਪੂਰਾ ਸਮਰਥਨ ਕੀਤਾ ਤੇ ਉਹਦੀ ਕਈ ਇਸ ਗੱਲ ਨੇ ਮੈਨੂੰ ਜ਼ਿੰਦਗੀ 'ਚ ਆਪਣਾ ਉਦੇਸ਼ ਤੈਅ ਕਰਨ ਦੀ ਪ੍ਰੇਰਨਾ ਦਿੱਤੀ। ਨਹੀਂ ਤਾਂ ਹੁਣ ਤੱਕ ਮੈਂ ਇਵੇਂ ਹੀ ਬੇਮਕਸਦ ਜਿਹੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਉਹਨੇ ਮੈਨੂੰ BA ਦੀ ਫੀਸ ਭਰਨ ਲਈ ਕਿਹਾ ਤੇ ਮੈਂ ਉਹਦੀ ਗੱਲ ਮੰਨਦਿਆਂ ਫੀਸ ਭਰ ਕੇ ਪੂਰੇ ਜ਼ੋਰ ਸ਼ੋਰ ਨਾਲ ਪੇਪਰਾਂ ਦੀ ਤਿਆਰੀ ਆਰੰਭ ਕਰਤੀ ਸੀ। ਅਸੀਂ ਸੈੱਲ 'ਚ ਕੁੱਲ 3 ਜਣੇ ਸੀ, ਮੈਂ, ਰਮਾਕਾਂਤ ਤੇ ਪਟੇਲ। ਜਦੋਂ ਮੈਂ ਪੜ੍ਹ ਰਿਹਾ ਹੁੰਦਾ ਤਾਂ ਰਮਾਕਾਂਤ ਕਿਸੇ ਨੂੰ ਵੀ ਬੋਲਣ ਨਹੀਂ ਦਿੰਦਾ ਸੀ ਤੇ ਮੈਨੂੰ ਚਾਹ ਵੀ ਬਣਾ ਕੇ ਪਿਆ ਦਿਆ ਕਰਦਾ ਸੀ। ਉਹ ਮੈਨੂੰ ਕੋਈ ਵੀ ਕੰਮ ਨਹੀਂ ਸੀ ਕਰਨ ਦਿੰਦਾ ਤੇ ਮੇਰੇ ਬਰਤਨ, ਕੱਪੜੇ ਆਦਿ ਸਭ ਖੁਦ ਹੀ ਧੋ ਦਿਆ ਕਰਦਾ ਸੀ। ਉਹਦੇ ਇਸ ਵਤੀਰੇ ਤੋਂ ਮੈਂ ਕਈ ਵਾਰੀ ਬੜਾ ਹੈਰਾਨ ਹੁੰਦਾ ਸਾਂ ਕਿ ਜਿਸ ਵਿਅਕਤੀ ਨੇ ਕਦੇ ਡੱਕਾ ਵੀ ਨਹੀਂ ਸੀ ਤੋੜਿਆ, ਉਹ ਮੇਰੀ ਪੜ੍ਹਾਈ ਦੀ ਖਾਤਰ ਸਾਰਾ ਕੰਮ ਖੁਸ਼ੀ-ਖੁਸ਼ੀ ਕਰ ਰਿਹਾ ਸੀ। ਰਮਾਕਾਂਤ ਦੀ ਮਿਹਨਤ ਰੰਗ ਲਿਆਈ ਤੇ ਮੈਂ 58% ਅੰਕ ਪ੍ਰਾਪਤ ਕਰਕੇ BA ਪਾਰਟ 1 ਪਾਸ ਕਰ ਲਈ। ਮੈਂ ਤੇ ਰਮਾਕਾਂਤ ਦੋਵੇਂ ਸੰਗੀਤ ਦੇ ਬਹੁਤ ਪ੍ਰੇਮੀ ਸਾਂ। ਸਾਡਾ ਰੇਡੀਓ ਸਾਰਾ ਦਿਨ ਚੱਲਦਾ ਰਹਿੰਦਾ ਸੀ। ਰਾਤ ਵੇਲੇ ਅਸੀਂ ਸੰਗੀਤ ਸੁਣਦੇ ਤੇ ਨਾਲ ਹੀ ਆਪਣੇ ਬਚਪਨ ਦੀਆਂ ਗੱਲਾਂ ਇੱਕ ਦੂਜੇ ਨੂੰ ਸੁਣਾਉਂਦੇ ਰਹਿੰਦੇ। ਦੋਸਤੋ, ਸਿਰਫ ਇੱਕ ਬਚਪਨ ਹੀ ਤਾਂ ਹੈ ਜੋ ਇਨਸਾਨ ਦੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦੌਰ ਹੁੰਦਾ ਹੈ ਤੇ ਜੇ ਜੇਲ੍ਹ 'ਚ ਬੰਦ ਦੋ ਕੈਦੀ ਕਿਸੇ ਸਭ ਤੋਂ ਖੂਬਸੂਰਤ ਚੀਜ਼ ਬਾਰੇ ਗੱਲ ਕਰਨਾ ਚਾਹੁਣ ਤਾਂ ਬਚਪਨ ਤੋਂ ਇਲਾਵਾ ਹੋਰ ਕੋਈ ਨਹੀਂ ਹੋ ਸਕਦੀ। ਕਈ ਵਾਰੀ ਅਸੀਂ ਇੱਕ ਦੂਜੇ ਦੀ ਆਵਾਜ਼ ਨਾਲ ਆਵਾਜ਼ ਰਲਾ ਕੇ ਫਿਲਮਾਂ ਦੇ ਗਾਣੇ ਗਾਉਣ ਲੱਗ ਪੈਂਦੇ। ਮੈਂ ਅਕਸਰ ਜੇਲ੍ਹ ਦੀ B ਕਲਾਸ ਬੈਰਕ 'ਚ ਜਾਂਦਾ ਰਹਿੰਦਾ ਸੀ। ਉੱਥੇ ਰਹਿੰਦੇ ਕੁਝ ਬੰਦੇ ਮੈਨੂੰ ਬਹੁਤ ਹੀ ਚੰਗੇ ਲੱਗਦੇ ਸਨ। ਇਹਨਾਂ 'ਚੋਂ ਸਭ ਤੋਂ ਚੰਗੇ ਲਾਡੀ ਭਾਜੀ ਲੱਗਦੇ ਸਨ ਤੇ ਪਰਮਾਤਮਾ ਅੱਗੇ ਦੁਆ ਕਰਿਆ ਕਰਦਾ ਸਾਂ ਕਿ ਹੇ ਪਰਮਾਤਮਾ, ਕਾਸ਼ ਮੇਰਾ ਸੁਭਾਅ ਬਿਲਕੁਲ ਉਹਨਾਂ ਵਰਗਾ ਬਣ ਜਾਏ। ਉਹਨਾਂ ਦੀ ਉਮਰ 36 ਸਾਲ ਸੀ। ਉਹ ਇੰਜੀਨੀਅਰਿੰਗ ਗ੍ਰੈਜੂਏਟ ਸਨ ਤੇ ਜੇਲ੍ਹ ਅੰਦਰ ਰਹਿ ਕੇ MBA ਕਰ ਰਹੇ ਸਨ। ਉਹਨਾਂ ਦੀ ਹਰ ਗੱਲ ਤੇ ਹਰ ਅੰਦਾਜ਼ ਮੇਰੇ ਮਨ ਨੂੰ ਭਾਉਂਦਾ ਸੀ। ਉਹਨਾਂ ਨੂੰ ਵੇਖਦੇ ਹੀ ਹਮੇਸ਼ਾ ਮੇਰਾ ਮਨ ਆਦਰ ਨਾਲ ਭਰ ਜਾਂਦਾ ਸੀ। ਉਹਨਾਂ ਕੋਲ ਆਉਣ ਜਾਣ ਸ਼ੁਰੂ ਹੋਣ ਤੋਂ 2 ਕੁ ਮਹੀਨੇ ਬਾਅਦ ਮੈਂ ਮਨ ਹੀ ਮਨ ਉਹਨਾਂ ਨੂੰ ਆਪਣਾ ਗੁਰੂ ਧਾਰ ਲਿਆ। ਉਹ ਜੇਲ੍ਹ ਅੰਦਰ ਹੋਣ ਵਾਲੀ ਹਰ ਚੰਗੀ ਗਤੀਵਿਧੀ 'ਚ ਭਾਗ ਜ਼ਰੂਰ ਲੈਂਦੇ ਸਨ, ਭਾਵੇਂ ਗੁਰੂ ਘਰ ਵਿਖੇ ਲੰਗਰ ਦੀ ਸੇਵਾ ਹੋਵੇ, ਭਾਵੇਂ ਕਿਸੇ ਜ਼ਰੂਰਤਮੰਦ ਬੰਦੇ ਨੂੰ ਮਾਲੀ ਇਮਦਾਦ ਦੇਣ ਦੀ ਗੱਲ ਹੋਵੇ, ਭਾਵੇਂ ਕ੍ਰਿਕਟ ਟੀਮ ਲਈ ਜ਼ਰੂਰੀ ਸਮਾਨ ਮੰਗਵਾਉਣਾ ਹੋਵੇ, ਭਾਵੇਂ ਹੋਰ ਬੰਦੀਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕਰਨਾ ਹੋਵੇ ਤੇ ਭਾਵੇਂ ਜੇਲ੍ਹ ਪ੍ਰਸ਼ਾਸਨ ਲਈ ਲਿਖਤ ਪੜ੍ਹਤ ਦਾ ਕੰਮ ਕਰਨਾ ਹੋਵੇ। ਉਹ ਹਰ ਕੰਮ 'ਚ ਸਭ ਤੋਂ ਅੱਗੇ ਰਹਿੰਦੇ ਸਨ। ਬਹੁਤ ਹੀ ਦਿਆਲੂ ਕਿਸਮ ਦੇ ਇਨਸਾਨ ਸਨ ਤੇ ਸਦਾ ਸਭ ਦਾ ਭਲਾ ਕਰਨ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਸਨ। ਉਹਨਾਂ ਦਾ ਰਹਿਣ ਸਹਿਣ ਬਹੁਤ ਅਨੁਸ਼ਾਸਨਪੂਰਨ ਸੀ ਤੇ ਮੈਂ ਉਹਨਾਂ ਦੀ ਸਾਫ਼ ਗੋਈ ਦਾ ਬਹੁਤ ਹੀ ਕਾਇਲ ਸੀ। ਕਈ ਵਾਰੀ ਜੇ ਕੋਈ ਸਹਿਬੰਦੀ ਉਹਨਾਂ ਕੋਲ ਕਿਸੇ ਕੰਮ ਲਈ ਜਾਂਦਾ ਤਾਂ ਉਹਦਾ ਕੰਮ ਕਰਕੇ ਸਾਫ਼ ਕਹਿ ਦਿੰਦੇ ਸਨ ਕਿ ਹੁਣ ਤੁਸੀਂ ਜਾਓ, ਮੇਰਾ ਪੜ੍ਹਨ ਦਾ ਵਕਤ ਹੋ ਗਿਆ। ਭਾਜੀ ਦੀ ਅੰਗਰੇਜ਼ੀ ਬਹੁਤ ਵਧੀਆ ਸੀ। ਉਹਨਾਂ ਦਾ ਅੰਗਰੇਜ਼ੀ ਸ਼ਬਦ ਭੰਡਾਰ ਬਹੁਤ ਵਿਸ਼ਾਲ ਸੀ ਤੇ ਉਹ ਇਹਨੂੰ ਬੋਲਦੇ ਵੀ ਬਹੁਤ ਵਧੀਆ ਲਹਿਜੇ 'ਚ ਸਨ। ਇੱਕ ਵਾਰ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਸ ਸਕੂਲ ਵਿੱਚ ਪੜ੍ਹੇ ਹੋ ਤਾਂ ਉਹਨਾਂ ਨੇ ਬੜੀ ਗੰਭੀਰਤਾ ਨਾਲ ਜਵਾਬ ਦਿੱਤਾ, ਸੈਂਟ ਟੈਪੀਜ਼ ਸਕੂਲ ਵਿੱਚ। ਮੈਂ ਬੜੀ ਹੈਰਾਨੀ ਨਾਲ ਕੁਝ ਹਿਚਕਿਚਾਉਂਦਿਆਂ ਪੁੱਛਿਆ, ਭਾਜੀ ਇਹ ਸਕੂਲ ਕਿੱਥੇ ਸਥਿਤ ਹੈ? ਮੈਂ ਇਹਦਾ ਨਾਮ ਕਦੇ ਵੀ ਨਹੀਂ ਸੁਣਿਆ। ਉਹਨਾਂ ਨੇ ਹੱਸਦਿਆਂ ਬੜੇ ਪਿਆਰ ਨਾਲ ਜਵਾਬ ਦਿੱਤਾ, ਉਹ ਇੱਕ ਕਮਲਿਆ, ਮੈਂ ਤੱਪੜ ਸਕੂਲ ਦੀ ਪੈਦਾਸ਼ ਹਾਂ ਤੇ ਤੱਪੜਾ ਉੱਪਰ ਬੈਠ ਕੇ ਫੱਟੀ ਲਿਖਦਿਆਂ ਹੀ ਆਪਣਾ ਸਕੂਲ ਪਾਸ ਕੀਤਾ। ਮੈਂ ਤੱਪੜ ਨੂੰ ਸੈਂਟ ਟੈਪੀਜ਼ ਕਹਿੰਦਾ ਹਾਂ। ਉਹਨਾਂ ਦੀ ਗੱਲ ਸੁਣ ਕੇ ਮੈਨੂੰ ਬੜੀ ਹੈਰਾਨੀ ਵੀ ਹੋ ਰਹੀ ਸੀ ਤੇ ਹਾਸਾ ਵੀ ਆ ਰਿਹਾ ਸੀ। ਉਹਨਾਂ ਨੇ ਬੜੀ ਗੰਭੀਰਤਾ ਨਾਲ ਮੈਨੂੰ ਸਮਝਾਇਆ, ਇਨਸਾਨ ਭਾਵੇਂ ਕਿਸੇ ਵੀ ਸਕੂਲ 'ਚ ਪੜ੍ਹੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਸਭ ਕੁਝ ਇਸ ਗੱਲ 'ਤੇ ਨਿਰਭਰ ਹੈ ਕਿ ਉਹ ਕਿੰਨੀ ਲਗਨ ਨਾਲ ਪੜ੍ਹਦਾ ਹੈ। ਕੰਮ ਭਾਵੇਂ ਕੋਈ ਵੀ ਹੋਵੇ, ਬਸ ਉਹਨੂੰ ਚੰਗੀ ਤਰ੍ਹਾਂ ਪੂਰੀ ਲਗਨ ਨਾਲ ਕਰਨਾ ਚਾਹੀਦਾ ਹੈ ਤੇ ਹਰ ਕੰਮ ਵਿੱਚ 100% ਮਿਹਨਤ ਲਗਾਉਣੀ ਚਾਹੀਦੀ ਹੈ। ਉਹਨਾਂ ਮੈਨੂੰ ਦੱਸਿਆ ਕਿ ਉਹਨਾਂ ਦੀ ਅੰਗਰੇਜ਼ੀ ਪਹਿਲਾਂ ਬਹੁਤ ਹੀ ਕਮਜ਼ੋਰ ਸੀ, ਪਰ ਉਹਨਾਂ ਨੇ ਬਹੁਤ ਮਿਹਨਤ ਕੀਤੀ ਤੇ 8 ਸਾਲਾਂ 'ਚ ਹੀ ਇਸ ਅੰਗਰੇਜ਼ੀ ਨੂੰ ਮੂਹਰੇ ਲਗਾ ਕੇ ਛੱਡਿਆ। ਉਹਨਾਂ ਦੇ ਪੂਰਨਿਆਂ ਉੱਪਰ ਚੱਲਦਿਆਂ ਹੁਣ ਮੈਂ ਵੀ ਆਪਣੀ ਅੰਗਰੇਜ਼ੀ ਸੁਧਾਰਨ ਦੀ ਕੋਸ਼ਿਸ਼ ਕਰ ਦਿੱਤੀ ਸੀ। ਲਾਡੀ ਭਾਜੀ ਦਾ ਸਭ ਤੋਂ ਲਾਡਲਾ ਸ਼ਿਸ਼ ਮਿੱਕੀ ਸੀ, ਜੋ ਕਿ ਮੇਰੇ ਹੀ ਸ਼ਹਿਰ ਨਾਭੇ ਦਾ ਸੀ ਤੇ ਕਤਲ ਦੇ ਕੇਸ 'ਚ ਉਮਰ ਕੈਦ ਕੱਟ ਰਿਹਾ ਸੀ। ਭਾਜੀ ਦਾ ਉਸ ਨਾਲ ਬਹੁਤ ਭਾਵਨਾਤਮਕ ਰਿਸ਼ਤਾ ਸੀ। ਭਾਜੀ ਉਹਨੂੰ ਹਰ ਗੱਲ ਦਿਲੋਂ ਸਿਖਾਉਂਦੇ ਸਨ ਤੇ ਉਹਦਾ ਖਿਆਲ ਆਪਣੇ ਬੱਚਿਆਂ ਵਾਂਗੂ ਰੱਖਦੇ ਸਨ। ਭਾਵੇਂ ਮਿੱਕੀ 'ਚ ਕੁਝ ਬਚਪਨਾ ਸੀ, ਪਰ ਫਿਰ ਵੀ ਉਹ ਅੰਗਰੇਜ਼ੀ ਸਿੱਖਣ ਦਾ ਬਹੁਤ ਸ਼ੌਕੀਨ ਸੀ। ਮੈਂ ਕਈ ਵਾਰੀ ਭਾਜੀ ਨੂੰ ਮਜ਼ਾਕ 'ਚ ਕਹਿ ਦਿਆ ਕਰਦਾ ਸੀ ਕਿ ਭਾਵੇਂ ਤੁਸੀਂ ਆਪਣੀ ਸਾਰੀ ਵਿੱਦਿਆ ਆਪਣੇ
ਅਰਜਨ ਮਤਲਬ ਮਿੱਕੀ ਉੱਪਰ ਹੀ ਨਿਛਾਵਰ ਕਰ ਦਿਓ, ਪਰ ਤੁਹਾਡੇ ਲਈ ਆਪਣਾ ਅੰਗੂਠਾ ਇਹ ਇਕਲਵਿਆ ਮਤਲਬ ਮੈਂ ਹੀ ਦੇ ਸਕਦਾ। ਹੌਲੀ ਹੌਲੀ ਮੈਂ ਆਪਣੀ BA ਦੀ ਪੜ੍ਹਾਈ ਦੇ ਨਾਲ ਨਾਲ ਅੰਗਰੇਜ਼ੀ ਵਿੱਚ ਵੀ ਰੁਚੀ ਵਧਾਉਣੀ ਸ਼ੁਰੂ ਕਰ ਦਿੱਤੀ। ਇੱਕ ਦਿਨ ਭਾਜੀ ਨੇ ਮੈਨੂੰ ਸਮਝਾਇਆ ਕਿ ਜੇ ਥੋੜੇ ਦਿਨ ਪੜ੍ਹ ਕੇ BA ਪਾਰਟ 1 ਚੋਂ 58% ਅੰਕ ਪ੍ਰਾਪਤ ਕਰ ਲਏ ਸਨ ਤਾਂ ਮੈਂ ਚੰਗੀ ਤਰ੍ਹਾਂ ਪੜ੍ਹ ਕੇ BA ਪਾਰਟ 2 ਚ ਹੋਰ ਵੀ ਵਧੇਰੇ ਅੰਕ ਪ੍ਰਾਪਤ ਕਰ ਸਕਦਾ ਸਾਂ। ਸੋ ਹੁਣ ਮੈਂ ਹੋਰ ਵੀ ਜ਼ਿਆਦਾ ਸਮਾਂ ਪੜ੍ਹਾਈ 'ਚ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਇਸ ਵਾਰ ਮੇਰੇ ਅੰਕ 62% ਆਏ ਤੇ ਮੇਰੇ ਦੋਵੇਂ ਸਾਲਾਂ ਦੇ ਅੰਕਾਂ ਦਾ ਯੋਗ 60% ਬਣ ਗਿਆ। ਹੁਣ ਮੈਂ ਬਹੁਤ ਖੁਸ਼ ਰਹਿਣ ਲੱਗ ਪਿਆ ਸਾਂ। ਹੁਣ ਮੈਨੂੰ ਮੇਰੀ ਮਿਹਨਤ ਦਾ ਪੂਰਾ ਫਲ ਮਿਲ ਰਿਹਾ ਸੀ। ਦੋਸਤੋ, ਅਸੀਂ ਭਾਵੇਂ ਜੇਲ੍ਹ ਦੇ ਅੰਦਰ ਰਹੀਏ ਭਾਵੇਂ ਕਿਤੇ ਹੋਰ, ਪਰ ਆਪਣੀ ਮਿਹਨਤ ਦੇ ਫਲ ਨਾਲੋਂ ਵੱਡੀ ਖੁਸ਼ੀ ਹੋਰ ਕੋਈ ਵੀ ਨਹੀਂ ਹੋ ਸਕਦੀ। ਲਾਡੀ ਭਾਜੀ ਵਾਹਿਗੁਰੂ 'ਚ ਬਹੁਤ ਵਿਸ਼ਵਾਸ ਰੱਖਦੇ ਸਨ ਤੇ ਪੰਜੋ ਸਮੇਂ ਨਿਤਨੇਮ ਨਾਲ ਬਾਣੀ ਦਾ ਪਾਠ ਕਰਦੇ ਸਨ। ਉਹਨਾਂ ਦੇ ਵੱਡੇ ਭਰਾ ਅਜੇਪਾਲ ਬਹੁਤ ਹੀ ਆਕਰਸ਼ਕ ਸ਼ਖਸੀਅਤ ਦੇ ਮਾਲਕ ਸਨ ਤੇ ਉਹਨਾਂ ਦੀ ਲੀਡਰਸ਼ਿਪ ਕੁਆਲਿਟੀ ਮੈਨੂੰ ਬਹੁਤ ਪ੍ਰਭਾਵਿਤ ਕਰਦੀ ਸੀ। ਉਹ ਸਾਡੇ ਨਾਲ ਕ੍ਰਿਕਟ ਵੀ ਖੇਡਦੇ ਸਨ ਤੇ ਭੰਗੜਾ ਸਿੱਖਣ ਵੀ ਜਾਇਆ ਕਰਦੇ ਸਨ। ਜਦੋਂ ਵੀ ਉਹ ਕ੍ਰਿਕਟ ਗਰਾਊਂਡ 'ਚ ਫੀਲਡਿੰਗ ਕਰ ਰਹੇ ਹੁੰਦੇ ਤਾਂ ਅਕਸਰ ਭੰਗੜੇ ਦੇ ਐਕਸ਼ਨਾਂ ਦਾ ਅਭਿਆਸ ਕਰਦੇ ਰਹਿੰਦੇ। ਉਹਨਾਂ ਦੀਆਂ ਅਜਿਹੀਆਂ ਹਰਕਤਾਂ ਕਾਰਨ ਕੁਝ ਲੋਕ ਉਹਨਾਂ ਦੀ ਪਿੱਠ ਪਿੱਛੇ ਉਹਨਾਂ ਦਾ ਮਜ਼ਾਕ ਵੀ ਉਡਾਉਂਦੇ ਸਨ, ਪਰ ਉਹ ਮੈਨੂੰ ਅਕਸਰ ਕਿਹਾ ਕਰਦੇ, ਇਨਸਾਨ ਨੂੰ ਦਿਨ 'ਚ ਕੁਝ ਘੜੀਆਂ ਪਾਗਲ ਬਣ ਕੇ ਬਿਤਾਉਣੀਆਂ ਚਾਹੀਦੀਆਂ ਹਨ। ਇਸ ਨਾਲ ਮਾਨਸਿਕ ਪਰੇਸ਼ਾਨੀ ਘਟਦੀ ਹੈ ਤੇ ਇਨਸਾਨ ਹੱਸਣਾ ਵੀ ਕਦੇ ਨਹੀਂ ਭੁੱਲਦਾ। ਅਜੇਪਾਲ ਭਾਜੀ ਦੀ ਉਮਰ 50 ਸਾਲ ਸੀ। ਉਹ NRI ਸਨ ਤੇ ਅਮਰੀਕਾ ਦੇ ਪੱਕੇ ਨਾਗਰਿਕ ਸਨ। ਉਹ ਪਿਛਲੇ 30 ਸਾਲ ਤੋਂ ਇੱਥੇ ਰਹਿ ਰਹੇ ਸਨ ਤੇ ਕਈ ਰੈਸਟੋਰੈਂਟਾਂ ਦੇ ਮਾਲਕ ਸਨ। ਉਹਨਾਂ ਨੇ ਉੱਥੇ ਬਹੁਤ ਮਿਹਨਤ ਕਰਕੇ ਆਪਣੇ ਆਪ ਨੂੰ ਸਥਾਪਿਤ ਕੀਤਾ ਸੀ ਤੇ ਸ਼ੁਰੂ ਦੇ ਕਾਫੀ ਸਾਲ ਟੈਕਸੀ ਚਲਾ ਕੇ ਹੀ ਗੁਜ਼ਾਰਾ ਕੀਤਾ ਸੀ। ਉਹਨਾਂ ਦੀ ਪਤਨੀ ਤੇ ਬੱਚੇ ਅਮਰੀਕਾ ਵਿੱਚ ਹੀ ਰਹਿ ਰਹੇ ਸਨ। ਭਾਜੀ ਹੋਰਾਂ ਦਾ ਜੱਦੀ ਪਿੰਡ ਫਤਿਹਗੜ੍ਹ ਜ਼ਿਲ੍ਹੇ ਵਿਖੇ ਸਥਿਤ ਸੀ। ਮੈਨੂੰ ਕੈਦ ਹੋਇਆ ਹੁਣ 1.5 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਸੀ ਤੇ ਮੈਂ ਭਾਜੀ ਹੋਰਾਂ ਦੇ ਬਹੁਤ ਕਰੀਬ ਆ ਚੁੱਕਾ ਸਾਂ। ਸਾਡਾ ਆਪਸੀ ਰਿਸ਼ਤਾ ਕਾਫੀ ਗਹਿਰਾ ਹੋ ਚੁੱਕਾ ਸੀ। ਮੈਂ ਅਖਬਾਰ ਪੜ੍ਹਨ 'ਚ ਕਾਫੀ ਰੁਚੀ ਲੈਣ ਲੱਗ ਪਿਆ ਸਾਂ ਕਿਉਂਕਿ ਲਾਡੀ ਭਾਜੀ ਨੇ ਮੈਨੂੰ ਦੱਸਿਆ ਸੀ ਕਿ ਅੰਗਰੇਜ਼ੀ ਸੁਧਾਰਨ ਲਈ ਅਖਬਾਰ ਇੱਕ ਬਹੁਤ ਚੰਗਾ ਸਾਧਨ ਹੈ। ਟਾਈਮਜ਼ ਆਫ ਇੰਡੀਆ ਮੇਰਾ ਮਨਪਸੰਦ ਅਖਬਾਰ ਬਣ ਗਿਆ ਸੀ ਤੇ ਇਸ ਵਿੱਚ ਆਉਣ ਵਾਲਾ ਅਧਿਆਤਮਕ ਕਾਲਮ ਦ ਸਪੀਕਿੰਗ ਟਰੀ ਮੈਨੂੰ ਬਹੁਤ ਚੰਗਾ ਲੱਗਦਾ ਸੀ। ਹੁਣ ਮੈਂ ਜਲਦੀ ਤੋਂ ਜਲਦੀ BA ਪਾਸ ਕਰਕੇ ਭਾਜੀ ਹੋਰਾਂ ਕੋਲ B ਕਲਾਸ ਬੈਰਕ 'ਚ ਜਾਣਾ ਚਾਹੁੰਦਾ ਸੀ। ਇਸ ਵਾਰੀ BA ਫਾਈਨਲ ਲਈ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ 66% ਅੰਕ ਪ੍ਰਾਪਤ ਕੀਤੇ। ਮੇਰੇ BA ਦੇ ਅੰਕਾਂ ਦਾ ਯੋਗ 62% ਹੋ ਗਿਆ ਸੀ। ਭਾਜੀ ਹੋਰੀ ਮੇਰਾ ਨਤੀਜਾ ਕਾਰਡ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਮੈਨੂੰ ਥਾਪੀ ਵੀ ਦਿੱਤੀ। ਮੈਂ ਬਹੁਤ ਖੁਸ਼ ਸਾਂ ਕਿਉਂਕਿ ਹੁਣ ਮੈਂ ਗ੍ਰੈਜੂਏਟ ਹੋ ਗਿਆ ਸਾਂ। ਜਦੋਂ ਮੇਰੇ ਮਾਤਾ ਜੀ ਮੁਲਾਕਾਤ ਲਈ ਆਏ ਤਾਂ ਮੈਂ ਬਹੁਤ ਹੀ ਚਾਅ ਨਾਲ ਉਹਨਾਂ ਨੂੰ ਆਪਣਾ ਨਤੀਜਾ ਕਾਰਡ ਵਿਖਾਇਆ। ਉਹ ਬਹੁਤ ਖੁਸ਼ ਹੋਏ ਤੇ ਕਹਿਣ ਲੱਗੇ, ਸ਼ਾਬਾਸ਼ ਪੁੱਤਰਾ, ਅੱਜ ਤੂੰ ਗ੍ਰੈਜੂਏਟ ਹੋ ਗਿਆ ਤਾਂ ਮੇਰਾ ਕੱਦ ਹੋਰ ਉੱਚਾ ਹੋ ਗਿਆ। ਅਗਲੇ ਦਿਨ ਮੇਰੀ ਪ੍ਰੇਮਿਕਾ ਮੁਲਾਕਾਤ ਲਈ ਆਈ ਤਾਂ ਨਤੀਜਾ ਕਾਰਡ ਵੇਖ ਕੇ ਖੁਸ਼ੀ ਦੇ ਮਾਰੇ ਉਹਦੀਆਂ ਅੱਖਾਂ ਭਰ ਆਈਆਂ। ਹੁਣ ਅਸੀਂ ਦੋਵੇਂ ਜਣੇ ਫਸਟ ਡਿਵੀਜ਼ਨ ਨਾਲ ਗ੍ਰੈਜੂਏਟ ਹੋ ਗਏ ਸਾਂ। ਮੈਂ ਉਹਨੂੰ ਸ਼ਰਾਰਤ ਨਾਲ ਕਿਹਾ, ਹੁਣ ਤਾਂ ਆਪਣੀ ਜੋੜੀ ਪੂਰੀ ਜਚੂ, ਆਪਾਂ ਦੋਵੇਂ BA ਪਾਸ ਹੋ ਗਏ ਹਾਂ। ਦੋਸਤੋ, ਅੱਜ ਮੇਰੀ ਪ੍ਰੇਮਿਕਾ ਦੀ ਮੇਰੇ ਉੱਪਰ ਕੀਤੀ ਮਿਹਨਤ ਸਫਲ ਹੋ ਗਈ ਸੀ ਤੇ ਉਹਦੀਆਂ ਪਰਮਾਤਮਾ ਕੋਲੋਂ ਮੇਰੇ ਲਈ ਮੰਗੀਆਂ ਦੁਆਵਾਂ ਕਬੂਲ ਹੋਣੀਆਂ ਸ਼ੁਰੂ ਹੋ ਗਈਆਂ ਸਨ। ਉਹ ਬਹੁਤ ਖੁਸ਼ੀ ਘਰ ਪਰਤੀ। ਮੈਂ ਵੀ ਬਹੁਤ ਖੁਸ਼ ਸਾਂ ਕਿਉਂਕਿ ਮੈਂ ਆਪਣੀ ਪ੍ਰੇਮਿਕਾ ਤੇ ਮਾਤਾ ਜੀ ਨੂੰ ਬਹੁਤ ਵੱਡੀ ਖੁਸ਼ੀ ਦਿੱਤੀ ਸੀ। ਇਸ ਤੋਂ ਵੀ ਵੱਧ ਮੈਂ ਇਸ ਗੱਲ ਲਈ ਖੁਸ਼ ਸਾਂ ਕਿ ਹੁਣ ਮੈਂ ਭਾਜੀ ਹੋਰਾਂ ਕੋਲ B ਕਲਾਸ ਵਿੱਚ ਚਲੇ ਜਾਣਾ ਸੀ। ਭਾਜੀ ਹੋਰਾਂ ਦਾ ਅਫਸਰਾਂ 'ਚ ਕਾਫੀ ਅਸਰ ਰਸੂਖ ਸੀ। ਉਹਨਾਂ ਨੇ ਮੇਰੀ ਡਿਗਰੀ ਅਫਸਰਾਂ ਨੂੰ ਵਿਖਾ ਕੇ B ਕਲਾਸ ਮੁਹੱਈਆ ਕਰਾਉਣ ਦੀ ਕਾਗਜ਼ੀ ਕਾਰਵਾਈ ਪੂਰੀ ਕਰਵਾ ਦਿੱਤੀ ਤੇ ਮੈਂ B ਕਲਾਸ ਬੈਰਕ 'ਚ ਆ ਗਿਆ। ਰਮਾਕਾਂਤ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ, ਚੱਲ ਹੁਣ ਤੇਰੀ B ਕਲਾਸ ਲੱਗ ਗਈ, ਹੁਣ ਮੈਂ ਵੀ ਤੇਰੇ ਮੰਜੇ ਤੇ ਬਹਿ ਕੇ ਲੋਕਾਂ ਵਾਂਗੂ ਛਾਤੀ ਚੌੜੀ ਕਰਕੇ ਸਵੇਰੇ ਪਰੌਂਠਾ ਖਾਇਆ ਕਰੂੰ। ਆਮ ਬੰਦੀਆਂ ਨੂੰ ਜੇਲ੍ਹ 'ਚ 2 ਸਮੇਂ ਖਾਣਾ ਮਿਲਦਾ ਹੈ ਤੇ ਸਿਰਫ ਸਬਜ਼ੀ ਰੋਟੀ ਮਿਲਦੀ ਹੈ, ਪਰ B ਕਲਾਸ 'ਚ ਬੰਦੀਆਂ ਨੂੰ 3 ਸਮੇਂ ਖਾਣਾ ਮਿਲਦਾ ਸੀ ਤੇ ਸਵੇਰੇ 8:30 ਵਜੇ ਚਾਹ ਨਾਲ ਹਾਥੀ ਦੇ ਕੰਨ ਜਿੱਡਾ ਵੱਡਾ ਪਰਾਂਠਾ ਮਿਲਦਾ ਸੀ। B ਕਲਾਸ ਬੈਰਕ 'ਚ ਮੈਂ ਆਪਣਾ ਮੰਜਾ ਲਾਡੀ ਭਾਜੀ ਦੇ ਨਾਲ ਲਗਾ ਲਿਆ ਸੀ। ਹੁਣ ਮੈਂ ਆਪਣੇ ਗੁਰੂਦੇਵ ਦੇ ਕਾਫੀ ਨੇੜੇ ਆ ਗਿਆ ਸਾਂ ਤੇ ਉਹਨਾਂ ਤੋਂ ਸਭ ਕੁਝ ਸਿੱਖਣਾ ਚਾਹੁੰਦਾ ਸਾਂ। ਇਹ ਮੇਰੀ ਜ਼ਿੰਦਗੀ ਦਾ ਬਹੁਤ ਮਹੱਤਵਪੂਰਨ ਮੋੜ ਸੀ। ਮੈਂ ਚੁੱਪਚਾਪ ਲਾਡੀ ਭਾਜੀ ਦੀ ਹਰ ਹਰਕਤ ਨੋਟ ਕਰਦਾ ਰਹਿੰਦਾ ਤੇ ਉਹਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ। ਭਾਜੀ ਹੁਣ ਮੇਰੇ ਆਦਰਸ਼ ਬਣ ਚੁੱਕੇ ਸਨ। ਉਹਨਾਂ ਨਾਲ ਸਲਾਹ ਕਰਕੇ ਮੈਂ ਧਰਮ ਅਧਿਐਨ ਵਿਸ਼ੇ ਵਿੱਚ MA ਕਰਨ ਦਾ ਨਿਸ਼ਚਾ ਕੀਤਾ ਤੇ ਪੱਤਰ ਵਿਹਾਰ ਵਿਭਾਗ ਵਿਖੇ ਦਾਖਲਾ ਫੀਸ ਭਰ ਦਿੱਤੀ। ਧਰਮ ਅਧਿਐਨ ਬਹੁਤ ਹੀ ਦਿਲਚਸਪ ਵਿਸ਼ਾ ਸੀ ਤੇ ਸਾਰੇ ਧਰਮਾਂ ਬਾਰੇ ਪੂਰੀ ਗਹਿਰਾਈ 'ਚ ਪੜ੍ਹਨਾ ਮੈਨੂੰ ਬਹੁਤ ਚੰਗਾ ਲੱਗਦਾ ਸੀ।
ਐਮਏ ਦੀ ਪੜ੍ਹਾਈ, ਬੀ ਕਲਾਸ ਦੀ ਰੌਣਕ ਤੇ ਗੁਰੂ ਜੀ ਰਾਹੀਂ ਮਿਲ ਰਹੀ ਜ਼ਿੰਦਗੀ ਦੀ ਟ੍ਰੇਨਿੰਗ 'ਚ ਰੁੱਝੇ ਨੂੰ ਮੈਨੂੰ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਪੂਰਾ ਸਾਲ ਲੰਘ ਗਿਆ। ਮੈਂ 66% ਅੰਕ ਪ੍ਰਾਪਤ ਕਰਕੇ ਐਮਏ ਪਾਰਟ 1 ਕਰ ਲਈ ਸੀ। ਧੰਨਵਾਦ।